ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਹੁਣ ਤੱਕ ਦੀਆਂ ਤਾਜ਼ਾ ਖਬਰਾਂ, ਉਹਨਾਂ ਖਬਰਾਂ ਉੱਤੇ ਦੇਵਾਂਗੇ ਜੀ ਆਪਣੇ ਵਿਚਾਰ, ਨਾਲ ਹੀ ਤੁਹਾਡੇ ਵਿਚਾਰ ਵੀ ਜਾਣਾਂਗੇ। ਕੋਈ ਅਜਿਹੀ ਖਬਰ ਤੁਹਾਡੇ ਕੋਲ ਆ, ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਸਾਡੇ ਦਰਸ਼ਕਾਂ ਨੂੰ ਉਸ ਖਬਰ ਦੇ ਬਾਰੇ ਵਿੱਚ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੈ ਜੀ। ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਵਿੱਚ ਹੇਠ ਲਿਖੇ ਨੰਬਰ ਦੇ ਉੱਤੇ। ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੋੜ ਲੈਂਦੇ ਹਾਂ ਮੇਰੇ ਸਹਿਯੋਗੀ ਮਰਗਿੰਦਰ ਨਾਥ ਜੀ ਨੂੰ। ਬਹੁਤ-ਬਹੁਤ ਸਵਾਗਤ ਹੈ ਸਰ। ਤਰਨ ਤੁਹਾਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਕੀ ਹਾਲ ਹੈ ਜੀ? ਬਹੁਤ ਵਧੀਆ ਸਰ, ਤੁਸੀਂ ਦੱਸੋ? ਚੰਗਾ, ਵਧੀਆ, ਬਹੁਤ ਵਧੀਆ। ਮੌਸਮ ਦੇ ਨਾਲ ਨਾਲ ਆਪਣਾ ਹਾਲ ਵੀ ਵਧੀਆ। ਚੰਗੀਆਂ ਨਵੀਆਂ ਖਬਰਾਂ ਲੈ ਕੇ ਆਏ ਹਾਂ ਜੀ, ਸਾਂਝੀਆਂ ਕਰਾਂਗੇ ਆਪਾਂ ਆਪਣੇ ਦਰਸ਼ਕਾਂ ਦੇ ਨਾਲ। ਬਿਲਕੁਲ ਜੀ, ਤੇ ਸਾਂਝੀਆਂ ਖਬਰਾਂ ਕਰਾਂਗੇ ਅੱਜ। ਸਭ ਤੋਂ ਪਹਿਲਾਂ ਸਰ, ਕਾਫੀ ਚਿਰਾਂ ਤੋਂ ਜਿਸ ਮੁੱਦੇ ਉੱਤੇ ਸਭ ਦੀ ਨਿਗਾਹ ਟਿਕੀ ਹੋਈ ਸੀ, ਕਿਵੇਂ ਦੇ ਹਾਲਾਤ ਹੋਣਗੇ, ਕਿਵੇਂ ਦਾ ਉਹ ਸੀਨ ਹੋਏਗਾ, ਕਿਵੇਂ ਦਾ ਮੰਜ਼ਰ ਹੋਏਗਾ, ਕਿਵੇਂ ਦਾ ਨਜ਼ਾਰਾ ਹੋਏਗਾ, ਰਾਮ ਮੰਦਿਰ ਦਾ ਆਖਿਰ ਨੀਂਹ ਪੱਥਰ ਰੱਖ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਖੁਦ ਇਸ ਨੇਕ ਕਾਰਜ ਦੇ ਵਿੱਚ ਸ਼ਾਮਲ ਹੋਏ। ਤਰਨ, ਮੋਦੀ ਸਾਹਿਬ ਬੜੇ ਖੁਸ਼ ਨਜ਼ਰ ਆ ਰਹੇ ਸੀਗੇ ਜੀ, ਜਿਹੜੇ ਸਾਹਿਬ 'ਚ ਵੀ ਵੀਡੀਓਜ਼ ਆਈਆਂ ਨੇ। ਇੱਕ ਹੈਰਾਨੀ ਦੀ ਗੱਲ ਹੈਗੀ ਆ ਤਰਨ ਕਿ ਜਿਹੜੀ ਮੋਦੀ ਸਾਹਿਬ ਨੇ ਆਪਣਾ ਜਿਹੜਾ ਬਿਆਨ ਦਿੱਤਾ ਉਹਦੇ 'ਚ ਇਹ ਗੱਲ ਕਹੀ ਹੈ ਕਿ ਹੁਣ ਤੱਕ ਸ਼੍ਰੀ ਰਾਮ ਚੰਦਰ ਜੀ ਟੈਂਟਾਂ 'ਚ ਰਹਿ ਰਹੇ ਸਨ ਤੇ ਹੁਣ ਉਹਨਾਂ ਵਾਸਤੇ ਘਰ ਬਣ ਗਿਆ। ਉਹਨਾਂ ਦਾ ਘਰ ਤਾਂ ਹਰ ਥਾਂ ਤੇ ਹੈ ਤੇ ਆਪ ਹੀ ਅੱਗੇ ਗੱਲ ਕੀਤੀ ਹੈ ਕਿ ਉਹ ਤਾਂ ਹਰ ਦੇ ਦਿਲ ਦੇ ਵਿੱਚ ਵਸਦੇ ਨੇ ਤੇ ਕੀ ਇਹੋ ਜਿਹੀ ਗੱਲ ਕਰਨ ਦੀ ਲੋੜ ਪੈ ਗਈ ਸੀ। ਪਰ ਇਹ ਜਿਹੜੀ ਗੱਲ ਹੈਗੀ ਆ, ਇਹਦੇ ਨੂੰ ਮੈਨੂੰ ਲੱਗਦਾ ਵੀ ਇਹ ਪੋਲੀਟੀਕਲ ਰੰਗਤ ਦਿੱਤੀ ਗਈ ਹੈ। ਪਰ ਇੱਕ ਨਵੀਂ ਸ਼ੁਰੂਆਤ ਹੈ, ਨਵੀਂ ਜਗ੍ਹਾ ਦੇ ਉੱਤੇ ਨਵਾਂ ਮੰਦਿਰ ਉਸਾਰ ਹੋਣ ਜਾ ਰਿਹਾ ਜੀ। ਆਈ ਹੋਪ ਇਹਦੇ ਨਾਲ ਜਿਹੜੀ ਹੁਣ ਤੱਕ ਦੀਆਂ ਟੈਨਸ਼ਨ ਸੀਗੀਆਂ, ਜਿਹੜੀਆਂ ਚੱਲ ਰਹੀਆਂ ਸਨ, ਉਹ ਮੁੱਕ ਜਾਣੀਆਂ ਚਾਹੀਦੀਆਂ ਨੇ। ਪਰ ਮੈਨੂੰ ਨਹੀਂ ਲੱਗਦਾ ਜਿਹੜੇ ਹਿਸਾਬ 'ਚ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ, ਜਿਹੜੇ ਹਿਸਾਬ 'ਚ ਜੋ ਕੁਛ ਕਿਹਾ ਜਾ ਰਿਹਾ ਹੈ, ਇਹ ਸ਼ਾਇਦ ਟੈਨਸ਼ਨਸ ਉਹਦੇ ਨਾਲ ਹਲੇ ਹੋਰ ਵਧਣਗੀਆਂ। ਪਰ ਪਰਮਾਤਮਾ ਸੁੱਖ ਰੱਖੇ। ਜਿਹੜੀ RSS ਦਾ ਏਜੰਡਾ ਸੀਗਾ, ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਰਾਮ ਮੰਦਿਰ ਦੀ, ਉਹ ਏਜੰਡਾ ਅੱਜ ਇਹਨਾਂ ਨੇ ਆਪਦਾ ਪੂਰਾ ਕਰ ਦਿੱਤਾ ਜੀ। ਚਾਹੇ ਜਿਨ੍ਹਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਸੀਗੀ, ਅਡਵਾਨੀ ਸਾਹਿਬ, ਉਹਨਾਂ ਨੂੰ ਬਿਲਕੁਲ ਪਿੱਛੇ ਰੱਖਿਆ ਗਿਆ ਜੀ। ਮੋਹਨ ਭਾਗਵਤ ਸਾਹਿਬ, ਉਹਨਾਂ ਨੇ ਇਹ ਬਿਆਨ ਦਿੱਤਾ, ਉਹਨਾਂ ਨੇ ਅਡਵਾਨੀ ਸਾਹਿਬ ਬਾਰੇ ਗੱਲ ਜ਼ਰੂਰ ਕੀਤੀ ਹੈ, ਉਹਨਾਂ ਦਾ ਜ਼ਿਕਰ ਕੀਤਾ ਕਿ ਪਰ ਸਮੇਂ ਦੀ ਗੱਲ ਹੈ ਜੀ। ਅੱਜ ਮੋਦੀ ਸਾਹਿਬ ਅੱਗੇ ਨੇ, ਕੱਲ੍ਹ ਨੂੰ ਪਤਾ ਨਹੀਂ ਕੋਈ ਹੋਰ ਹੋਵੇਗਾ ਜੀ ਸਰ। ਪਰ ਇਹਦੇ ਤੇ ਅਮਿਤ ਸ਼ਾਹ ਦਾ ਬਿਆਨ ਜ਼ਰੂਰ ਆਇਆ ਵਾ। ਉਹਨਾਂ ਦਾ ਕਹਿਣਾ ਹੈ ਕਿ ਰਾਮ ਮੰਦਿਰ ਦਾ ਨਿਰਮਾਣ ਪ੍ਰਧਾਨ ਮੰਤਰੀ ਮੋਦੀ ਦੇ ਮਜ਼ਬੂਤ ਅਗਵਾਈ ਨੂੰ ਦਰਸਾਉਂਦਾ ਹੈ। ਗੱਲ ਠੀਕ ਹੈ ਤਰਨ, ਕਿਉਂਕਿ ਮੋਦੀ ਸਾਹਿਬ ਦੇ ਇਸ ਵੇਲੇ ਕੰਟਰੋਲ ਵਿੱਚ ਸਭ ਕੁਛ ਹੈ। ਇਹ ਦਿਸ ਰਿਹਾ ਜੋ ਕੁਛ ਵੀ ਹੈਗਾ, ਸਾਰਾ ਕੁਛ ਉਹਨਾਂ ਦੇ ਕੰਟਰੋਲ 'ਚ ਆ, ਉਹਨਾਂ ਦੀ ਅਗਵਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹੀ ਇਜ਼ ਦ ਲੀਡਰ ਐਂਡ ਉਹਨਾਂ ਨੇ ਜਿਹੜਾ ਆਪਣਾ ਵਾਅਦਾ ਕੀਤਾ ਸੀਗਾ ਉਸ ਗੱਲ ਨੂੰ ਪੂਰਾ ਕੀਤਾ ਗਿਆ ਜੀ। ਔਰ 1949 ਤੋਂ ਬਾਅਦ ਇਸ ਦੇ ਉੱਤੇ ਕਹਿੰਦੇ ਆ ਵੀ ਇਸ ਜਗ੍ਹਾ ਦੇ ਉੱਤੇ ਰਾਮ ਚੰਦਰ ਜੀ ਬਾਰੇ ਉਹਨਾਂ ਦੀ ਪੂਜਾ ਹੋਣ ਲੱਗੀ ਹੈ। ਪਰ ਉਸ ਤੋਂ ਪਹਿਲਾਂ ਜਿਹੜਾ ਸੀਗਾ ਦੂਸਰੇ ਧਰਮ ਦਾ ਵੀ ਸੀਗਾ। ਹੁਣ ਇਹ ਸਮਝ ਨਹੀਂ ਆਉਂਦੀ ਕਿ ਦੂਸਰੇ ਧਰਮ ਵਾਲੇ ਨੂੰ 14% ਨੇ ਮੁਸਲਿਮ ਤਰਨ ਆਪਣੇ ਇੰਡੀਆ ਦੇ ਵਿੱਚ ਓਵਰਆਲ ਬੜੀ ਵੱਡੀ ਪਾਪੂਲੇਸ਼ਨ ਹੈ। ਉਸ ਇੱਕ ਕਮਿਊਨਿਟੀ ਨੂੰ ਪਰੇ ਕਰਕੇ ਰੱਖ ਦੇਣਾ ਤੇ ਚਾਹੇ ਉਹਨਾਂ ਨੂੰ ਜਗ੍ਹਾ ਵੱਖਰੀ ਦਿੱਤੀ ਵੀ ਗਈ ਹੈ। ਇੱਕ ਗੱਲ ਹੋਰ ਤਰਨ, ਤਾਰੀਖ 5 ਹੋਈ ਕਿਉਂ ਚੁਣੀ ਗਈ ਹੈ? ਅਗਸਤ 5 ਕਿਉਂ ਚੁਣੀ ਗਈ ਹੈ? ਮੈਨੂੰ ਇਉਂ ਲੱਗਦਾ ਕਿ ਇਹਦੇ ਵਿੱਚ ਵੀ ਕੁਝ ਸਿਆਸੀ ਰੰਗਤ ਹੈ, ਕਿਉਂਕਿ ਪਿਛਲੇ ਸਾਲ ਧਾਰਾ 370 ਜਦੋਂ ਬਾਰਿਸ਼ ਕੀਤੀ ਗਈ ਸੀ, ਉਹਨੂੰ ਵੀ 1 ਸਾਲ ਪੂਰਾ ਹੋ ਗਿਆ ਹੈ। ਇਹ ਕਿਉਂਕਿ ਅੱਜ ਜਿਹੜੀ ਸਾਰੀ ਕੰਸਨਟ੍ਰੇਸ਼ਨ ਆ, ਸਾਰੇ ਮੀਡੀਆ ਦੀ ਕੰਸਨਟ੍ਰੇਸ਼ਨ ਹੈਗੀ ਆ, ਇੰਸਟੈਡ ਆਫ ਕਸ਼ਮੀਰ ਦੇ ਉੱਤੇ ਕੰਸਨਟ੍ਰੇਸ਼ਨ ਸਾਰੀ ਰਾਮ ਮੰਦਿਰ ਦੇ ਉੱਤੇ ਚਲੀ ਗਈ ਆ। ਔਰ ਇਹਨਾਂ ਨੇ ਇੱਕ ਤੀਰ ਦੇ ਨਾਲ 2 ਸ਼ਿਕਾਰ ਖੇਡੇ ਨੇ। ਉਹਨਾਂ ਜਿਹੜਾ ਕਸ਼ਮੀਰ ਦੀ ਕੋਈ ਗੱਲ ਹੋ ਵੀ ਨਹੀਂ, ਕਿਸੇ ਪਾਸੇ ਆ ਵੀ ਨਹੀਂ ਰਹੀ, ਉਹਦਾ ਕਿਤੇ ਜ਼ਿਕਰ ਵੀ ਨਹੀਂ ਹੋ ਰਿਹਾ। ਹਰ ਜਗ੍ਹਾ ਤੇ, ਹਰ ਮੀਡੀਆ ਦੇ ਉੱਤੇ, ਹਰ ਸਾਰੇ ਇੰਡੀਅਨ ਚੈਨਲ ਦੇ ਉੱਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਈਵਨ ਵਿਦੇਸ਼ਾਂ ਦੇ ਵਿੱਚ ਵੀ ਤਰਨ, ਜਿੱਥੇ ਵੀ ਸਾਡੀ ਹਿੰਦੂ ਕਮਿਊਨਿਟੀ ਬੈਠੀ ਹੈ, ਉਹਨਾਂ ਨੇ ਖੁਸ਼ੀਆਂ ਮਨਾਈਆਂ ਨੇ, ਵਧਾਈਆਂ ਦਿੱਤੀਆਂ ਨੇ, ਮਿਠਾਈਆਂ ਵੰਡੀਆਂ ਗਈਆਂ ਨੇ। ਔਰ ਜਿਹੜੀ ਦੂਸਰੀ ਖਬਰ ਹੈ ਉਹ ਬਿਲਕੁਲ ਪਿੱਛੇ ਚਲੀ ਗਈ ਹੈ ਤਰਨ। ਬਿਲਕੁਲ ਕਹਿੰਦੇ ਜੀ ਸਬਕੇ ਰਾਮ ਸਭ ਮੇ ਰਾਮ, ਇਹ ਸੰਦੇਸ਼ ਦਿੱਤਾ ਜੀ ਪ੍ਰਧਾਨ ਮੰਤਰੀ ਮੋਦੀ ਨੇ। ਉੱਥੇ ਹੀ ਗੱਲ ਕਰੀਏ, ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਹੈ ਤਾਂ US ਵਿੱਚ ਕੈਪੀਟਲ ਹਿੱਲ ਦੇ ਵਿੱਚ ਰਾਮ ਭਗਤਾਂ ਵੱਲੋਂ ਉੱਥੇ ਪੂਰੇ ਜਸ਼ਨ ਮਨਾਏ ਗਏ ਨੇ। ਜਸ਼ਨ ਮਨਾਉਣ ਦਾ ਉਹਨਾਂ ਦਾ ਬਣਦਾ ਵੀ ਹੈ ਜੀ। ਰਾਮ ਮੰਦਿਰ ਦੀ ਚਿਰਾਂ ਤੋਂ ਉਹਨਾਂ ਦੀ ਮੰਗ ਸੀਗੀ, ਜਿਹੜੀ ਕਿ ਪੂਰੀ ਹੋ ਚੁੱਕੀ ਹੈ। ਪਰ ਉੱਥੇ ਹੀ ਕੁਝ ਧਰਮ ਦੇ ਸਰ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੇ ਲਈ ਇਹ ਦਿਨ ਜਿਹੜਾ ਹੈ ਕੁਝ ਜ਼ਿਆਦਾ ਵਧੀਆ ਨਹੀਂ ਰਿਹਾ। ਓਵੈਸੀ ਚੀਜ਼ ਦੀ ਗੱਲ ਕਰੀਏ, ਉੱਥੋਂ ਦੇ ਬੇਬਾਕ ਆਪਦੀ ਰਾਏ ਰੱਖਦੇ
ਕਰਦੇ ਨੇ, ਆਪਣੇ ਬਿਆਨਾਂ ਨੂੰ ਲੈ ਕੇ ਬਹੁਤੀ ਵਾਰੀ ਇਹ ਕੰਟਰੋਵਰਸੀ ਦੇ ਵਿੱਚ ਰਹਿੰਦੇ ਨੇ। ਓਵੈਸੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜੋ ਅੱਜ ਨੀਂਹ ਪੱਥਰ ਰੱਖਿਆ ਗਿਆ, ਇਹ ਦੇਸ਼ ਦੇ ਸੈਕੂਲਰਿਜ਼ਮ ਨੂੰ ਅੱਜ ਤੋਂ ਇਸ ਦਾ ਅੰਤ ਹੋਣਾ ਸ਼ੁਰੂ ਹੋ ਚੁੱਕਿਆ ਹੈ। ਇਹ ਗੱਲ ਸਹੀ ਹੈ ਤਰਨ, ਕਿਉਂਕਿ ਧਰਮ ਦੇ ਵਿੱਚ ਜਦੋਂ ਤੁਸੀਂ ਆਪਾਂ ਕੁਝ ਪ੍ਰੋਗਰਾਮ ਪਹਿਲਾਂ ਗੱਲ ਕੀਤੀ ਸੀਗੀ ਕਿ ਪ੍ਰਾਈਮ ਮਿਨਿਸਟਰ ਸਾਰੇ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੈ, ਸਾਰੀ ਆਬਾਦੀ ਦਾ ਪ੍ਰਾਈਮ ਮਿਨਿਸਟਰ ਹੈ। ਪ੍ਰਾਈਮ ਮਿਨਿਸਟਰ ਇੱਕ ਧਰਮ ਦਾ ਪ੍ਰਾਈਮ ਮਿਨਿਸਟਰ ਨਹੀਂ ਹੈ। ਰੀਜ਼ਨ ਬਿਕਾਜ਼ ਇੰਡੀਆ ਸਟਿਲ ਇਜ਼ ਅ ਸੈਕੂਲਰ ਕੰਟਰੀ ਇਨ ਦ ਕਨਸਟੀਟਿਊਸ਼ਨ। ਇਹ ਗੱਲ ਵੱਖਰੀ ਹੈ ਕਿ ਇਹਨਾਂ ਦੀ ਜਿਹੜੀ ਰੂਲਿੰਗ ਪਾਰਟੀ ਹੈ ਇਹਦੀ ਸੋਚ ਕੁਝ ਹੋਰ ਪਾਸੇ ਨੂੰ ਜਾਂਦੀ ਹੈ, ਪਰ ਸਟਿਲ ਇੰਡੀਆ ਇਜ਼ ਅ ਸੈਕੂਲਰ ਕੰਟਰੀ, ਧਰਮ ਨਿਰਪੇਖ ਰਾਜ ਹੈਗਾ। ਇਹਦੇ ਤੇ ਜਿਹੜਾ ਸਾਡੇ ਸਿਆਸਤ ਹੈ, ਸਿਆਸਤਦਾਨਾਂ ਨੂੰ ਪਰੇ ਰਹਿਣਾ ਚਾਹੀਦਾ ਸੀ। ਇਹ ਧਾਰਮਿਕ ਕੋਈ ਗੱਲ ਹੁੰਦੀ ਹੈ, ਠੀਕ ਹੈ। ਕੀ ਹੁਣ ਤਰਨ ਹੁਣੇ ਮੇਰੇ ਦਿਮਾਗ 'ਚ ਗੱਲ ਆਈ ਹੈ ਤਰਨ, ਕੱਲ ਜਦੋਂ ਜਿਹੜੀ ਬਾਬਰੀ ਮਸਜਿਦ ਦੀ ਜਗ੍ਹਾ ਬਣਾਈ ਗਈ ਹੈ, ਕਿ ਜੇ ਉਹ ਲੋਕ ਕਹਿਣਗੇ ਅਸੀਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਸੱਦਣਾ ਚਾਹੁੰਦੇ ਹਾਂ, ਕੀ ਇੰਡੀਆ ਅਲਾਉ ਕਰੇਗਾ? ਕੀ ਇੱਥੋਂ ਦੀ ਜਨਤਾ ਅਲਾਉ ਕਰੇਗੀ ਇਸ ਗੱਲ ਵਾਸਤੇ ਵੀ ਅਸੀਂ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਲੈ ਕੇ ਆਉਣਾ? ਆਈ ਡੋਂਟ ਥਿੰਕ ਸੋ। ਉੱਥੇ ਜਿੱਥੇ ਵੀ ਇਹ ਜਿਹੀਆਂ ਗੱਲਾਂ ਨੇ, ਇਹ ਧਾਰਮਿਕ ਆਗੂਆਂ ਤੇ ਹੀ ਛੱਡ ਦੇਣੀਆਂ ਚਾਹੀਦੀਆਂ ਨੇ। ਇਹਨੂੰ ਸਿਆਸਤੀ ਰੰਗਣ, ਠੀਕ ਹੈ। ਪ੍ਰੋਬਲਮ ਇਹ ਹੈ ਤਰਨ, ਵੋਟਾਂ ਲੈਣੀਆਂ ਨੇ, ਵੋਟ ਬੈਂਕ ਬਹੁਤ ਵੱਡਾ ਹੈਗਾ, ਇਹ ਉਸ ਵੋਟ ਬੈਂਕ ਨੂੰ ਠੋ ਰਹੇ ਨੇ। ਪਰ ਇਉਂ ਨਾ ਸਮਝਿਆ ਜਾਵੇ ਕਿ ਸਾਰੀ ਦੀ ਸਾਰੀ ਹਿੰਦੂ ਕਮਿਊਨਿਟੀ ਇਸ ਗੱਲ ਦੇ ਉੱਤੇ ਖੁਸ਼ ਹੈ, ਬਿਲਕੁਲ ਨਹੀਂ ਹੈ ਜੀ। ਇਹਦੇ ਵਿੱਚ ਵੀ ਅਜੇ ਲੋਕੀ ਇਸ ਗੱਲਾਂ ਤੋਂ ਡਰ ਰਹੇ ਨੇ। ਜਿਹੜੇ ਸੈਕੂਲਰ ਸੋਚ ਵਾਲੇ ਲੋਕ ਹੈਗੇ ਨੇ, ਉਹਨਾਂ ਦੇ ਮੁਤਾਬਕ ਹਜੇ ਵੀ ਇਹ ਬਹੁਤੀ ਗੱਲ ਠੀਕ ਨਹੀਂ ਹੋਈ ਹੈ ਤਰਨ। ਬਿਲਕੁਲ ਸਰ, ਪ੍ਰਧਾਨ ਮੰਤਰੀ ਮੋਦੀ ਦਾ ਇਹ ਵੀ ਕਹਿਣਾ ਸੀ ਦ ਵੇਟ ਫॉर ਸੈਂਚੁਰੀਜ਼ ਇਜ਼ ਕਮਿੰਗ ਟੂ ਐਂਡ, ਮਤਲਬ ਕਿ ਰਾਮ ਮੰਦਿਰ ਦਾ ਨਿਰਮਾਣ ਦੀ ਗੱਲ ਹੋ ਰਹੀ ਸੀ, ਸਦੀਆਂ ਤੋਂ ਇਸ ਗੱਲ ਦੀ ਜਿਹੜੀ ਮੰਨੀ ਜਾ ਰਹੀ ਸੀ ਕਿ ਮੰਗ ਹੋਵੇ ਤੇ ਫਾਈਨਲੀ ਜਿਹੜੀ ਇਹ ਵੇਟ ਹੈ ਇਹ ਓਵਰ ਹੋ ਚੁੱਕੀ ਹੈ। ਮਤਲਬ ਕਿ ਭਗਵਾਨ ਰਾਮ ਸਿਰਫ ਅਯੋਧਿਆ 'ਚ ਹੀ ਵਸਦੇ ਆ, ਹੋਰ ਕਿਤੇ ਨਹੀਂ ਵਸਦੇ। ਤਰਨ ਇੱਕ ਗੱਲ ਹੋਰ ਵੀ ਹੈ, ਜੇ ਆਪਾਂ ਦੂਸਰੇ ਪਾਸੇ ਚੱਲੀਏ, ਕਨਸਟੀਟਿਊਸ਼ਨ ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਇਹ ਮੰਨਿਆ ਹੈ ਕਿ ਰਾਮ ਨਹੀਂ ਹੈਗੇ। ਇਹ ਗੱਲ ਲੀਗਲ ਤੌਰ ਤੇ ਮੰਨੀ ਗਈ ਹੈ, ਤੇ ਫਿਰ ਅਸੀਂ ਮੰਦਿਰ ਬਣਾ ਰਹੇ ਹਾਂ ਤੇ ਅਜਿਹੀਆਂ ਗੱਲਾਂ ਕਰ ਰਹੇ ਹਾਂ। ਇਹਦੇ 'ਚ ਬੜੀ ਕੰਟਰੋਵਰਸੀ ਆ ਜਾਂਦੀ ਹੈ, ਪਰ ਜਿੱਥੇ ਧਰਮ ਆ ਜਾਂਦਾ ਤਰਨ ਉਹਦੇ ਵਿੱਚ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ। ਧਰਮ ਦੇ ਵਿੱਚ ਆਰਗੂਮੈਂਟ ਨਹੀਂ ਹੈ। ਜਿਹੜੇ ਉਸ 'ਚ ਯਕੀਨ ਰੱਖਦੇ ਹੈਗੇ ਆ, ਉਹ ਉਹਨਾਂ ਦੇ ਵਾਸਤੇ ਇਹ ਠੀਕ ਹੈ ਕਰਨਾ। ਬਿਲਕੁਲ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਆਪਣੀ ਟੀਵੀ ਸਕਰੀਨ ਦੀ ਆਵਾਜ਼ ਥੋੜੀ ਜਿਹੀ ਪਲੀਜ਼ ਘਟਾ ਦਿਓ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ ਜੀ ਸਰ? ਅੱਛਾ ਜੀ, ਡਾਕਟਰ ਸਾਹਿਬ ਇੱਕ ਚੀਜ਼ ਦੱਸਿਓ ਭਈ, ਮੋਦੀ ਸਾਹਿਬ ਨੇ ਕਿਹਾ ਵੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਗੋਬਿੰਦ ਰਾਮਾਇਣ ਲਿਖੀ ਆ, ਇਹਦੇ ਬਾਰੇ ਯਾਰ ਚਾਨਣ ਪਾਓ। ਜੀ ਬਿਲਕੁਲ, ਇਸ ਮੁੱਦੇ ਦੇ ਉੱਤੇ ਵੀ ਜੀ ਗੱਲ ਕਰਨੇ ਵਾਲੇ ਸੀਗੇ। ਕਾਫੀ ਸਾਡੇ ਸਿੱਖ ਸਮਾਜ ਦੇ ਵਿੱਚ ਇਹ ਗੱਲ ਕਾਫੀ ਜ਼ਿਆਦਾ ਚੁੱਕੀ ਗਈ ਹੈ। ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇਸ ਤੋਂ ਇਲਾਵਾ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਨੀਂਹ ਪੱਥਰ ਰੱਖਿਆ ਗਿਆ? ਨਹੀਂ ਜੀ, ਬਸ ਇਹੋ ਵਿਚਾਰ ਹੋਣੇ ਚਾਹੀਦੇ ਨੇ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ 'ਚ ਕਾਲ ਕਰਨ ਲਈ। ਜੀ ਸਰ। ਗੱਲ ਇਉਂ ਹੈ, ਮੋਦੀ ਸਾਹਿਬ ਜੋ ਜੀ ਆਉਂਦਾ ਕਹਿੰਦੇ ਜੀ, ਟਰੰਪ ਸਾਹਿਬ ਜੋ ਜੀ ਆਉਂਦਾ ਕਹਿੰਦੇ ਨੇ, ਸਾਡੇ ਪੋਲੀਟੀਕਲ ਲੀਡਰਸ ਜੋ ਮਨ 'ਚ ਆਉਂਦਾ ਜੀ ਕਹਿੰਦੇ ਨੇ। ਔਰ ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਏਗਾ ਕਿ ਬਹੁਤ ਸਾਰੀਆਂ ਜਗ੍ਹਾਵਾਂ ਤੇ ਇੱਕ ਸਮਾਂ ਐਸਾ ਆ ਗਿਆ ਸੀਗਾ ਜਿੱਥੇ RSS ਕਹਿੰਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਨੇ। ਗੁਰੂ ਗ੍ਰੰਥ ਸਾਹਿਬ ਸਭ ਦੇ ਨੇ, ਸਾਂਝੇ ਨੇ। ਹਾਂ, ਜਿਹੜੀ ਪੋਲੀਟੀਕਲ ਰੰਗਤ ਦੇ ਵਿੱਚ ਜਿਹੜੇ ਬਿਆਨ ਤੁਸੀਂ ਗੱਲ ਕੀਤੀ ਹੈ ਮੋਦੀ ਸਾਹਿਬ ਦੀ, ਮੈਂ ਇਹਦੇ ਨਾਲ ਕੋਈ ਬਹੁਤ ਸਹਿਮਤ ਨਹੀਂ ਹਾਂ ਜੀ। ਹੋ ਸਕਦਾ ਕੁਝ ਆਪਣੇ ਲੋਕ ਸਹਿਮਤ ਹੋਣਗੇ, ਜੇ ਆਪਾਂ ਬਾਦਲ ਪਰਿਵਾਰ ਨੂੰ ਪੁੱਛ ਲਈਏ ਸ਼ਾਇਦ ਉਹ ਇਸ ਦੇ ਨਾਲ ਸਹਿਮਤ ਹੋਣਗੇ ਜੀ, ਤੇ ਮੈਨੂੰ ਨਹੀਂ ਲੱਗਦਾ ਆਪਣੀ ਬਹੁਤੀ ਜਿਹੜੀ ਸਿੱਖ ਕਮਿਊਨਿਟੀ ਹੈ ਇਸ ਨਾਲ ਸਹਿਮਤ ਹੋਏਗੀ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਇੱਕ ਬਹੁਤ ਹੀ ਵਧੀਆ ਬੁਲਾਰੇ ਮੰਨੇ ਗਏ ਨੇ ਕਿ ਭੀੜ ਨੂੰ ਬਹੁਤ ਹੀ ਛੇਤੀ ਆਕਰਸ਼ਿਤ ਕਰ ਲੈਂਦੇ ਨੇ। ਪਰ ਸਰ ਜਦੋਂ ਇਹਨਾਂ ਦੇ ਕੋਈ ਇਤਿਹਾਸਿਕ ਜਦੋਂ ਕੋਈ ਗੱਲ ਹੁੰਦੀ ਹੈ ਨਾ, ਹਿਸਟਰੀ ਨਾਲ ਰੈਲੇਵੈਂਟ, ਹਮੇਸ਼ਾ ਉਹਨਾਂ ਦੇ ਜਿਹੜੀ ਵੀ ਬਿਆਨਬਾਜ਼ੀ ਹੁੰਦੀ ਹੈ, ਜਿਹੜੇ ਵੀ ਤੱਥ ਹੁੰਦੇ ਆ, ਹਮੇਸ਼ਾ ਉਹ ਤੱਥ ਤੋੜ ਮਰੋੜ ਕੇ ਪੇਸ਼ ਕੀਤੇ ਜਾਂਦੇ ਆ। ਤੋੜ ਮਰੋੜ ਦੇ ਛੱਡੋ ਪਰੇ ਤਰਨ, ਐਸੇ ਦੋ ਬੰਦਿਆਂ ਦੀਆਂ ਇਕੱਠੀਆਂ ਗੱਲਾਂ ਕਰਦੇ ਨੇ ਜਿਹੜੇ ਕਿ ਆਪਸ ਵਿੱਚ 100 ਸਾਲ ਦਾ ਫਰਕ ਹੈਗਾ। ਇੱਕ ਉਦੋਂ ਪੈਦਾ ਹੋਇਆ ਤੇ ਇੱਕ ਦੀ ਪੂਰੀ ਉਮਰ ਲੰਘੀ ਹੋਈ ਹੈ। ਇਹ ਉਹਨਾਂ ਦੀਆਂ ਮੁਲਾਕਾਤਾਂ ਕਰਵਾ ਕੇ ਉਹਨਾਂ ਦੇ ਵਿਚਾਰ ਵਟਾਂਦਰਾ ਕਰਵਾ ਰਹੇ ਆ। ਜੀ ਬਿਲਕੁਲ ਸਰ, ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ, ਨਾਲ ਹੀ ਆਪਣੇ ਦਰਸ਼ਕਾਂ ਦੇ ਸਵਾਲਾਂ ਦੇ ਵੀ ਜਵਾਬ ਲਵਾਂਗੇ। ਤੇ ਇੱਕ ਛੋਟਾ ਜਿਹਾ ਇੱਥੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਤੇ ਖਬਰਾਂ ਅਜੇ ਹੋਰ ਵੀ ਬਹੁਤ ਨੇ, ਦੇਖਦੇ ਰਹੋ ਹਮਦਰ ਟੀਵੀ। ਬੈਸਟ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚੋਂ ਇੱਕ, ਕੀ ਤੁਸੀਂ ਕੈਨੇਡਾ ਵਿੱਚ ਵਰਕ ਪਰਮਿਟ, ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਨੈਨੀ ਕੇਅਰਗਿਵਰ ਜਾਂ ਕਿਸੇ ਹੋਰ ਪਰਮਿਟ ਤੇ ਕੈਨੇਡਾ ਵਿੱਚ ਆਏ ਹੋ ਅਤੇ PR ਪ੍ਰੋਸੈਸ ਨੂੰ ਲੈ ਕੇ ਪਰੇਸ਼ਾਨ ਹੋ? ਕੀ ਤੁਹਾਡੇ ਪੁਆਇੰਟਸ ਨਹੀਂ ਬਣ ਪਾ ਰਹੇ?
ਤਾਂ ਮੈਨੀਟੋਬਾ ਵਿੱਚ ਤੁਹਾਡੇ ਲਈ ਹੈ ਵਧੀਆ ਅਪਰਚੂਨਿਟੀ। ਵਧੇਰੇ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ICCRC CRCIC ਤੋਂ ਮਾਨਤਾ ਪ੍ਰਾਪਤ ਵਰਲਡ ਗੇਟਵੇ ਇਮੀਗ੍ਰੇਸ਼ਨ ਦੇ ਜ਼ੋਰਾ ਸਿੰਘ ਕਹਿਣ ਦੇ ਨਾਲ ਫੋਨ ਨੰਬਰ ਭਾਰਤ ਲਈ 01191 77176 65731 ਅਤੇ ਮੈਨੀਟੋਬਾ ਲਈ +1 204 295 4449। ਗਾਇਤਰੀ ਆਯੁਰਵੈਦਾ ਨੈਚੁਰਲ ਵੈਲਨੈਸ ਸੈਂਟਰ। ਜੇਕਰ ਤੁਹਾਨੂੰ ਵੀ ਹੈ ਕਿਸੇ ਵੀ ਪ੍ਰਕਾਰ ਦੀ ਸਰੀਰਕ ਜਾਂ ਫਿਰ ਮਾਨਸਿਕ ਪਰੇਸ਼ਾਨੀ ਅਤੇ ਦਵਾਈਆਂ ਖਾਣ ਦੇ ਬਾਵਜੂਦ ਨਹੀਂ ਪੈ ਰਿਹਾ ਕੋਈ ਵੀ ਫਰਕ, ਤਾਂ ਘਬਰਾਉਣ ਦੀ ਲੋੜ ਨਹੀਂ। ਇੱਕ ਵਾਰ ਡਾਕਟਰ ਗਾਇਤਰੀ ਕਾਲੀਆ ਨੂੰ ਜ਼ਰੂਰ ਮਿਲੋ। ਹਾਈਲੀ ਕੁਆਲੀਫਾਈਡ ਐਂਡ ਐਕਸਪੀਰੀਐਂਸਡ ਆਯੁਰਵੈਦਾ ਡਾਕਟਰ, MD PhD ਇਨ ਆਯੁਰਵੈਦਾ, 18 ਸਾਲ ਤੋਂ ਵੱਧ ਦਾ ਤਜਰਬਾ। ਵੈਲਕਮ ਟੂ ਗਾਇਤਰੀ ਆਯੁਰਵੈਦਾ ਨੈਚੁਰਲ ਵੈਲਨੈਸ ਸੈਂਟਰ। ਇੱਥੇ ਅਸੀਂ ਪਿਓਰ ਆਯੁਰਵੈਦਿਕ ਆਥੈਂਟਿਕ ਹਰਬਲ ਟ੍ਰੀਟਮੈਂਟ ਕਰਦੇ ਹਾਂ। ਸਾਈਡ ਇਫੈਕਟ ਫ੍ਰੀ ਟ੍ਰੀਟਮੈਂਟ ਹੈਗਾ ਤੇ ਪੰਚਕਰਮਾ ਥੈਰੇਪੀਜ਼ ਨਾਲ ਡੀਟੌਕਸ ਵੀ ਕਰਦੇ ਹਾਂ। ਸੋ ਆਪਣੀ ਕਿਸੇ ਵੀ ਸਿਹਤ ਸੰਬੰਧੀ ਸਮੱਸਿਆ ਤੋਂ ਛੁਟਕਾਰਾ ਪਾਓ, ਉਹ ਵੀ ਪਿਓਰ ਹਰਬਲ ਤਰੀਕੇ ਦੇ ਨਾਲ, ਬਿਨਾਂ ਕਿਸੇ ਸਾਈਡ ਇਫੈਕਟ ਤੋਂ। ਗਾਇਤਰੀ ਆਯੁਰਵੈਦਾ ਨੈਚੁਰਲ ਵੈਲਨੈਸ ਸੈਂਟਰ। ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸਰ ਗੱਲ ਕਰ ਰਹੇ ਸੀ ਅੱਜ ਰਾਮ ਮੰਦਿਰ ਦੇ ਉਦਘਾਟਨ ਦੀ। ਆਖਿਰਕਾਰ ਨੀਂਹ ਪੱਥਰ ਰੱਖ ਦਿੱਤਾ ਗਿਆ। ਕਾਫੀ ਉੱਥੇ ਸੰਤ ਸਮਾਜ ਵੀ ਪੁੱਜਿਆ ਹੋਇਆ ਸੀ, ਵੱਡੀ ਗਿਣਤੀ ਵਿੱਚ ਪੁੱਜ ਕੇ ਉੱਥੇ ਪੂਜਾ ਪਾਠ ਹੋਇਆ ਤੇ ਉਸ ਤੋਂ ਬਾਅਦ ਉਦਘਾਟਨ ਕੀਤਾ ਗਿਆ। ਸਰ ਦਿਨ ਚੁਣੀ ਗਈ 5 ਅਗਸਤ, ਤੁਸੀਂ ਵੀ ਇਸ ਦਾ ਰੀਜ਼ਨ ਦੱਸਿਆ। ਉੱਥੇ ਹੀ ਕਸ਼ਮੀਰ ਮੁੱਦੇ ਦੀ ਗੱਲ ਕਰੀਏ, ਲਗਭਗ 1 ਸਾਲ ਹੋ ਚੁੱਕਿਆ ਧਾਰਾ 370 ਹਟੀ ਨੂੰ। ਕਸ਼ਮੀਰ ਮੁੱਦੇ ਦੇ ਉੱਤੇ ਆਖਿਰਕਾਰ ਹੁਣ ਚੀਨ ਦਾ ਬਿਆਨ ਆਇਆ ਵਾ। ਚੀਨ ਦਾ ਕਹਿਣਾ ਹੈ ਕਿ ਇੰਡੀਆ ਨੇ ਜੋ JNK ਦੇ ਵਿੱਚ ਕੀਤਾ ਆ ਉਹ ਸਹੀ ਨਹੀਂ ਹੋਇਆ। ਹਾਂਜੀ, ਇਹ ਜਿਹੜੀ ਗੱਲ ਕੀਤੀ ਹੈ ਚਾਈਨਾ ਨੇ, ਬਹੁਤ ਵੱਡਾ ਬਿਆਨ ਆ ਤਰਨ। ਆਪਾਂ ਬਿਆਨ ਦੀ ਗੱਲ ਕਰਾਂਗੇ। ਕਾਲ ਆ ਗਈ ਹੈ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਰ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਮੈਂ ਕਹਿੰਦੇ ਬੋਲੇ ਨੇ ਸੈਕਰਮੈਂਟੋ ਤੋਂ ਬੋਲਦਾ, ਮੋਹਨ ਸਿੰਘ ਬੋਲਦਾ ਜੀ। ਮੈਂ ਨੱਤ ਸਾਹਿਬ ਨੂੰ ਕੁਐਸਚਨ ਕਰਦਾ ਸੀ ਕੀ ਇਹ ਜਿਹੜੇ ਰਾਮ ਆ ਇਹ ਸਿਰਫ ਭਾਰਤੀ ਜਨਤਾ ਪਾਰਟੀ ਤੋਂ ਹੋਰ ਪਾਰਟੀਆਂ ਨੇ ਇਨਵਾਈਟ ਕਿਉਂ ਨਹੀਂ ਕੀਤਾ ਹੈਗਾ? ਇਹ ਮੇਰਾ ਕੁਐਸਚਨ ਹੈ। ਦੈਟਸ ਆਲ ਜੀ। ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਦਿੰਦੇ ਹਾਂ ਜੀ ਤੁਹਾਨੂੰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸਰ ਇਹਨਾਂ ਦਾ ਵਿੱਚ ਮੈਨੂੰ ਪੂਰੀ ਸਮਝ ਨਹੀਂ ਕਿ ਕਿਹਾ ਰਾਮ ਸਿਰਫ ਭਾਰਤੀ ਜਨਤਾ ਪਾਰਟੀ ਦੀ ਉਹ ਗੱਲ ਕਰ ਰਹੇ ਸੀ ਕਿ ਇਹਨਾਂ ਦੇ ਨਾਲ ਹੀ ਜੁੜੇ ਹੋਏ ਨੇ। ਹਾਂਜੀ, ਨਹੀਂ ਜੀ, ਦੇਖੋ ਰਾਮਚੰਦਰ ਜੀ ਤਾਂ ਸਾਰੀ ਦੁਨੀਆ ਦੇ ਨੇ ਜੀ। ਦੇਖੋ ਕਿਸੇ ਇੱਕ ਪਾਰਟੀ ਦੇ ਨਾਲ ਸੰਬੰਧ ਨਹੀਂ, ਪਰ ਹਾਂ ਇੱਕ ਪਾਰਟੀ ਨੇ ਉਹਨਾਂ ਨੂੰ ਇੱਕ ਧੁਰਾ ਬਣਾ ਕੇ ਜਿਹੜੀ ਸਿਆਸਤ ਖੇਡੀ ਹੈਗੀ ਆ ਉਹ ਗਲਤ ਕੀਤੀ ਹੈ ਜੀ। ਉਹ ਠੀਕ ਨਹੀਂ ਹੈਗੀ। ਉਹ ਇੱਕ ਰਾਮ ਮੰਦਿਰ ਦਾ ਨਿਰਮਾਣ ਕਰਨਾ, ਔਰ ਮੈਂ ਹੋਪ ਕਰਦਾ ਜੀ ਕਿ ਹੁਣ ਤੋਂ ਅੱਗੇ ਜਨਤਾ ਪਾਰਟੀ ਨੇ BJP ਨੇ ਰੱਖ ਲਿਆ ਹੈਗਾ ਰਾਮ ਮੰਦਿਰ ਦਾ ਉਦਘਾਟਨ ਕਰਤਾ, ਨੀਂਹ ਪੱਥਰ ਰੱਖ ਰਿਹਾ ਜੀ, ਤੇ ਰਾਮ ਰਾਜ ਨੂੰ ਫੋਲੋ ਕਰੇਗੀ। ਜੇ ਰਾਮ ਰਾਜ ਨੂੰ ਫੋਲੋ ਨਹੀਂ ਕਰਨਾ ਤਾਂ ਮੰਦਿਰ ਬਣਾ ਕੇ ਕੀ ਕਰਨਾ? ਤੁਸੀਂ ਇਕੱਲੀ ਸਿਆਸਤ ਵੀ ਖੇਡ ਰਹੇ ਹੋ, ਲੋਕਾਂ ਦੇ ਤੁਸੀਂ ਜਜ਼ਬਾਤਾਂ ਨਾਲ ਖੇਡ ਰਹੇ ਹੋ। ਸੋਚਣ ਵਾਲੀ ਗੱਲ ਇਹ ਹੈ ਕਿ ਆਹ ਸਮਾਂ ਜਿਹੜਾ ਹੈਗਾ, ਮੈਂ ਧਾਰਮਿਕ ਰੰਗਣ ਤੋਂ ਪਰੇ ਨਹੀਂ ਜਾ ਰਿਹਾ, ਆਹ ਸਮਾਂ ਹਸਪੀਟਲਸ ਬਣਾਉਣ ਦਾ, ਆਹ ਸਮਾਂ ਡਾਕਟਰਸ ਨੂੰ ਤਨਖਾਹਾਂ ਦੇਣ ਦਾ, ਆਹ ਸਮਾਂ ਜਿਹੜੇ PPE ਕਿਟਸ ਹੈਗੇ ਨੇ ਉਹਦਾ ਸਮਾਂ ਹੈਗਾ। ਮੰਦਿਰ ਤਾਂ ਫੇਰ ਵੀ ਬਣ ਸਕਦਾ ਸੀ, ਮੰਦਿਰ ਬਣਦੇ ਰਹਿਣਗੇ, ਕੋਈ ਐਸੀ ਗੱਲ ਨਹੀਂ ਹੈ। ਪਰ ਇਸ ਵੇਲੇ ਜਿਹੜੀ ਤੁਹਾਡੀ ਜਨਤਾ ਹੈਗੀ ਆ ਉਹ ਭੁੱਖੀ ਮਰ ਰਹੀ ਹੈ। ਕਰੋਨਾ ਵਾਇਰਸ ਦਾ ਜਿਹੜਾ ਪ੍ਰਕੋਪ ਹੈ ਉਹ ਤੁਹਾਡੇ ਕੰਟਰੋਲ 'ਚ ਨਹੀਂ ਹੈਗਾ। ਉਸ ਤੁਹਾਡੇ ਵੱਡੇ ਲੀਡਰ ਇਸ ਵੇਲੇ ਜੀ, ਅਮਿਤ ਸ਼ਾਹ, ਉਹ ਜਿਹੜਾ ਨੰਬਰ 2 ਇਨ ਦਾ ਗਵਰਨਮੈਂਟ ਹੈ, ਉਹਨੂੰ COVID-19 ਹੋਇਆ ਔਰ ਕਈ ਮਿਨਿਸਟਰਸ ਨੂੰ ਹੋਇਆ, ਕਈਆਂ ਦੀ ਡੈਥ ਹੋ ਗਈ ਹੈ। ਜੇ ਇਹ ਸਾਲ ਤੱਕ ਪਹੁੰਚ ਗਿਆ ਤੇ ਤੁਸੀਂ ਮੰਦਿਰਾਂ ਦੀ ਸੈਲੀਬ੍ਰੇਸ਼ਨ ਕਰ ਰਹੇ ਹੋ, ਇਹ ਪੋਸਟਪੋਨ ਵੀ ਕੀਤੀ ਜਾ ਸਕਦੀ, ਕੰਟਰੋਲ ਵੀ ਕੀਤਾ ਜਾ ਸਕਦਾ। ਕੰਟਰੋਲ ਕਰਕੇ ਤੁਸੀਂ ਸੈਲੀਬ੍ਰੇਟ ਕਰਦੇ, ਦੋਨਾਂ ਚੀਜ਼ਾਂ ਦਾ ਕਰਦੇ। ਮੈਂ ਦੁਬਈ ਦੀ ਇੱਕ ਵੀਡੀਓ ਦੇਖੀ ਹੈ ਤਰਨ, ਉਹਨਾਂ ਨੇ ਸੈਲੀਬ੍ਰੇਟ ਕੀਤਾ ਆਫਟਰ ਕੰਟਰੋਲਿੰਗ COVID-19। ਇੰਨੀ ਬਿਊਟੀਫੁਲ ਵੀਡੀਓ ਹੈ, ਪਰ ਉਹਨਾਂ ਨੇ ਇਹ ਆਪਣੇ ਨੈਟ ਦੇ ਉੱਤੇ ਹੈਗੀ ਜੀ, ਦੇਖੀ ਜਾ ਸਕਦੀ। ਉਹਨਾਂ ਨੇ ਕੰਟਰੋਲ ਕਰਨ ਤੋਂ ਬਾਅਦ ਸੈਲੀਬ੍ਰੇਟ ਕੀਤਾ। ਸਾਡੇ ਤਾਂ ਲੋਕਾਂ ਨੂੰ ਭੁੱਖ ਰੋਟੀ ਨਹੀਂ ਮਿਲਦੀ 2 ਡੰਗ ਦੀ। ਅਸੀਂ ਇਸ ਪਾਸੇ ਤੁਰੇ ਹੋਏ ਹਾਂ। ਅਸੀਂ ਇੱਕ ਐਡੀ ਵੱਡੀ ਮੂਰਤੀ ਬਣਾ ਦਿੱਤੀ ਹੈ ਕਿ ਅਸੀਂ ਕਹਿੰਦੇ ਸਾਡੀ ਦੁਨੀਆ 'ਚ ਸਭ ਤੋਂ ਵੱਡੀ ਮੂਰਤੀ ਹੈਗੀ ਆ, ਖਾਣ ਨੂੰ ਸਾਡੇ ਰੋਟੀਆਂ ਨਹੀਂ, ਲੋਕਾਂ ਦੇ ਸਿਰ ਤੇ ਛੱਤ ਨਹੀਂ। ਕਿ ਤੁਸੀਂ ਕਿਹੜੇ ਪਾਸੇ ਨੂੰ ਜਾ ਰਹੀ ਹੈ ਸਾਡੀ ਸਰਕਾਰ? ਔਰ ਇਸ ਵੇਲੇ ਹਸਪੀਟਲ ਬਣਾਉਣ ਦਾ ਟਾਈਮ ਸੀਗਾ, ਮੰਦਿਰ ਦਾ ਨਹੀਂ। ਠੀਕ ਹੈ, ਮੰਦਿਰ ਬਣ ਗਿਆ। ਆਈ ਹੋਪ ਜਿਹੜੇ ਰਾਮਚੰਦਰ ਜੀ ਦੀਆਂ ਜੋ ਕੁਝ ਉਹ ਕਹਿੰਦੇ ਸੀਗੇ, ਉਹਨਾਂ ਨੇ ਜੋ ਕੀਤਾ ਆਪਦੀ ਜ਼ਿੰਦਗੀ 'ਚ, ਇਹ ਉਹੀ ਕਰਨ। ਇਹ ਤਾਂ ਪਹਿਲਾਂ ਹੀ ਜੀ ਸਾਨੂੰ ਇੱਕੋ ਇੱਕ ਪ੍ਰਾਈਮ ਮਿਨਿਸਟਰ ਹੈਗਾ ਦੁਨੀਆ ਦੇ ਵਿੱਚ ਜਿਹਨੂੰ ਆਪਣੀ ਡਿਗਰੀ ਲੋਕਾਂ ਦੇ ਵਿੱਚ ਲਿਆ ਕੇ ਦਿਖਾਉਣੀ ਪਈ ਹੈ। ਇਮੈਜਿਨ ਕਰੋ, ਕਿਸੇ ਨੇ ਕੋਈ ਹੁਣ ਤੱਕ ਡਿਗਰੀ ਨਹੀਂ ਦਿਖਾਈ, ਮੋਦੀ ਸਾਹਿਬ ਨੂੰ ਆ ਕੇ ਦਿਖਾਉਣੀ ਪਈ ਹੈ ਕਿ ਆਹ ਮੇਰੀ ਡਿਗਰੀ ਹੈਗੀ ਹੈ। ਹੋ ਸਕਦਾ ਉਹਦੇ 'ਚ ਕੋਈ ਸੱਚ ਨਾ ਹੋਵੇ,
ਇਹਨਾਂ ਨੇ ਦੋ ਥਾਵਾਂ ਦੇ ਉੱਤੇ ਸਾਈਨ ਕੀਤੇ ਨੇ ਜੀ। ਇੱਕ ਜਗ੍ਹਾ ਤੇ ਸਾਈਨ ਕੀਤੇ ਹੋਏ ਨੇ ਇਲੈਕਸ਼ਨ ਦੇ ਵੇਲੇ ਕਿ ਮੇਰੀ ਸ਼ਾਦੀ ਨਹੀਂ ਹੋਈ ਹੈ। ਇੱਕ ਜਗ੍ਹਾ ਤੇ ਸਾਈਨ ਕੀਤਾ ਕਿ ਮੇਰੀ ਵਾਈਫ ਹੈਗੀ ਆ। ਦੋ ਗੱਲਾਂ ਨੇ, ਇੱਕ ਠੀਕ ਹੈ ਇੱਕ ਗਲਤ ਹੈ, ਔਰ ਉਹਦੇ ਪਿੱਛੇ ਤੁਹਾਡੇ ਤੇ ਕੇਸ ਚੱਲ ਸਕਦਾ। ਅਸੀਂ ਫਿਰ ਵੀ ਉਹਨਾਂ ਨੂੰ ਮੰਨੀ ਜਾ ਰਹੇ ਹਾਂ। ਮੋਦੀ ਸਾਹਿਬ ਦੀ ਜਿਹੜੀ ਪਾਲਿਸੀ ਹੈ ਜੀ, ਚਾਹੇ ਕੁਝ ਵੀ ਹੈ, ਤੁਸੀਂ ਗੱਲ ਕੀਤੀ ਸੀਗੀ, ਓਰੇਟਰ ਬਹੁਤ ਤਕੜੇ ਨੇ, ਬਹੁਤ ਵਧੀਆ ਬੁਲਾ ਰਹੇ ਨੇ, ਸਹੀ ਜਦੋਂ ਬੋਲਦੇ ਲੋਕਾਂ ਨੂੰ ਮਗਰ ਲਾਉਂਦੇ ਨੇ ਔਰ ਲੋਕਾਂ ਨੂੰ ਸਵਾਲ ਕਰਦੇ ਨੇ ਕਿਉਂ ਬਈ ਐਂ ਹੈਗਾ, ਲੋਕੀ ਮਗਰ ਮੌਬਸ ਲੱਗੇ ਹੋਇਆ। ਇਸੇ ਕਰਕੇ ਇਹ ਸਰਕਾਰ ਬਣੀ ਹੋਈ ਹੈ। ਇਹ ਜਿਹੜਾ ਮੌਬ ਨੂੰ ਆਪਣੇ ਮਗਰ ਲਾਉਂਦੇ ਹੈਗੇ ਆ, ਮੌਬ ਬਿਨਾਂ ਸੋਚੇ ਸਮਝੇ ਲੱਗਦਾ ਮਗਰ ਕਿਵੇਂ ਆ ਜਦੋਂ ਧਰਮ ਦਾ ਪੱਤਾ ਖੇਡਿਆ ਜਾਂਦਾ। ਅਕਾਲੀਆਂ ਨੇ ਵੀ ਹੁਣ ਤੱਕ ਇਹੀ ਖੇਡਿਆ, ਇਹ ਵੀ ਹੁਣ ਇਹੀ ਖੇਡਣ ਲੱਗੇ ਹੋਏ ਨੇ ਜੀ। ਪਤਾ ਨਹੀਂ ਪ੍ਰਮਾਤਮਾ ਮਿਹਰ ਕਰੇ। ਰਾਮਚੰਦਰ ਜੀ ਦਾ ਜਿਹੜਾ ਮੰਦਿਰ ਦਾ ਉਦਘਾਟਨ ਹੋਇਆ, ਆਈ ਹੋਪ ਰਾਮਚੰਦਰ ਜੀ ਇਹਨਾਂ ਤੇ ਕਿਰਪਾ ਕਰਨ, ਇਹਨਾਂ ਨੂੰ ਸਮਤ ਬਖਸ਼ਣ, ਔਰ ਜਿਹੜੇ ਦੁਨੀਆ ਦੇ ਉੱਤੇ ਜਿਹੜੇ ਰਾਜ ਕਰ ਰਹੇ ਨੇ ਉਹ ਸੱਚੀ ਰਾਮ ਰਾਜ ਵਾਂਗੂ ਰਾਜ ਕੀਤਾ ਜਾਵੇ। ਬਿਲਕੁਲ ਜੀ, ਆਪਣੇ ਦਰਸ਼ਕਾਂ ਨੂੰ ਵੀ ਇਹੀ ਜ਼ਰੂਰ ਕਵਾਂਗੇ ਕਿ ਰਾਮ ਭਗਤ ਜ਼ਰੂਰ ਬਣੋ, ਪਰ ਕਿਸੇ ਪੋਲੀਟੀਸ਼ੀਅਨ ਦੇ ਮੋਦੀ ਭਗਤ ਜਾਂ ਅੰਧੇ ਭਗਤ ਨਾ ਬਣੋ। ਜਿੱਥੇ ਤੁਹਾਡਾ ਪੋਲੀਟੀਸ਼ੀਅਨ ਕੁਝ ਗਲਤ ਕਰਦਾ ਉਹਨੂੰ ਸਵਾਲ ਵੀ ਕਰੋ, ਤੁਹਾਡਾ ਇਹ ਰਾਈਟ ਹੈ ਕਹਿਣਾ। ਸਰ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਸਰੀ ਤੋਂ ਬੋਲ ਰਿਹਾ ਜੀ। ਜੀ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿੰਦਾ ਜਿਹੜੇ ਹੋ ਰਿਹਾ ਉਦਘਾਟਨ ਰਾਮ ਮੰਦਿਰ ਦਾ, ਤੁਹਾਡੇ ਨਾਲ ਸਾਹਿਬ ਗੱਲ ਕਰ ਰਹੇ ਰਾਮ ਰਾਜ ਦੀ ਜੀ। ਇਹ ਰਾਮ ਰਾਜ ਵਿੱਚ ਜੀ ਸੰਭੋਗ ਦਾ ਹੱਥ ਕੱਟ ਦਿੱਤੇ ਗਏ ਜੀ। ਤੁਹਾਨੂੰ ਰਾਮ ਰਾਜ ਨਹੀਂ, ਸਾਡਾ ਲੋਕ ਰਾਜ ਹੈ। ਲੋਕ ਰਾਜ ਵੀ ਸਾਨੂੰ, ਲੋਕ ਰਾਜ ਵੀ ਸਾਰੇ ਮਨੁੱਖ ਬਰਾਬਰ ਹੈ, ਸਾਰੀ ਮਨੁੱਖਤਾ ਨੂੰ ਬਰਾਬਰ ਦਾ ਧਰਮ ਆਪਣਾ ਧਰਮ ਸਭ ਨੂੰ ਮੁਬਾਰਕ ਹੋਵੇ। ਪਰ ਰਾਮ ਰਾਜ ਸਾਨੂੰ ਨਹੀਂ ਚਾਹੀਦਾ, ਸਾਨੂੰ ਚਾਹੀਦਾ ਲੋਕ ਰਾਜ ਜਿਹੜਾ ਕਿ ਸਾਡਾ ਸੰਵਿਧਾਨ ਹੈ ਇੰਡੀਆ ਦਾ। ਜੀ ਬਿਲਕੁਲ। ਮੇਰੇ ਹਿਸਾਬ ਨਾਲ ਰਾਮ ਰਾਜ ਦੀ ਗੱਲ ਕਰਨੀ ਹੀ ਗਲਤ ਹੈ। ਰਾਮ ਰਾਜ ਕੋਈ ਬਹੁਤ ਵਧੀਆ ਰਾਜ ਨਹੀਂ ਸੀਗਾ ਉਸ ਵੇਲੇ। ਉਸ ਵੇਲੇ ਵੀ ਗਰੀਬਾਂ ਨਾਲ ਅਤਿਆਚਾਰ ਹੁੰਦੇ ਸੀ। ਉਹ ਇਹ ਹੈ, ਇਹ ਰੈਕੋਰਡ ਦੱਸਦਾ ਇਹਨਾਂ ਦਾ ਇਤਿਹਾਸ ਦੇਖੋ ਪੜ੍ਹ ਕੇ। ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇੱਕ ਅਗਵਾਈ ਦੀ ਗੱਲ ਹੁੰਦੀ ਹੈ, ਇੱਕ ਯੋਗ ਨੇਤਾ ਦੀ ਗੱਲ ਹੁੰਦੀ ਹੈ, ਜਿਸ ਨੂੰ ਲੈ ਕੇ ਗੱਲ ਹੋ ਰਹੀ ਹੈ। ਕਿਸੇ ਹਿੰਦੂਇਜ਼ਮ ਜਾਂ ਇੱਥੇ ਕਿਸੇ ਅਲੱਗ ਕੰਟਰੀ ਜਾਂ ਅਲੱਗ ਦੇਸ਼ ਦੀ ਗੱਲ ਨਹੀਂ ਹੋ ਰਹੀ। ਇੱਕ ਯੋਗ ਅਗਵਾਈ ਦੀ ਇੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਉਸ ਤਰੀਕੇ ਦੀ ਅਗਵਾਈ ਜ਼ਰੂਰ ਹੋਣੀ ਚਾਹੀਦੀ ਹੈ। ਜੀ ਸਰ। ਤਰਨ ਰਾਮਚੰਦਰ ਜੀ ਬਾਰੇ ਇਹ ਕਿਹਾ ਜਾਂਦਾ ਕਿ ਮਰਿਆਦਾ ਪੁਰਸ਼ੋਤਮ ਸੀਗੇ। ਉਹਨਾਂ ਨੇ ਆਪਣੇ ਜੋ ਬਾਪ ਦਾ ਕਹਿਣਾ ਮੰਨਿਆ, ਉਹਦੇ ਪਿੱਛੇ ਉਹਨਾਂ ਨੂੰ ਬਨਵਾਸ ਕੱਟਣਾ ਪਿਆ ਸਾਲ ਦਾ। ਉਹਨਾਂ ਦੀ ਜਿਹੜੇ ਬਚਨ ਸੀਗੇ, ਸੀ ਰਘੁਕੁਲ ਸਦਾ ਚਲੀ ਆਈ ਪ੍ਰਾਣ ਜਾਏ ਪਰ ਵਚਨ ਨਾ ਜਾਈ, ਉਹਨਾਂ ਦੇ ਉੱਤੇ ਫੁੱਲ ਚੜਾਏ ਆ। ਉਹਨਾਂ ਨੇ ਆਪਣੀ ਮਾਤਾ ਦਾ ਸਤਿਕਾਰ ਕੀਤਾ ਵੀ ਜੋ ਉਹਦੀ ਕੰਡੀਸ਼ਨ ਸੀ, ਚਾਹੇ ਕੁਛ ਸੀਗਾ। ਅਖੀਰ ਚਾਹੇ ਬਾਅਦ ਵਿੱਚ ਵਾਪਸ ਆਏ ਨੇ, ਉਹਨਾਂ ਨੇ ਜਿਹੜੇ ਬੁਰਾਈ ਦੇ ਨਾਲ ਆਮ ਇਹ ਗੱਲ ਕੀਤੀ ਜਾਂਦੀ ਹੈ, ਜਿਹੜੀ ਦੁਸਹਿਰਾ ਮਨਾਇਆ ਜਾਂਦਾ, ਬਦੀ ਉੱਤੇ ਨੇਕੀ ਦੀ ਜਿੱਤ ਹੈ। ਇਹ ਜ਼ਰੂਰੀ ਨਹੀਂ ਹੈ ਕਿ ਮੈਂ ਇਸ ਗੱਲ ਨੂੰ ਮੰਨਦਾ ਹੋਵਾਂ। ਜਿਹੜੀਆਂ ਹਿਸਾਬ 'ਚ ਕਹਾਣੀਆਂ ਬਣੀਆਂ ਹੋਈਆਂ ਨੇ ਉਸ ਮੁਤਾਬਕ, ਔਰ ਚੰਗੀ ਐਗਜ਼ਾਮਪਲ ਦੇਣ ਵਾਸਤੇ ਸ਼੍ਰੀ ਰਾਮਚੰਦਰ ਦਾ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਵੱਡੇ ਭਰਾ ਸੀਗੇ, ਚੰਗੇ ਸੀਗੇ। ਸੋ ਮੈਂ ਅਜਿਹੀ ਗੱਲ ਕਰਨੀ ਚਾਹੁੰਦਾ ਜੀ। ਹਾਂ, ਲੋਕ ਰਾਜ ਹੈਗਾ, ਲੋਕ ਰਾਜ ਹੋਣਾ ਚਾਹੀਦਾ। ਲੋਕ ਰਾਜ ਹੈਗਾ ਵੀ ਪ੍ਰੋਬਲਮ ਹੁਣ ਇਹ ਹੈ ਜੀ, ਅਸੀਂ ਲੋਕ ਰਾਜ, ਮੈਂ ਨਹੀਂ ਜੀ ਕਹਿੰਦਾ, ਇਟਸ ਨਾਟ ਅ ਡੈਮੋਕ੍ਰੇਸੀ, ਇਟਸ ਅ ਡੰਗੋਕ੍ਰੇਸੀ। ਉੱਥੇ ਜਦੋਂ ਅਸੀਂ ਆਪਦੀ ਵੋਟ ਨੂੰ ਸਹੀ ਇਸਤੇਮਾਲ ਨਹੀਂ ਕਰਦੇ, ਮਜਬੂਰੀ ਬਸ ਪੈਸਿਆਂ ਬਸ ਸਾਡੀ ਵੋਟ ਦਾ ਮੁੱਲ ਪੈਂਦਾ, ਸਾਨੂੰ ਉਹ ਦਿੱਤੀ ਜਾਂਦੀ ਹੈ। ਬੰਦਾ ਗਰੀਬ ਆ, ਉਹਨੂੰ ਰੋਟੀ ਖਾਣ ਨੂੰ ਨਹੀਂ ਆ, ਉਹਨੂੰ 5000 ਰੁਪਈਆ ਵੀ ਦੇ ਦਿੱਤਾ ਜਾਂਦਾ। ਚਾਹੇ ਮੈਂ ਕਹਿੰਦਾ ਵੀ ਉਹਨੂੰ ਤੁਸੀਂ ਐਵਰੇਜ ਲਾਓ, ਦਿਹਾੜੀ ਦੇ 2 ਰੁਪਏ ਬਣਦੇ ਆ 5 ਸਾਲਾਂ ਦੇ ਵਿੱਚ, ਜੇ ਤੁਹਾਨੂੰ 5000 ਰੁਪਈਆ ਦਿੱਤਾ ਜਾਂਦਾ, ਤੁਸੀਂ 2 ਰੁਪਏ ਪਿੱਛੇ ਆਪਦੀ ਆਪ ਨੂੰ ਵੇਚਦੇ ਹੋ। ਪਰ ਇਹ ਗੱਲਾਂ ਹੈਗੀਆਂ ਨੇ, ਚੱਲਦੀਆਂ ਨੇ, ਦੀਜ਼ ਆਰ ਡਾਕੂਮੈਂਟਡ। ਔਰ ਲੋਕ ਰਾਜ ਉਦੋਂ ਹੋਏਗਾ ਜੀ ਜਦੋਂ ਹਰੇਕ ਨੂੰ ਆਪਦੀ ਮਰਜ਼ੀ ਨਾਲ ਵੋਟ ਪਾਉਣ ਦਾ ਹੱਕ ਹੋਏਗਾ। ਜਿਹੜਾ ਕਿ ਬੂਥ ਕੈਪਚਰਿੰਗ ਹੁੰਦੀ ਹੈ, ਆਪਾਂ ਨੂੰ ਇਸ ਗੱਲ ਦਾ ਪਤਾ, ਹੱਥਾਂ ਦੇ ਧੱਕਾ ਕੀਤਾ ਜਾਂਦਾ, ਸ਼ਰਾਬਾਂ ਵਿਕਦੀਆਂ ਨੇ, ਬਹੁਤ ਕੁਝ ਕੀਤਾ ਜਾਂਦਾ। ਉਹ ਲੋਕ ਰਾਜ ਨਹੀਂ ਹੈ, ਇਟਸ ਨਾਟ ਅ ਡੈਮੋਕ੍ਰੇਸੀ। ਬਿਲਕੁਲ ਜੀ ਸਰ। ਚੀਨ ਦੇ ਮੁੱਦੇ ਦੀ ਗੱਲ ਕਰੀਏ, ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣ ਦੇ 1 ਸਾਲ ਬਾਅਦ ਚੀਨ ਨੂੰ ਚੇਤੇ ਆ ਰਿਹਾ ਹੈ ਕਿ ਭਾਰਤ ਨੇ ਜੋ ਕੀਤਾ ਉਹ ਸਹੀ ਨਹੀਂ ਕੀਤਾ, ਉਹ ਗੈਰ ਕਾਨੂੰਨੀ ਹੈ। ਤਰਨ ਹੁਣ ਗੈਰ ਕਾਨੂੰਨੀ ਕਿਹਾ, ਪਰ ਪਿਛਲੀ ਵਾਰੀ ਜਦੋਂ ਧਾਰਾ 370 ਲਾਈ ਗਈ ਸੀ, ਤੋੜੀ ਗਈ ਸੀਗੀ, ਉਦੋਂ ਗੈਰ ਕਾਨੂੰਨੀ ਨਹੀਂ ਸੀ ਕਿਹਾ। ਉਦੋਂ ਇਹਨਾਂ ਨੇ ਗੱਲ ਕਹੀ ਸੀ ਕਿ ਠੀਕ ਨਹੀਂ ਹੈਗਾ। ਹੁਣ ਕਿਉਂਕਿ ਸਾਡੇ ਸਬੰਧ ਇੰਡੀਆ ਚਾਈਨਾ ਦੇ ਨਾਲ ਇੰਨੇ ਵਧੀਆ ਨਹੀਂ ਹੈਗੇ, ਤੇ ਪਾਕਿਸਤਾਨ ਦੇ ਨਾਲ ਚਾਈਨਾ ਸਬੰਧ ਅੱਗੇ ਨਾਲੋਂ ਮਜ਼ਬੂਤ ਹੋ ਰਹੇ ਨੇ ਜੀ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਇਹ ਗੱਲ ਹੈਗੀ ਆ,
ਇਲੀਗਲ ਕਿਉਂ ਹੈ? ਉਹ ਕਹਿੰਦੇ ਇੰਡੀਆ ਨੇ ਜੋ ਗੱਲ ਕੀਤੀ ਹੈ ਇਹ ਇੱਕ ਤਰਫਾ ਕੀਤੀ ਹੈ, ਆਪਦੀ ਮਰਜ਼ੀ ਦੇ ਨਾਲ ਕੀਤੀ ਹੈ, ਇਹ ਅਕੋਰਡਿੰਗ ਟੂ ਇੰਟਰਨੈਸ਼ਨਲ ਲਾਅ ਨਹੀਂ ਕੀਤੀ, ਇੰਟਰਨੈਸ਼ਨਲ ਕੋਰਟ ਦੇ ਵਿੱਚ ਨਹੀਂ ਗਿਆ, ਆਪਦੀ ਮਰਜ਼ੀ ਦੇ ਨਾਲ ਹੀ ਜੋ ਫੈਸਲਾ ਦੇਣਾ ਸੀ, ਜਿਹੜੇ ਆਪਦੀ ਮਰਜ਼ੀ ਨਾਲ ਫੈਸਲੇ ਦਿੱਤੇ ਜਾਂਦੇ ਆ ਉਹਨਾਂ ਦੇ ਮੁਤਾਬਕ, ਉਹ ਕਹਿੰਦੇ ਨੇ ਇਹ ਕੰਮ ਇਲੀਗਲ ਹੋਇਆ। ਜਿਹੜੇ ਕਿ ਚਾਈਨਾ ਨੂੰ ਅੱਗੇ ਗੱਲ ਉਹਨੇ ਹੋਰ ਕੀ ਹੈ ਕਿ ਪਾਕਿਸਤਾਨ ਦੇ ਨਾਲ ਜਿਹੜਾ ਝਗੜਾ ਹੈਗਾ ਉਹ ਆਪਦੇ ਨਾਲ ਬਹਿ ਕੇ ਸੁਲਝਾ ਲੈਣਾ ਚਾਹੀਦਾ। ਹਾਲਾਂਕਿ ਚਾਈਨਾ ਨੇ ਆਪਦੇ ਬਾਰੇ ਨਹੀਂ ਗੱਲ ਕੀਤੀ ਕਿ ਸਾਨੂੰ ਅਸੀਂ ਕਿਵੇਂ ਮਸਲਾ ਸਮਝਾਈਏ। ਜੀ ਬਿਲਕੁਲ ਸਰ, ਤੁਸੀਂ ਪਾਕਿਸਤਾਨ ਦੀ ਗੱਲ ਕੀਤੀ, ਉੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਵੀ ਬਿਆਨ ਵੀ ਆਇਆ, ਇੱਕ ਅਜਿਹਾ ਵਿਵਾਦਿਤ ਨਕਸ਼ਾ ਵੀ ਸਾਹਮਣੇ ਆਇਆ, ਕਿਹਾ ਜਾ ਰਿਹਾ ਕਿ ਅਸੀਂ ਕਸ਼ਮੀਰੀਆਂ ਦੇ ਨਾਲ ਆ। ਤਰਨ ਇਹ 1947-48 ਦੇ ਵਿੱਚ ਵੀ ਇਹ ਨਕਸ਼ਾ ਆਇਆ ਸੀਗਾ, ਜਿਹੜਾ ਹੁਣ ਉਹਦੇ ਵਿੱਚ ਜਿਹੜਾ ਸਾਡੇ ਗੁਜਰਾਤ ਦਾ ਹਿੱਸਾ ਤਾਂ ਕਸ਼ਮੀਰ ਸਾਰੇ ਦਾ ਸਾਰਾ ਪਾਕਿਸਤਾਨ ਦੇ ਨਵੇਂ ਮੈਪ ਦੇ ਵਿੱਚ ਆਇਆ ਹੈਗਾ ਜੀ, ਉਹ ਜਿਹਦੇ 'ਚ ਫੋਰਨ ਮਿਨਿਸਟਰ ਨੇ ਇਹ ਆਪਦਾ ਇਸ਼ੂ ਕੀਤਾ ਹੈਗਾ ਜੀ। ਔਰ ਇਹਦੇ ਵਿੱਚ ਤੁਸੀਂ ਉਹ ਦੇਖੋ ਜਿਹੜਾ ਆਜ਼ਾਦ ਕਸ਼ਮੀਰ ਹੈ, ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਤੇ ਇੰਡੀਆ ਵਾਲਾ ਕਸ਼ਮੀਰ ਹੈ, ਸਾਰੇ ਦਾ ਸਾਰਾ ਉਹ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਐਡ ਕੀਤਾ ਹੈ। ਜੇ ਹੁਣ ਉਹ 1948 ਵਾਲੀ ਜਗ੍ਹਾ ਤੇ ਚਲੇ ਜਾਂਦੇ ਨੇ ਤਾਂ ਸੋਚਣ ਵਾਲੀ ਗੱਲ ਇਹ ਕਿ 1948 ਤੋਂ ਬਾਅਦ ਦੋ ਬੜੇ ਵੱਡੇ ਸਮਝੌਤੇ ਹੋਏ ਨੇ। ਸ਼ਿਮਲਾ ਸਮਝੌਤਾ ਹੋਇਆ ਸੀਗਾ, ਇੱਕ ਉਸ ਤੋਂ ਬਾਅਦ ਹੋਰ ਸਮਝੌਤਾ ਹੋਇਆ ਸੀ 1980 ਵਿੱਚ, ਸ਼ਾਇਦ ਮੈਨੂੰ ਉਹਦਾ ਨਾਮ ਭੁੱਲ ਗਿਆ ਹੈਗਾ। ਜਿਹੜਾ ਉਸ ਤੋਂ ਪਹਿਲਾਂ 1960 ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਜਿਹੜਾ ਸਾਡਾ ਪਾਣੀਆਂ ਦਾ ਸਮਝੌਤਾ ਸੀਗਾ, ਜਿਸ 'ਚ ਜਿਹੜੀ ਤਿੰਨ ਦਰਿਆ ਵਾ ਉਹਨਾਂ ਦਾ ਪਾਣੀ ਉਹ ਪਾਕਿਸਤਾਨ ਵੱਲ ਜਾਣਾ ਸੀ, ਸਤਲੁਜ ਤੇ ਬਿਆਸ ਦਾ ਸਾਡੇ ਵੱਲ ਰਹਿਣਾ ਸੀਗਾ। ਜਿਹੜੀਆਂ ਉਹ ਸਾਡੀ ਸੌਦਾ ਹੋਇਆ ਸਾਡਾ ਸਮਝੌਤਾ ਹੈ, ਇਟ ਮੀਨਸ ਉਹ ਸੌਦਾ ਵੀ ਨਹੀਂ ਰਹਿ ਜਾਏਗਾ। ਜਿਹੜਾ ਸਾਡਾ ਜੇਹਲਮ ਚਨਾਬ ਵਾਲਾ ਪਾਣੀ ਦਾ ਇੰਦਸ ਰਿਵਰ ਵਾਲਾ ਜਿਹੜਾ ਸਾਡਾ ਉਹ ਸਮਝੌਤਾ ਹੈ ਉਹ ਵੀ ਨਹੀਂ ਰਹਿ ਜਾਏਗਾ। ਸੋ ਤੁਹਾਡਾ ਪਾਣੀ ਤੁਹਾਨੂੰ ਕਿੱਥੋਂ ਆਏਗਾ? ਜੇ ਅਜਿਹੀਆਂ ਗੱਲਾਂ ਤੇ ਜਾਣਾ ਤਾਂ ਬਹੁਤ ਕੁਝ ਪਿੱਛੇ ਜਾਏਗਾ। ਇਹ ਮੈਨੂੰ ਨਹੀਂ ਲੱਗਦਾ ਕਿ ਗੱਲ ਪਾਕਿਸਤਾਨ ਨੇ ਇਹ ਕੋਈ ਬਹੁਤ ਹੀ ਵਧੀਆ ਗੱਲ ਕੀਤੀ ਹੈ। ਔਰ ਇੰਨਾ ਵੱਡਾ ਇਲਾਕਾ, ਫਿਰ ਸੈਕੰਡਲੀ ਹੋਰ ਗੱਲ ਹੈਗੀ ਆ, ਜਿਹੜੇ ਕਸ਼ਮੀਰੀਜ਼ ਨੇ ਆਜ਼ਾਦ ਕਸ਼ਮੀਰ ਵਾਲਾ ਏਰੀਆ, ਉਹ ਆਜ਼ਾਦੀ ਚਾਹੁੰਦੇ ਨੇ, ਉਹ ਚਾਹੁੰਦੇ ਆ ਵੀ ਸਾਨੂੰ ਇੰਡੀਆ ਤੋਂ ਆਜ਼ਾਦ ਕੀਤਾ ਜਾਵੇ। ਜੇ ਉਹ ਆਜ਼ਾਦੀ ਚਾਹੁੰਦੇ ਪਾਕਿਸਤਾਨ ਤੋਂ ਵੀ ਆਜ਼ਾਦੀ ਚਾਹੁੰਦੇ ਨੇ, ਜੇ ਉਹ ਚਾਹੁੰਦੇ ਨੇ ਇਟ ਮੀਨਸ ਇਹਨਾਂ ਨੇ ਉਹਨਾਂ ਨੂੰ ਵੀ ਆਪਦੇ ਵਿੱਚ ਰਲਾ ਲਿਆ, ਆਜ਼ਾਦੀ ਤਾਂ ਉਹਨਾਂ ਦੀ ਚਲੇਗੀ। ਇਹ ਬੜੀ ਵੱਡੀ ਕੰਪਲਿਕੇਸ਼ਨ ਜਿਹੜੀ ਪਾਕਿਸਤਾਨ ਵਾਸਤੇ ਕ੍ਰੀਏਟ ਹੋਏਗੀ ਔਰ ਹੋ ਰਹੀ ਹੈ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਪਾਕਿਸਤਾਨ ਦੇ ਵਾਸਤੇ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਰਹੇਗੀ। ਬਿਲਕੁਲ, ਪਾਕਿਸਤਾਨ ਪਹਿਲਾਂ ਆਪਣੇ ਜੋ ਬਲੋਚਿਸਤਾਨ ਜਾਂ ਫਿਰ ਜੋ ਇਸ ਵਕਤ ਪੀਓਕੇ ਦੇ ਵਿੱਚ ਹੋ ਰਿਹਾ ਉਹਨੂੰ ਹੀ ਸੰਭਾਲ ਲਿਓ, ਉਹੀ ਵੱਡੀ ਗੱਲ ਹੈ। ਉਸ ਤੋਂ ਬਾਅਦ ਜਿਵੇਂ ਰਾਉਂਡ ਟੇਬਲ ਦੀ ਸਰ ਹਮੇਸ਼ਾ ਗੱਲ ਹੁੰਦੀ ਹੈ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਅਕਸਰ ਦੂਸਰੇ ਦੇਸ਼ ਵੀ ਵਿੱਚ ਆਪਣਾ ਜ਼ਰੂਰ ਰੋਲ ਨਿਭਾਉਣ ਲਈ ਪੈ ਜਾਂਦੇ ਨੇ, ਚਾਹੇ ਉਹ ਚਾਈਨਾ ਹੋਵੇ ਚਾਹੇ ਫਿਰ ਉਹ US ਹੋਵੇ, ਕਿ ਇਸ ਮੁੱਦੇ ਨੂੰ ਹੱਲ ਕਰਨ 'ਚ ਅਸੀਂ ਮੋਹਰੀ ਭੂਮਿਕਾ ਨਿਭਾ ਸਕਦੇ ਹਾਂ। ਨਵਾਜ਼ ਸ਼ਰੀਫ ਹੋਣ ਚਾਹੇ ਪਰਵੇਜ਼ ਮੁਸ਼ਰਫ ਹੋਣ, ਹਰੇਕ ਨਾਲ ਗੱਲਬਾਤ ਹੋਈ ਆ, ਰਾਉਂਡ ਟੇਬਲ ਮੀਟਿੰਗਸ ਹੋਈਆਂ ਨੇ, ਚਾਹੇ ਆਗਰਾ ਦੇ ਵਿੱਚ ਬਹਿ ਕੇ ਗੱਲ ਹੋਈ ਹੋਵੇ, ਪਰ ਕਦੇ ਵੀ ਕੋਈ ਮੁੱਦੇ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ। ਤਰਨ ਇਹਦੇ ਨਿਕਲਣ ਦੇ ਚਾਂਸਸ ਵੀ ਬੜੇ ਘੱਟ ਨੇ। ਰੀਜ਼ਨ ਕੀ ਹੈ? 1947 ਦੇ ਵਿੱਚ ਜਦੋਂ ਇੰਡੀਆ ਇੰਗਲੈਂਡ ਤੋਂ ਆਜ਼ਾਦ ਹੋਇਆ, ਉਸ ਵੇਲੇ ਪਾਕਿਸਤਾਨ ਤੇ ਇੰਡੀਆ ਦੋ ਕੰਟਰੀਜ਼ ਬਣੇ ਨੇ। ਜਿਹੜਾ ਕਸ਼ਮੀਰ ਵਾਲਾ ਏਰੀਆ ਹੈਗਾ ਇਹ ਆਜ਼ਾਦ ਸੀਗਾ। ਜਦੋਂ 48 ਦੇ ਵਿੱਚ ਕੋਈ ਘੁਸਪੈਠ ਹੋਣ ਲੱਗੀ ਹੈਗੀ ਆ, ਉਦੋਂ ਕਸ਼ਮੀਰ ਨੇ ਇੰਡੀਆ ਤੋਂ ਆਪਦੀ ਮਦਦ ਮੰਗੀ ਸੀ। ਪੰਡਿਤ ਨਹਿਰੂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਸਾਡੇ ਨਾਲ ਰਲੋਗੇ ਤਾਂ ਅਸੀਂ ਤੁਹਾਨੂੰ ਮਦਦ ਦੇਵਾਂਗੇ। ਜਿਹੜਾ ਉਸ ਵੇਲੇ ਫੈਸਲਾ ਕੀਤਾ ਗਿਆ ਸੀਗਾ, ਉਹ ਫੈਸਲਾ ਇਹ ਸੀਗਾ ਕਿ ਹਾਂ ਅਸੀਂ ਤੁਹਾਡੇ ਨਾਲ ਰਲਦੇ ਹਾਂ, ਪਰ ਜਿਵੇਂ ਬਾਅਦ ਦੇ ਵਿੱਚ ਜਿਹੜੀ ਆਵਾਮ ਹੈ ਉਹਦੇ ਤੋਂ ਵੋਟ ਪਾਈ ਜਾਵੇਗੀ ਕਿ ਤੁਸੀਂ ਪਾਕਿਸਤਾਨ ਨਾਲ ਰਲਣਾ ਚਾਹੁੰਦੇ ਹੋ ਜਾਂ ਤੁਸੀਂ ਇੰਡੀਆ ਨਾਲ ਰਲਣਾ ਚਾਹੁੰਦੇ ਹੋ। ਕਿਉਂਕਿ ਉਹਦਾ ਜਿਹੜੇ ਰਾਜੇ ਸੀਗੇ ਉਹ ਹਿੰਦੂ ਸੀਗੇ, ਧਰਮ ਨਾਲ ਸੰਬੰਧਿਤ ਸੀ, ਤੇ ਜਿਹੜੀ ਬਹੁਤਾ ਆਵਾਮ ਹੈਗਾ ਉਹ ਮੁਸਲਿਮ ਨਾਲ ਸੰਬੰਧਿਤ ਹੈਗਾ। ਔਰ ਇਸ ਕਰਕੇ ਹੁਣ ਤੱਕ ਰਾਜੀਨਾਮਾ ਹੋਏ ਨਹੀਂ। ਇੰਡੀਆ ਨੇ ਫੌਜਾਂ ਭੇਜੀਆਂ ਸੀ, ਉਹ ਫੌਜਾਂ ਉਹਨਾਂ ਨੇ ਹੁਣ ਬਾਹਰ ਨਹੀਂ ਆਈਆਂ ਤੇ ਇਹ ਗੱਲ ਜਿਹੜੀ ਆ ਹਰ ਸਾਲ ਵੱਧਦੀ ਜਾ ਰਹੀ ਹੈ। ਜੀ ਬਿਲਕੁਲ। ਤੇ ਸਰ ਅਗਲਾ ਖਬਰ ਹੁਣ ਥੋੜੀ ਜਿਹੀ ਅਸੀਂ ਕੈਨੇਡਾ ਵੱਲ ਵੀ ਰੁਖ ਕਰ ਲਈਏ। ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਸਰਕਾਰ ਨੇ ਸਰਵ ਬੈਨੀਫਿਟਸ ਹਲਾਣੇ ਸੀ, ਉਸ ਤੋਂ ਬਾਅਦ ਕਈ ਵਾਰ ਕਿਹਾ ਗਿਆ ਕਿ ਕਈਆਂ ਨੇ ਸਰਵ ਬੈਨੀਫਿਟਸ ਲੈ ਲਿਆ ਜੋ ਕਿ ਇਸ ਦੇ ਯੋਗ ਵੀ ਨਹੀਂ ਸੀ, ਕਈਆਂ ਨੇ ਇਸ ਨੂੰ ਵਾਪਸ ਵੀ ਮੋੜਿਆ, ਸਰਕਾਰ ਨੇ ਸਜ਼ਾ ਦੀ ਗੱਲ ਵੀ ਆਖੀ, ਇਹ ਬਿੱਲ ਵੀ ਪਾਸ ਨਹੀਂ ਹੋਇਆ। ਪਰ ਹੁਣ ਸੁਣਨ ਦੇ ਵਿੱਚੋਂ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਸਰਵ ਨੂੰ ਲੈ ਕੇ ਹੁਣ ਜਿਹੜੇ ਫਰਾਡਸ ਕਾਫੀ ਜ਼ਿਆਦਾ ਵੱਧ ਗਏ ਨੇ। ਤਰਨ ਆਇਡੈਂਟੀ ਫਰਾਡ ਬਹੁਤ ਜ਼ਿਆਦਾ ਵਧਿਆ ਹੋਇਆ। ਔਰ ਗੱਲ ਇਹ ਜਿਹੜਾ ਸਰਵ ਹੈਗਾ, ਸਰਕਾਰ ਨੇ ਇੰਨਾ ਸੌਖਾ ਕੰਮ ਕਰਤਾ ਸੀਗਾ ਕਿ ਵੈਸੇ ਸਰਕਾਰ ਦਾ ਸਟੈਪ ਮੈਂ ਕਹਿੰਦਾ ਸਹੀ ਹੈ, ਕਿਉਂਕਿ ਤੁਹਾਨੂੰ ਕਿਤੇ ਇਨਕਮ ਖਤਮ ਹੋ ਗਈ ਹੈ, ਤੁਹਾਡੇ ਵਾਸਤੇ ਕੁਝ ਨਹੀਂ ਹੈ, ਤੁਸੀਂ ਜੌਬ ਤੇ ਜਾ ਨਹੀਂ ਰਹੇ, ਬਿਮਾਰੀ ਵੱਡੀ ਸ਼ੁਰੂ ਹੋਈ ਹੈ, ਬੰਦਾ ਕੀ ਕਰੇਗਾ? ਸਰਕਾਰ ਜੋ ਕੁਝ ਕੀਤਾ ਔਰ ਸਾਰੀਆਂ ਪਾਰਟੀਆਂ ਇਸ 'ਚ ਰਜ਼ਾਮੰਦ ਸੀਗੀਆਂ ਜਿਹੜਾ ਸਰਕਾਰ ਨੇ ਇਹ ਗੱਲ ਕੀਤੀ ਹੈ। ਪਰ ਉਹ 'ਚ ਜਿਹੜਾ ਆਇਡੈਂਟੀ ਫਰਾਡ ਹੈ,
ਉਹਦੇ ਨਾਲ ਕਈਆਂ ਲੋਕਾਂ ਨੂੰ ਸਿਰਫ ਦੀਆਂ 1 ਜਾਂ 2 ਪੇਮੈਂਟਸ ਆਈਆਂ ਨੇ, ਮਗਰੋਂ ਆਉਣੋਂ ਹਟ ਗਈਆਂ ਨੇ। ਉਹ ਜਦੋਂ ਅਪਲਾਈ ਕਰਦੇ ਆ ਉਹ ਕਹਿੰਦੇ ਤੁਸੀਂ ਤਾਂ ਲੈ ਲਿਆ ਹੋਇਆ। ਸੋ ਇਟ ਮੀਨਸ ਸਮਬਡੀ ਹੈਜ਼ ਸਟੋਲਨ देयर ਆਇਡੈਂਟੀਟੀ। ਸੋ ਬੀ ਕੇਅਰਫੁਲ। ਇਹ ਇੱਕ ਕੇਸ ਨਹੀਂ, ਇਹ ਕਈ ਹਜ਼ਾਰਾਂ ਕੇਸ ਨੇ ਤਰਨ, ਔਰ ਉਹਨਾਂ ਨੂੰ ਪੈਸੇ ਨਹੀਂ ਮਿਲ ਰਹੇ। ਪੈਸੇ ਕਿਵੇਂ ਮਿਲਣਗੇ ਜਦੋਂ ਉਹਨਾਂ ਦੇ ਅਕਾਊਂਟ ਦੇ ਵਿੱਚ ਉਹਨਾਂ ਵਾਸਤੇ ਪੈਸੇ ਆਲਰੇਡੀ ਚਲੇ ਗਏ ਨੇ। ਸੋ ਉਹਨਾਂ ਨੂੰ ਪੈਸੇ ਉਦੋਂ ਹੀ ਮਿਲਣੇ ਆ ਜਦ ਤੱਕ ਜਿਹੜਾ ਆਪਣਾ ਡਿਪਾਰਟਮੈਂਟ ਹੈਗਾ ਉਹ ਵਰਕਿੰਗ ਔਨ ਇਟ 24 ਆਵਰਸ ਲੱਗੇ ਹੋਏ ਨੇ ਜੀ। ਔਰ ਜਿਵੇਂ ਜਿਵੇਂ ਕੇਸਿਸ ਸੋਲਵ ਹੋ ਰਹੇ ਨੇ, ਜੇ ਕਿਸੇ ਨੂੰ ਇਹ ਪ੍ਰੋਬਲਮ ਆਈ ਹੋਈ ਹੈ ਜੀ, ਤੁਸੀਂ ਬੇਸ਼ੱਕ ਤੁਸੀਂ ਡਾਇਰੈਕਟ ਫੋਨ ਕਰ ਸਕਦੇ ਹੋ, ਫੋਨ ਲਾਈਨ ਹੈਗੀ ਆ CER ਮੈਡਮ, ਫੋਨ ਕਰੋ, ਤੁਹਾਨੂੰ ਸਟੇਟਸ ਵੀ ਦੱਸਣਗੇ ਕਿੱਥੇ ਹੈਗਾ। ਔਰ ਕਈਆਂ ਦੇ ਐਸੇ ਹੋਏ ਤਾਂ ਚੈੱਕ ਗੁੰਮ ਹੋ ਗਏ ਨੇ। ਜੇ ਚੈੱਕ ਗੁੰਮ ਹੋ ਗਿਆ ਤੁਹਾਡਾ, ਕਈ ਵਾਰੀ ਮੇਲ ਦੇ ਵਿੱਚ ਤੁਹਾਨੂੰ ਨਹੀਂ ਮਿਲਿਆ ਹੈਗਾ, ਇਹਦਾ ਵੀ ਟ੍ਰੇਸਿੰਗ ਹੈਗੀ ਹੈ ਜੀ। ਤੁਸੀਂ ਉਹਦਾ ਸਪੈਸ਼ਲ ਹੈਗਾ, ਔਰ ਮੈਂ ਕਿਸੇ ਦੀ ਹੈਲਪ ਕੀਤੀ ਹੈ ਮੈਂ ਤਰਨ, ਉਹਨਾਂ ਦਾ ਚੈੱਕ ਮਿਲ ਨਹੀਂ ਸੀ ਰਿਹਾ। ਸੋ ਆਈ ਡਾਇਲ ਦਾ ਨੰਬਰ ਔਰ ਬਹੁਤ ਛੇਤੀ ਰਿਸਪੌਂਸ ਆਇਆ। ਉਹਨਾਂ ਨੇ ਮੈਨੂੰ ਰਿਸਪੌਂਸ ਤੋਂ ਅੱਗੇ ਇੱਕ ਹੋਰ ਫੋਨ ਦੱਸਿਆ, ਉਹ ਤੇ ਮੈਂ ਫੋਨ ਕੀਤਾ, ਰਾਈਟ ਵੇ ਮੈਨੂੰ ਉਸ ਤੇ ਰਿਸਪੌਂਸ ਆਇਆ ਸੀਗਾ ਜੀ, ਔਰ ਬੜੀ ਛੇਤੀ ਸੋਲਵ ਹੁੰਦਾ। ਗਵਰਨਮੈਂਟ ਇਜ਼ ਵਰਕਿੰਗ ਔਨ ਇਟ। ਆਈ ਹੋਪ ਜਿਹੜੇ ਫੋਸਟਰ ਨੇ ਉਹ ਜਿਹੜਾ ਫਾਇਦਾ ਲੈਂਦੇ ਨੇ ਜੀ। ਇੱਕ ਹੋਰ ਤਰਨ, ਮੈਨੂੰ ਅੱਜ ਕੱਲ੍ਹ ਕਈ ਗੱਲਾਂ ਆਈਆਂ ਨੇ, ਮੈਨੂੰ ਨਹੀਂ ਪਤਾ ਤੁਹਾਨੂੰ ਆਈਆਂ ਨੇ, ਮੈਨੂੰ ਜ਼ਰੂਰ ਹੈਗਾ ਦਰਸ਼ਕਾਂ ਨੂੰ ਆਈਆਂ ਹੋਣਗੀਆਂ ਜੀ, ਜਿਹੜੀਆਂ CRA ਦੇ ਨਾਂ ਤੇ ਦੁਬਾਰੇ ਕਾਲਾਂ ਆਉਣ ਲੱਗ ਪਈਆਂ ਨੇ। ਦਿਨ 'ਚ ਕਈ ਆ ਰਹੀਆਂ ਨੇ। ਔਰ ਬੀ ਕੇਅਰਫੁਲ ਜੀ, ਤੁਹਾਨੂੰ ਕਿਸੇ ਨੂੰ ਵੀ ਫੋਨ ਦੇ ਉੱਤੇ ਆਪਦੀ ਆਇਡੈਂਟੀ ਦੇਣ ਦੀ ਲੋੜ ਨਹੀਂ ਹੈ। ਕੋਈ ਤੁਹਾਨੂੰ ਕੋਈ ਕੁਛ ਨਹੀਂ ਜੀ ਕਰ ਸਕਦਾ। CRA ਨੇ ਜੇ ਕੋਈ ਗੱਲ ਕਰਨੀ ਹੈ ਤੁਹਾਨੂੰ ਬਾਈ ਮੇਲ ਕਰੇਗੀ ਜੀ। ਬਿਲਕੁਲ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਹੈਂਗ ਅਪ ਦ ਫੋਨ। ਬਿਲਕੁਲ। ਉਧਰ ਟਰੰਪ ਸਾਹਿਬ ਦੀ ਵੀ ਥੋੜੀ ਜਿਹੀ ਗੱਲ ਕਰ ਲਈ ਸਰ। ਕੁਝ ਦਿਨ ਪਹਿਲਾਂ ਟਰੰਪ ਸਾਹਿਬ ਕਹਿ ਰਹੇ ਸਨ ਕਿ ਮੇਲ ਵੋਟਿੰਗ ਜਿਹੜੀ ਨਹੀਂ ਹੋਣੀ ਚਾਹੀਦੀ ਹੈ, ਕਿ ਉਹਦੇ ਜ਼ਰੀਏ ਜਿਹੜਾ ਘਪਲਾ ਹੋ ਸਕਦਾ ਹੈ ਇਲੈਕਸ਼ਨਸ ਦੇ ਵਿੱਚ, ਤੇ ਜੇਕਰ ਦੂਸਰੀ ਧਿਰ ਇਸ ਨੂੰ ਇਜਾਜ਼ਤ ਦਿੰਦੀ ਹੈ ਤਾਂ ਇਟ ਮੀਨਸ ਕਿ ਉਹ ਘਪਲਾ ਕਰਵਾਉਣਾ ਚਾਹੁੰਦੇ ਨੇ। ਤੇ ਅੱਜ ਮਿਸਟਰ ਟਰੰਪ ਦਾ ਖੁਦ ਦਾ ਬਿਆਨ ਆਇਆ ਕਿ ਮੇਲ ਦੇ ਰਾਹੀਂ ਅਮਰੀਕਨਸ ਜਿਹੜੇ ਵੋਟ ਪਾ ਸਕਦੇ ਨੇ। ਤਰਨ, ਬੱਚੇ ਨਾ ਜੋ ਛੋਟੇ ਹੁੰਦੇ ਖੇਡਦੇ ਹੁੰਦੇ ਸੀਗੇ, ਅੱਜ ਕੱਲ੍ਹ ਤਾਂ ਬਹੁਤ ਵੱਡੇ ਇਲੈਕਟ੍ਰੋਨਿਕ ਟॉयਜ਼ ਬਣੇ ਹੋਏ ਨੇ। ਸਾਡੇ ਵੇਲੇ ਤਾਂ ਛੋਟੀਆਂ ਖੇਡਾਂ ਹੁੰਦੀਆਂ ਸੀਗੀਆਂ। ਮਿੱਟੀ ਦੇ ਨਾਲ ਬੱਚੇ ਖੇਡਦੇ ਹੁੰਦੇ ਸੀ, ਪੈਰ ਰੱਖ ਲੈਣਾ, ਪੈਰ ਦੇ ਉੱਪਰ ਮਿੱਟੀ ਪਾਉਣੀ, ਉਹਦਾ ਘਰ ਬਣ ਜਾਂਦਾ ਹੁੰਦਾ ਸੀਗਾ। ਉਹ ਥੋੜੀ ਦੇਰ ਖੇਡਣਾ ਤੇ ਬਾਅਦ ਢਾ ਦੇਣਾ, ਕਿ ਹੱਥਾਂ ਨਾਲ ਬਣਾਇਆ ਸੀ ਤੇ ਪੈਰਾਂ ਨਾਲ ਢਾਇਆ ਸੀਗਾ। ਟਰੰਪ ਸਾਹਿਬ ਅੱਜ ਦੀ ਗੱਲ ਬਣਾਤੀ ਆ, ਉਹ ਅੱਜ ਹੀ ਢਾਤੀ ਆ, ਕੱਲ ਨੂੰ ਕੁਝ ਹੋਰ ਕਰਨਗੇ। ਕੱਲ ਜਿਹੜੀ ਗੱਲ ਕੀਤੀ ਸੀ ਉਹਨਾਂ ਨੇ, ਜ਼ਰੂਰੀ ਨਹੀਂ ਹੈ ਵੀ ਕੱਲ ਵਾਲੀ ਦੇ ਨਾਲ ਦੀ ਮਿਲਦੀ ਅੱਜ ਕੱਲ੍ਹ, ਅੱਜ ਬਿਲਕੁਲ ਉਦੋਂ ਉਲਟ ਹੋਏਗੀ। ਮੇਲ ਇਨ ਫਰਾਡ, ਇਹਨਾਂ ਦਾ ਇੰਨਾ ਰੌਲਾ ਪਾਇਆ ਹੋਇਆ ਸੀਗਾ ਕਿ ਬਹੁਤ ਜ਼ਿਆਦਾ ਫਰਾਡ ਹੋ ਗਿਆ। ਇਸ ਵੇਲੇ ਸਭ ਤੋਂ ਵੱਡਾ ਫਰਾਡ ਇਲੈਕਸ਼ਨ ਦੇ ਵਿੱਚ ਇਸ ਵਾਰੀ ਹੋਣਾ ਇਹਨਾਂ ਦੇ ਬਿਆਨ ਨੇ। ਤੇ ਹੁਣ ਇਹ ਕਹਿੰਦੇ ਆ ਜੀ ਫਲੋਰੀਡਾ ਦੇ ਵਿੱਚ ਤੁਸੀਂ ਕੋਈ ਗੱਲ ਨਹੀਂ, ਉੱਥੇ ਤੁਸੀਂ ਪਾ ਸਕਦੇ ਹੋ, ਮੇਲ ਇਨ ਵੋਟਾਂ ਕਰ ਸਕਦੇ ਹੋ। ਪ੍ਰੋਬਲਮ ਹੁਣ ਇਹ ਆਈ ਹੈ ਤਰਨ, ਕਰੋਨਾ ਵਾਇਰਸ ਕਰਕੇ ਲੋਕੀ ਜਾ ਨਹੀਂ ਸਕਦੇ, ਲਾਈਨਾਂ 'ਚ ਖੜਨਗੇ ਕਿਵੇਂ? ਅੱਗੇ ਕਰੋਨਾ ਵਾਸਤੇ ਪਹਿਲਾਂ ਹੀ ਕੰਟਰੋਲ 'ਚ ਨਹੀਂਗਾ, ਇਦੋਂ ਅੱਗੇ ਹੋ ਜਾਏਗਾ। ਸੋ ਜੀ ਇਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਨਹੀਂ ਜੀ ਤੁਸੀਂ ਫਲੋਰੀਡਾ ਦੇ ਵਿੱਚ ਤਾਂ ਠੀਕ ਆ, ਕਿਉਂਕਿ ਅਸੀਂ ਇਹਦਾ ਸਿਸਟਮ ਦੇਖ ਲਿਆ। ਵੈਸੇ ਫਲੋਰੀਡਾ ਦੇ ਵਿੱਚ ਇਸ ਵੇਲੇ ਤਰਨ ਜਿਹੜੇ ਰਜਿਸਟਰਡ ਵੋਟਰਸ ਨੇ, ਇਸ ਵੇਲੇ ਜਿਹੜੇ ਡੈਮੋਕ੍ਰੈਟਸ ਦੇ ਆ ਤਕਰੀਬਨ 60,000 ਤੋਂ ਉੱਪਰ ਵੱਧ ਵੋਟਰ ਡੈਮੋਕ੍ਰੈਟਸ ਦਾ ਹੈਗਾ ਦੈਨ ਰਿਪਬਲਿਕਨਸ। ਲੋਕੀ ਇਸ ਗੱਲ ਦੇ ਵਿੱਚ ਬਹੁਤ ਅੱਗੇ ਚੱਲੇ ਹੋਏ ਨੇ। ਹਾਲਾਂਕਿ ਜਿਹੜੀ ਫਲੋਰੀਡਾ ਸੂਬਾ ਹੈ, ਆਪਾਂ ਇਹਦੇ ਬਾਰੇ ਗੱਲ ਕਿਸੇ ਦਿਨ ਕਰਾਂਗੇ। ਫਲੋਰੀਡਾ ਸੂਬਾ ਜਿੱਤਣਾ ਬਹੁਤ ਜ਼ਰੂਰੀ ਆ। ਆਮ ਜੇਤੂ ਦੇ ਕੋਲੇ ਇਹ ਸੂਬਾ ਹੁੰਦਾ ਜੀ। ਜੇ ਟਰੰਪ ਸਾਹਿਬ ਦੇ ਹੱਥੋਂ ਇਹ ਨਿਕਲ ਜਾਂਦਾ ਤਾਂ ਇਹਨਾਂ ਨੂੰ ਜਿੱਤਣਾ ਬੜਾ ਮੁਸ਼ਕਲ ਹੋ ਜਾਏਗਾ ਜੀ। ਪਰ ਇਹਨਾਂ ਦੇ ਆਫਿਸ ਦੇ ਵਿੱਚੋਂ ਨਾਰੀ ਬਿਆਨ ਆ ਗਿਆ ਤਰਨ, ਉਹ ਕਹਿੰਦੇ ਜੀ ਜਿਹੜੇ ਟਰੰਪ ਸਾਹਿਬ ਨੇ ਇਕੱਲੇ ਫਲੋਰੀਡਾ ਵਾਸਤੇ ਮੰਨੇ ਨੇ, ਇਹ ਉਹਦੇ ਬਾਰੇ ਗੱਲ ਕਰ ਰਹੇ ਨੇ। ਮੇਰੇ ਬਾਕੀ ਜਿਹੜਾ ਰੈਸਟ ਆਫ ਦਾ US ਆ, ਇਹ ਨਾ ਸਮਝੋ ਵੀ ਉੱਥੇ ਵੀ ਮੇਲਨ ਹੋ ਸਕਦੀ, ਉਹਦੇ ਨਾਲ ਬਿਲਕੁਲ ਨਹੀਂ ਐਗਰੀ ਕਰਦੇ, ਪਰ ਇਕੱਲੇ ਫਲੋਰੀਡਾ ਦਾ ਨਾਲ ਹੀ ਐਗਰੀ ਕਰਦੇ। ਕੱਲ ਨੂੰ ਦੇਖੋ ਇਹਨਾਂ ਦਾ ਕੋਈ ਹੋਰ ਬਿਆਨ ਆ ਜਾਏਗਾ। ਬਿਲਕੁਲ ਜੀ। ਤੇ ਉਧਰ ਸਰ ਮੈਲਾਨੀ ਟਰੰਪ ਦੀ, ਮਿਸਟਰ ਟਰੰਪ ਦੀ ਇਸ ਵਕਤ ਜੋ ਕੈਂਪੇਨਿੰਗ ਹੈਗੀ ਉਹਦੇ ਵਿੱਚ ਕੋਈ ਭੂਮਿਕਾ ਹੋਵੇ ਨਾ ਹੋਵੇ, ਮਿਸਟਰ ਬਾਈਡਨ ਦੀ ਜਿਹੜੀ ਵਾਈਫ ਆ ਉਹ ਇਸ ਵਕਤ ਵੱਧ ਚੜ ਕੇ ਆਪਣੇ ਹਸਬੈਂਡ ਦਾ ਸਾਥ ਦੇ ਰਹੀ ਹੈ। ਤੇ ਕਿਹਾ ਜਾ ਰਿਹਾ ਜੇਕਰ ਇਹਨਾਂ ਦੀ ਕੋਈ ਡਿਬੇਟ ਹੁੰਦੀ ਹੈ ਉਹਦੇ ਉੱਤੇ ਵੀ ਹੁਣ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ। ਤਰਨ ਗੱਲ ਹੈਗੀ ਉਹ ਕਿ ਜਿਹੜੇ ਹੁਣ ਬਿਆਨ ਆਉਣ ਲੱਗੇ, ਜਿਹੜੀਆਂ ਮੇਨ ਬਹੁਤੇ ਵੱਡੇ ਨਿਊਜ਼ ਨੈਟਵਰਕਸ ਨੇ, ਉਹਨਾਂ ਦੇ ਜਿਹੜੇ ਆਪਦੇ ਸਪੈਸ਼ਲਿਸਟ ਨੇ, ਉਹਨਾਂ ਚੋਂ ਕਈਆਂ CNN ਹੈ, ਉਹਨਾਂ ਨੇ ਇਹ ਗੱਲ ਕਹੀ ਹੈ, ਤੇ ਵਾਸ਼ਿੰਗਟਨ ਪੋਸਟ ਆ, ਉਹਨਾਂ ਦੇ ਨੇ ਇਹ ਗੱਲ ਕਹੀ ਹੈ, ਸੁਝਾਅ ਦਿੱਤਾ ਬਾਈਡਨ ਸਾਹਿਬ ਨੂੰ ਕਿ ਤੁਹਾਨੂੰ ਟਰੰਪ ਦੇ ਨਾਲ ਜਿਹੜੀ ਡਿਬੇਟ ਕਰਨ ਦੀ ਜ਼ਰੂਰਤ ਨਹੀਂ ਹੈ। ਸਟੇ ਅਵੇ ਫਰਮ ਟਰੰਪ। ਜੇ ਤੁਸੀਂ ਪਰੇ ਰਹੋਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਦੈਨ ਡਿਬੇਟ ਕਰਨ ਦੇ ਨਾਲ। ਤੇ ਉਹ ਪਹਿਲਾਂ ਹੀ ਟਰੰਪ ਸਾਹਿਬ ਕਹਿ ਸਕਦੇ ਬੇਸਮੈਂਟ ਬਾਈਡਨ ਕਹਿੰਦੇ ਜੀ, ਕਿਉਂਕਿ ਉਹ ਬੇਸਮੈਂਟ ਚੋਂ ਨਿਕਲ ਨਹੀਂ ਰਹੇ, ਕਹਿੰਦੇ ਜੀ ਉੱਥੇ ਆਪਦੀ ਕੈਂਪੇਨ ਚਲਾ ਰਹੇ ਨੇ। ਸੋ ਕੱਲ CNN ਦੇ ਉੱਤੇ ਜੀ ਜਿਹੜੀ ਮਿਸਿਸ ਬਾਈਡਨ ਹੈਗੀ ਆ, ਉਹਨੇ ਇਸ ਗੱਲ ਨੂੰ ਨਕਾਰਿਆ। ਉਹ ਕਹਿੰਦੀ ਬਿਲਕੁਲ ਵੀ ਜੋ ਬਾਈਡਨ ਸਾਹਿਬ, ਕਿਉਂਕਿ ਟਰੰਪ ਸਾਹਿਬ ਇਹ ਕਹਿ ਰਹੇ ਨੇ ਕਿ ਬਾਈਡਨ ਸਾਹਿਬ ਦਾ ਜਿਹੜਾ ਮੈਂਟਲ ਲੈਵਲ ਆ ਉਹ ਇਹਨਾਂ ਬੜਾ ਵਧੀਆ ਨਹੀਂ ਹੈ। ਸੋ ਉਹਨੇ ਇਹ ਗੱਲ ਕਹੀ ਹੈ। ਹਾਲਾਂਕਿ ਜੋ ਬਾਈਡਨ ਸਾਹਿਬ ਵਾਈਸ ਪ੍ਰੈਜ਼ੀਡੈਂਟ ਸੀਗੇ ਜੀ, ਉਹਨਾਂ ਨੇ ਵਾਈਸ ਪ੍ਰੈਜ਼ੀਡੈਂਸੀ ਬੜੀ ਵਧੀਆ ਤਰੀਕੇ ਨਾਲ ਨਿਭਾਈ ਸੀਗੀ। ਸੋ ਮਿਸਿਸ ਬਾਈਡਨ ਨੇ ਅੱਜ ਇਹ ਗੱਲ ਕਹੀ ਹੈ ਜੀ ਕਿ
ਬਾਈਡਨ ਸਾਹਿਬ ਤਿੰਨ ਜਿਹੜੀਆਂ ਹੈਗੀਆਂ ਨੇ ਡਿਬੇਟਸ ਉਹਦੇ ਵਿੱਚ ਸ਼ਾਮਲ ਹੋਣਗੇ, ਪੂਰਾ ਹਿੱਸਾ ਰਹਿਣਗੇ। ਟਰੰਪ ਸਾਹਿਬ ਕਹਿੰਦੇ 3 ਤੋਂ ਵੱਧ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਉਹਨਾਂ ਦੀ ਤਰਨ ਜਿਹੜੀ ਹੈਗੀ ਆ ਰੇਟਿੰਗ ਆ ਥੱਲੇ ਜਾ ਰਹੀ ਹੈ। ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਦੀ ਰੇਟਿੰਗ ਨੂੰ ਉੱਪਰ ਲੈ ਕੇ ਜਾਣਾ ਚਾਹੀਦਾ, ਚਾਹੇ ਕੋਈ ਵੀ ਹੋਵੇ। ਜੀ ਬਿਲਕੁਲ ਸਰ, ਬੈਰੂਤ ਦੀ ਗੱਲ ਕਰ ਲਈਏ, ਟਰੰਪ ਸਾਹਿਬ ਦਾ ਤਾਂ ਇਹਨੂੰ ਵੀ ਲੈ ਕੇ ਬਿਆਨ ਆਇਆ ਸੀ ਕਿ ਉਹਨਾਂ ਦਾ ਕਹਿਣਾ ਸੀ ਇਹ ਇੱਕ ਬਹੁਤ ਵੱਡਾ ਹਮਲਾ ਹੋ ਸਕਦਾ ਆ, ਜਦ ਕਿ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਸੀ, ਕੋਈ ਕੁਝ ਨਹੀਂ ਹੋਇਆ ਸੀ, ਤੇ ਉਹਨਾਂ ਦਾ ਇਸ ਨੂੰ ਲੈ ਕੇ ਬਿਆਨ ਵੀ ਸਾਹਮਣੇ ਆ ਚੁੱਕਿਆ ਸੀ। ਖਬਰ ਸਾਹਮਣੇ ਆ ਚੁੱਕੀ ਹੈ, ਇਨਵੈਸਟੀਗੇਸ਼ਨ ਜੋ ਇਸ ਵਕਤ ਸਾਹਮਣੇ ਆਈ ਹੈ ਬੈਰੂਤ ਦੇ ਵਿੱਚ ਸਰ, ਲਗਭਗ 2 ਲੱਖ ਦੇ ਕਰੀਬ ਜਿਹੜਾ ਐਡਾ ਵੱਡਾ ਧਮਾਕਾ ਹੋਇਆ ਸੀ, 2 ਲੱਖ ਦੇ ਕਰੀਬ ਲੋਕੀ ਬੇਘਰ ਹੋ ਗਏ ਨੇ। ਤਰਨ ਆਪਾਂ ਉਹ ਵੀਡੀਓਜ਼ ਦੇਖੀਆਂ ਨੇ, ਬਿਲਕੁਲ ਏਰੀਆ ਫਲੈਟ ਹੋਇਆ ਪਿਆ, ਢਹਿਆ ਪਿਆ। ਜਿਹੜੇ ਹਿਸਾਬ 'ਚ ਮੌਤਾਂ ਦੀ ਗਿਣਤੀ 100 ਆ, ਮੈਂ ਕਹਿੰਦਾ ਦੋਜ਼ ਪੀਪਲ ਆਰ ਲੱਕੀ। ਠੀਕ ਹੈ, 100 ਬੰਦੇ ਦਾ ਨੁਕਸਾਨ ਹੋਇਆ। ਜਿਹੜੇ ਹਿਸਾਬ 'ਚ ਲੱਗਦਾ, ਦੇਖਣ ਤੋਂ ਲੱਗਦਾ ਕਿ ਜਿਹੜਾ ਜਾਨੀ ਨੁਕਸਾਨ ਬਹੁਤ ਹੋਇਆ ਹੋਵੇਗਾ। ਇੰਜਰੀਜ਼ ਬਹੁਤ ਜ਼ਿਆਦਾ ਹੈਗੀਆਂ ਨੇ, ਇੰਨਾ ਵੱਡਾ ਬਲਾਸਟ ਹੋਇਆ। ਬਲਾਸਟ ਵੀ ਤਰ੍ਹਾਂ ਦੇਖੋ, ਇਮੈਜਿਨ ਕਰੋ ਕਾਹਦੇ ਨਾਲ ਹੋਇਆ। ਇਹ ਫਰਟੀਲਾਈਜ਼ਰ ਦਾ ਵਿੱਚ ਪਾਈ ਜਾਂਦੀ ਚੀਜ਼ ਹੈਗੀ ਹੈ ਜੀ, ਔਰ ਉਹ ਇੱਕ ਸ਼ਿਪ ਆਇਆ ਸੀਗਾ ਹੁਣ ਤੋਂ 6 ਜਾਂ 7 ਸਾਲ ਪਹਿਲਾਂ, ਉਹਦੇ ਵਿੱਚੋਂ ਇਹ ਸਮਾਨ ਫੜਿਆ ਗਿਆ ਸੀਗਾ, ਔਰ ਉਹ ਜਿਹੜਾ ਸਮਾਨ ਆ ਇੱਕ ਜਗ੍ਹਾ ਦੇ ਉੱਤੇ ਸਟੋਰ ਕੀਤਾ ਗਿਆ ਸੀਗਾ, ਔਰ ਉਹਨੇ ਐਸੀ ਹਾਲਤ ਬਣੀ ਆ, ਆਪਣੇ ਆਪ ਯੂਰੀਆ ਦੇ ਵਿੱਚ ਪੈਂਦਾ ਜੀ ਉਹ ਨਾਈਟ੍ਰੇਟ ਆ ਸਮਥਿੰਗ, ਔਰ ਉਹਦਾ ਐਡਾ ਵੱਡਾ ਬਲਾਸਟ ਆਇਆ ਤਰਨ, ਤੁਸੀਂ ਇਮੈਜਿਨ ਕਰੋ। ਇੱਕ ਨਾ ਹੁਣ ਤੋਂ ਮੇਰੇ ਖਿਆਲ 20 ਸਾਲ ਪਹਿਲਾਂ ਓਕਲਾਹੋਮਾ ਦੇ ਵਿੱਚ ਇੱਕ ਬੰਦੇ ਨੇ ਬਲਾਸਟ ਕੀਤਾ ਸੀਗਾ ਜੀ, ਐਗਜ਼ੈਕਟਲੀ ਸੇਮ ਚੀਜ਼ ਦੇ ਨਾਲ, ਅਮੋਨੀਆ ਨਾਈਟ੍ਰੇਟ, ਥੈਂਕ ਯੂ ਜੀ। ਉਹ ਜਿਹੜਾ ਉਹਨੇ ਬਲਾਸਟ ਕੀਤਾ ਸੀਗਾ ਤਰਨ, ਜਿਹੜੀ ਸਰਕਾਰੀ ਬਿਲਡਿੰਗ ਆ ਉਹਦੇ ਕੋਲੇ ਆਪਣਾ ਟਰੱਕ ਲੈ ਕੇ ਚਲਾ ਗਿਆ ਸੀ। ਉਹ 'ਚ ਉਹਨੇ ਪਾਇਆ ਪਤਾ ਕੀ ਸੀਗਾ, ਸਿਰਫ ਖਾਦ ਤੇ ਨਾਲ ਡੀਜ਼ਲ, ਇਹਦਾ ਮਿਕਸ ਇੰਨਾ ਭੈੜਾ ਮਿਕਸ ਹੈਗਾ ਤਰਨ, ਔਰ ਉਹਦਾ ਬਲਾਸਟ ਹੋਇਆ ਸੀ, ਔਰ ਜਿਹੜੀ ਬਿਲਡਿੰਗ ਸਾਰੀ ਸ਼ੇਕ ਹੋ ਗਈ ਸੀ। ਉਹ 'ਚ ਕਈਆਂ ਜਾਨਾਂ ਵੀ ਚਲੀ ਗਈਆਂ ਸੀ, ਖਾਸ ਕਰਕੇ ਜਿਹੜੇ ਪਾਸੇ ਉਹ ਟਰੱਕ ਲੈ ਕੇ ਗਿਆ ਸੀਗਾ ਨਾ, ਉਸ ਏਰੀਏ ਦੇ ਵਿੱਚ ਇੱਕ ਬੱਚਿਆਂ ਦਾ ਜਿਹੜਾ ਸਿਟਿੰਗ ਏਰੀਆ ਸੀਗਾ ਉਹ ਵੀ ਸੀ, ਉੱਥੇ ਕਈ ਬੱਚਿਆਂ ਦੇ ਵੀ ਡੈਥ ਹੋ ਗਈ ਸੀਗੀ। ਔਰ ਇਹ ਬੜਾ ਸੌਖਾ ਹੈਗਾ ਟੂ ਮੇਕ ਇਟ ਦਿਸ ਥਿੰਗ, ਤੇ ਇੰਨੀ ਵੱਡੀ ਸਟੋਰੇਜ ਲੈਬਨਾਨ ਦੇ ਵਿੱਚ, ਬੈਰੂਤ ਦੇ ਵਿੱਚ ਰੱਖੀ ਹੋਣੀ, ਇਹ ਮੈਨੂੰ ਵੀ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੇ ਕਿਵੇਂ ਉਹ ਕਰ ਕੀਤਾ। ਵੈਸੇ ਬੈਰੂਤ ਤਰਨ 5000 ਸਾਲ ਪੁਰਾਣਾ ਸ਼ਹਿਰ ਹੈ, ਮਿਡਲ ਈਸਟ ਦਾ ਬਹੁਤ ਵੱਡਾ, ਬੜਾ ਕਮਾਲ ਦਾ ਸ਼ਹਿਰ ਹੈ, ਬੜਾ ਬਿਜ਼ੀ ਰਿਹਾ ਹੋਇਆ ਸ਼ਹਿਰ ਹੈ ਇਸ ਵੇਲੇ। ਹਾਲਤ 1980 ਦੇ ਵਿੱਚ ਇਜ਼ਰਾਈਲ ਦੇ ਨਾਲ ਹਿਜ਼ਬੁੱਲਾ ਦਾ ਝਗੜਾ ਸੀਗਾ ਜੀ, ਉਦੋਂ ਤਹਿਸ ਨਹਿਸ ਹੋ ਗਿਆ ਸੀ, ਦੁਬਾਰੇ ਉੱਠਣ ਲੱਗਿਆ ਬੈਰੂਤ, ਹੁਣ ਉੱਠ ਰਿਹਾ ਦੁਬਾਰੇ। ਆਹ ਗੱਲ ਹੋ ਗਈ ਹੈ ਜੀ, ਬਹੁਤ ਵੱਡਾ ਨੁਕਸਾਨ ਹੈ, 2 ਤੋਂ 3 ਲੱਖ ਬੰਦਾ ਬੇਘਰ ਹੋ ਗਿਆ ਜੀ। 5 ਤੋਂ 7 ਬਿਲੀਅਨ ਡਾਲਰ ਇਸ ਵੇਲੇ ਜੀ ਬੈਰੂਤ ਦੇ ਪ੍ਰਾਈਮ ਮਿਨਿਸਟਰ ਨੇ ਗੱਲ ਕੀ, ਵੀ ਸਾਡਾ ਇੰਨੀ ਜ਼ਰੂਰਤ ਹੈ ਸਾਨੂੰ ਦੁਬਾਰੇ ਬਣਨ ਵਾਸਤੇ, ਸ਼ਾਇਦ ਤੋਂ ਵੱਧ ਹੀ ਹੋਵੇ, ਪ੍ਰਮਾਤਮਾ ਮਿਹਰ ਕਰੇ। ਜੀ ਬਿਲਕੁਲ। ਤੇ ਸਰ ਅਗਲੀ ਖਬਰ ਹੈ ਜੀ ਬ੍ਰੈਂਪਟਨ ਤੋਂ। ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰਾਂ ਜਿਹੜੀਆਂ ਨੇ, 2 ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ, ਤੇ ਕਿਹਾ ਜਾ ਰਿਹਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਸੀ ਇਹ ਤਸਵੀਰਾਂ, ਕਿਵੇਂ ਐਕਸੀਡੈਂਟ ਹੋਇਆ ਹੋਣਾ। ਅਸਲ ਦੇ ਵਿੱਚ ਤਸਵੀਰ ਸੀ ਸਰ ਕਿ ਇੱਕ ਕਾਰ ਜਿਹੜੀ ਆ ਉਹ ਘਰ ਦੇ ਗਰਾਜ ਦੇ ਵਿੱਚ ਇੰਨੀ ਜ਼ਬਰਦਸਤ ਵੱਜੀ ਹੈ ਕਿ ਗਰਾਜ ਦਾ ਪੂਰਾ ਡੋਰ ਜਿਹੜਾ ਟੁੱਟ ਗਿਆ। ਹੁਣ ਜਿਹੜੀ ਆ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ, ਇਸ ਦੇ ਵਿੱਚ 21 ਸਾਲ ਦੇ 2 ਨੌਜਵਾਨ ਜਿਹੜੇ ਨੇ ਸ਼ਾਮਲ ਪਾਏ ਗਏ ਨੇ। ਸਟਰੀਟ ਕਾਰ ਰੇਸਿੰਗ ਦਾ ਇਹ ਮਾਮਲਾ, ਤੁਸੀਂ ਇਮੇਜਿਨ ਕਰੋ ਤਰਨ, ਕਿੰਨੀਆਂ ਚੌੜੀਆਂ ਸਟਰੀਟਸ ਨੇ ਜਿਹਦੇ ਉੱਤੇ ਦੋਨੇ ਭਜਾ ਰਹੇ ਸੀਗੇ। ਵਨ ਲਾਸਟ ਕੰਟਰੋਲ ਦੇਖੋ ਜੀ, ਮੈਂ ਕਿਹਾ ਸਭ ਨੇ ਫੋਟੋਆਂ ਦੇਖੀਆਂ ਹੋਣਗੀਆਂ ਜੀ, ਹਲੇ ਨਾਂ ਨਹੀਂ ਜੀ ਆਏ, ਅਸੀਂ ਨਾਂ ਤੁਹਾਨੂੰ ਆਉਣਗੇ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਜੀ। ਉਹਨਾਂ 'ਚੋਂ ਭਾਈ ਸਾਹਿਬ ਜੀ, ਹੁਣ ਉਹਨਾਂ ਦੀਆਂ ਤਰਨ ਕਾਰਾਂ ਪਹਿਲਾਂ ਤਾਂ ਹਫ਼ਤਾ ਆਰਾਮ ਕਰਨਗੀਆਂ ਉਹ, ਕਿਉਂਕਿ ਪੁਲਿਸ ਟੋ ਕਰਕੇ ਲੈ ਗਈ ਆ, ਪਾਊਂਡ ਕਰਤੀਆਂ ਨੇ ਜੀ, ਉਹ ਨਹੀਂ ਚਲਾ ਸਕਣਗੇ। ਤੇ ਬਾਕੀ ਉਹਨਾਂ 'ਚੋਂ ਇੱਕ ਚਲਾ ਗਿਆ ਸੀਗਾ, ਇੱਕ ਰਿਹਾ, ਉਹ ਕਿਤੇ ਨਹੀਂ ਗਿਆ। ਚੰਗੀ ਗੱਲ ਕੀਤੀ ਹੈ, ਉਹਨੇ ਸਾਰੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ, ਤੇ ਦੂਸਰੇ ਨੂੰ ਬਾਅਦ ਵਿੱਚ ਲੈ ਆਂਦਾ ਗਿਆ ਜੀ। ਉਹ ਤੇ ਚਾਰਜਸ ਉਦੋਂ ਵੱਧ ਲੱਗੇ ਹੋਏ ਨੇ ਜੀ, ਸਟਰੀਟ ਕਾਰ ਰੇਸਿੰਗ ਦਾ ਜਿਹੜੇ ਲੱਗਣੇ ਆ। ਬਾਕੀ ਹੈਗਾ, ਪਲੀਜ਼ ਇਉਂ ਨਾ ਕਰਿਆ ਕਰੋ, ਇਹਦਾ ਨੁਕਸਾਨ ਦੇਖੋ ਕਿੰਨਾ ਜ਼ਿਆਦਾ ਹੋਇਆ। ਬਰੈਂਪਟਨ ਤਾਂ ਅੱਗੇ ਹੀ ਬਦਨਾਮ ਹੈ ਤਰਨ, ਕਿੰਨਾ ਵੱਡਾ ਐਕਸੀਡੈਂਟ ਹੋਇਆ ਸੀਗਾ ਜਿਸ 'ਚ 3 ਬੱਚਿਆਂ ਦੀ ਜਾਨ ਚਲੀ ਗਈ ਸੀ, ਉਹਨਾਂ ਦੀ ਮਾਂ ਦੀ ਜਾਨ ਚਲੀ ਗਈ ਸੀ। ਉਸ ਤੋਂ ਪਹਿਲਾਂ ਇੱਕ ਡਰੰਕ ਡਰਾਈਵਰ ਸੀਗਾ ਜੀ, ਜਿਹਨੇ ਜਿਹੜਾ ਬੱਸ ਸ਼ੈਲਟਰ ਹੈ ਉਹਦੇ ਵਿੱਚ ਕਾਰ ਮਾਰੀ ਸੀਗੀ, ਤੇ ਇੱਕ ਲੇਡੀ ਜ਼ਖਮੀ ਹੋ ਗਈ ਸੀ। ਕਈਆਂ ਦੇ ਆਪਾਂ ਨੂੰ ਫੋਨ ਆਉਂਦੇ ਆ, ਮੈਨੂੰ ਬਸ ਰਹੇ ਵੀ ਆਉਣਗੇ, ਬਰੈਂਪਟਨ ਦੀ ਗੱਲ ਕਿਉਂ ਕਰਦੇ ਹੋ? ਬਰੈਂਪਟਨ 'ਚ ਗੱਲਾਂ ਹੁੰਦੀਆਂ ਨੇ, ਆਈ ਲਿਵ ਇਨ ਬਰੈਂਪਟਨ, ਆਮ ਪ੍ਰਾਊਡ ਟੂ ਬੀ ਬਰੈਂਪਟੋਨੀਅਨ। ਪਰ ਪ੍ਰੋਬਲਮ ਇਹ ਹੈ, ਜਿੱਥੇ ਸਾਡਾ ਕੰਮ ਹੈ ਖਬਰਾਂ ਬਾਰੇ ਦੱਸਣਾ ਜੀ, ਇਹ ਗੱਲ ਬਰੈਂਪਟਨ ਦੇ ਵਿੱਚ ਫੇਰ ਹੋਈ ਹੈ, ਤਾਂ ਹੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸਰ ਹਾਦਸੇ ਵੀ ਲਗਾਤਾਰ GTA ਵਿੱਚ ਬਹੁਤ ਵੱਧ ਰਹੇ ਨੇ, ਚਾਹੇ ਬਰੈਂਪਟਨ ਹੋਵੇ, ਅਸੀਂ ਮਿਸੀਸਾਗਾ ਦੀ ਗੱਲ ਕਰ ਲਈਏ, ਇੱਥੇ ਵੀ ਇੱਕ ਐਕਸੀਡੈਂਟ ਜਿਹੜਾ ਦੇਖਣ ਨੂੰ ਮਿਲਿਆ। ਇਹਦੇ ਨਾਲ ਹੀ ਮੈਕਲੋਗਨ ਤੇ ਸਟੀਲਸ ਦੇ ਉੱਤੇ ਵੀ ਇੱਕ ਜ਼ਬਰਦਸਤ ਹਾਦਸਾ ਹੋਇਆ। ਹਾਲਾਂਕਿ ਹਜੇ ਨਹੀਂ ਪਤਾ ਲੱਗਿਆ ਕਿ ਡਰਾਈਵਰ ਜਿਹੜਾ ਕਿੰਨਾ ਕੁ ਜ਼ਖਮੀ ਹੋਇਆ, ਕਿੰਨਾ ਕੁ ਨਹੀਂ, ਕਿਉਂਕਿ ਤਾਜ਼ਾ ਹੀ ਇਹ ਖਬਰ ਸਾਹਮਣੇ ਆਈ ਹੈ। ਹਾਦਸੇ ਸਰ ਲਗਾਤਾਰ ਵੱਧ ਰਹੇ ਨੇ। ਮਿਸੀਸਾਗਾ ਦੀ ਇੱਕ ਹੋਰ ਗੱਲ ਕਰੀਏ ਤਾਂ ਟੌਰਬਰਮ ਤੇ ਡੈਰੀ ਰੋਡ ਦੇ ਉੱਤੇ ਇੱਕ ਸਟੋਰੇਜ ਹੈ,
ਜਿਹਦੇ ਵਿੱਚ ਇੱਕ ਡੈੱਡ ਬੋਡੀ ਪੁਲਿਸ ਤੋਂ ਮਿਲੀ ਹੈ। ਹਾਂ ਤਰਨ, ਉਹ ਡੈੱਡ ਬੋਡੀ ਦੀ ਪਛਾਣ ਨਹੀਂ ਹੋਈ ਹੈ ਅਜੇ, ਆਪਾਂ ਨੂੰ ਕੋਈ ਨਾਂ ਨਹੀਂ ਆਇਆ ਉਹਦੇ ਬਾਰੇ। ਉਹ ਸੀ ਕਹਿੰਦੇ ਆ ਡਰੱਗ ਰਿਲੇਟਡ ਹੈਗੀ ਆ, ਜਿਵੇਂ ਓਵਰਡੋਜ਼ ਹੋਈ ਹੁੰਦੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਆ। ਹੋਰ ਕਿਸੇ ਤੇ ਸ਼ੱਕ ਨਹੀਂ ਕੀਤਾ ਜਾ ਰਿਹਾ, ਪਰ ਉਹ ਬੋਡੀ ਨੂੰ ਕੁਝ ਦੇਰ ਹੋ ਗਈ ਸੀਗੀ, ਜਦੋਂ ਸਮੈਲ ਆਉਣ ਲੱਗੀ ਹੈ ਜੀ ਉਦੋਂ ਉਹਦੇ ਬਾਰੇ ਪਤਾ ਲੱਗਿਆ। ਜਿਹੜੀ ਐਕਸੀਡੈਂਟਸ ਦੀ ਗੱਲ ਕਰਦੇ ਹਾਂ ਜੀ, ਆਹ ਜਿਹੜੀ ਮੈਕਲੌਗਲਨ ਐਂਡ ਸਟੀਲਸ ਦੇ ਉੱਤੇ ਹੋਈ ਹੈ ਜੀ, ਇੱਕ ਵੱਡੇ ਟਰੱਕ ਦੇ ਹੇਠਾਂ ਕਾਰ ਗਈ ਹੈ। ਇਹ ਨਹੀਂ ਪਤਾ ਕਾਰ ਪਿੱਛੇ ਆ ਰਹੀ ਸੀ ਜਾਂ ਟਰੱਕ ਰਿਵਰਸ ਕਰ ਰਿਹਾ ਸੀਗਾ, ਵੀ ਡੋਂਟ ਨੋ ਅਬਾਊਟ ਦੈਟ। ਹੁਣੇ ਥੋੜੀ ਦੇਰ ਪਹਿਲਾਂ ਹੀ ਹੋਇਆ ਜੀ, ਜੇ ਸਾਨੂੰ ਡਿਟੇਲਸ ਡਿਊਰਿੰਗ ਦਾ ਪ੍ਰੋਗਰਾਮ ਆ ਗਈਆਂ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ। ਬਿਲਕੁਲ ਜੀ ਸਰ, ਅਗਲੀ ਖਬਰ ਹੈ ਦਿੱਲੀ ਤੋਂ, ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਦੀ ਫਲਾਈਟ ਦੇ ਵਿੱਚ ਬੋਰਡ ਹੋਣ ਤੋਂ ਰੋਕਿਆ ਗਿਆ। ਇੱਕ ਨਹੀਂ ਦੋ ਨਹੀਂ, ਲਗਭਗ 8 ਦੇ ਕਰੀਬ ਵਿਦਿਆਰਥੀ ਸਨ ਜਿਹੜੇ ਕਿ ਫਲਾਈਟ ਜਦੋਂ ਚੜਨ ਲੱਗੇ ਤਾਂ ਉਹਨਾਂ ਤੋਂ ਮੰਗਿਆ ਗਿਆ ਕਿ ਯੂਨੀਵਰਸਿਟੀ ਦੇ ਵੱਲੋਂ ਤੁਹਾਡੇ ਕੋਲ ਕੋਈ ਅਥਾਰਟੀ ਲੈਟਰ ਪਹੁੰਚਿਆ ਹੋਵੇ ਜਿਹਦੇ ਵਿੱਚ ਕਿਹਾ ਗਿਆ ਹੋਵੇ ਕਿ ਤੁਹਾਡੀਆਂ ਕਲਾਸਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਤੁਹਾਡਾ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ। ਉਹਨਾਂ ਕੋਲ ਅਜਿਹੀ ਕੋਈ ਲੈਟਰ ਨਹੀਂ ਸੀ। ਟਿਕਟਸ ਬੁੱਕ ਕਰਵਾ ਲਈਆਂ ਨੇ ਬਿਨਾਂ ਕਿਸੇ ਅਥਾਰਟੀ ਤੋਂ ਉਹਨਾਂ ਨੇ ਹੁਣ ਵਾਪਸ ਮੋੜਿਆ, ਜਿਸ ਤੋਂ ਬਾਅਦ ਸਟੂਡੈਂਟਸ ਦੇ ਵਿੱਚ ਇਤਰਾਜ਼ ਪਾਇਆ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਵਾਪਸ ਕਿਉਂ ਨਹੀਂ ਬੁਲਾਇਆ ਜਾ ਰਿਹਾ, ਜਦ ਅਸੀਂ ਇੰਨੇ ਡਾਲਰਸ ਫੀਸਾਂ ਲਗਾ ਦਿੱਤੀਆਂ ਨੇ, ਇੰਨੀਆਂ ਫੀਸਾਂ ਭਰ ਦਿੱਤੀਆਂ ਨੇ, ਫਿਰ ਸਾਨੂੰ ਉੱਥੇ ਜਾ ਕੇ ਸਟੱਡੀ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ। ਜੇ ਇੰਡੀਆ ਵਿੱਚ ਬਹਿ ਕੇ ਪੜ੍ਹਨਾ ਸੀ ਤਾਂ ਅਸੀਂ ਇੱਥੋਂ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਲੈਂਦੇ। ਸਹੀ ਗੱਲ ਹੈ ਤਰਨ, ਗੱਲ ਹੈਗੀ ਦੇਰ ਇਜ਼ ਅ ਕਨਫਿਊਜ਼ਨ। ਜਿਹੜਾ ਕਨਫਿਊਜ਼ਨ ਹੈ ਮੈਨੂੰ ਇਉਂ ਲੱਗਦਾ ਕਿ ਜਿਵੇਂ ਪਿਛਲੇ ਹਫਤੇ ਕੈਨੇਡੀਅਨ ਸਰਕਾਰ ਨੇ ਜਿਹੜੇ US ਸਟੂਡੈਂਟਸ ਹੈ ਉਹਨਾਂ ਨੂੰ ਅਲਾਉ ਕੀਤਾ ਹੈਗਾ, ਜਿਹਦੇ ਨਾਲ ਮੈਨੂੰ ਲੱਗਦਾ ਕਨਫਿਊਜ਼ਨ ਹੋਇਆ ਕਿ ਜਿਹੜੇ ਬਾਕੀ ਦੇ ਸਟੂਡੈਂਟਸ ਹੁੰਦੇ ਆ ਉਹਨਾਂ ਵਾਸਤੇ ਵੀ ਕੈਨੇਡਾ ਖੁੱਲ੍ਹ ਗਿਆ ਹੈਗਾ। ਮੇਰਾ ਖਿਆਲ ਨਹੀਂ ਜੀ, ਕਦੇ ਸਿਰਫ US ਦੇ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਦਾ ਸਮੈਸਟਰ ਹੁਣ ਸ਼ੁਰੂ ਹੋ ਰਿਹਾ, ਜਿਨ੍ਹਾਂ ਨੇ ਈਵਨ ਮਾਰਚ ਤੋਂ ਬਾਅਦ ਵੀ ਐਡਮਿਸ਼ਨਸ ਲਈਆਂ ਹੋਈਆਂ ਨੇ, ਉਹ ਅਲਾਉ ਕੀਤੇ ਗਏ ਨੇ ਜੀ। ਜਿਹੜੇ ਦੂਸਰੇ ਸਟੂਡੈਂਟਸ ਨੇ ਆਈ ਡਾਊਟ ਇਟ, ਮੇਰਾ ਖਿਆਲ ਨਹੀਂ ਹੈ ਅਲਾਉ ਨਹੀਂ ਕੀਤੇ ਗਏ, ਔਰ ਇਸੇ ਕਰਕੇ ਹੀ ਉਹਨਾਂ ਨੂੰ ਉੱਥੋਂ ਚੜ੍ਹਨ ਤੋਂ ਰੋਕਿਆ ਗਿਆ। ਸੋ ਪਹਿਲਾਂ ਮੇਰੀ ਰਿਕੁਐਸਟ ਇਹ ਹੈ ਜੀ, ਫਸਟ ਮੇਕ ਸ਼ੋਰ ਤੁਸੀਂ ਜਦੋਂ ਟਿਕਟ ਬੁੱਕ ਕਰਾਉਂਦੇ ਹੋ, ਤੁਸੀਂ ਦੇਖੋ ਬਹੁਤ ਪੈਸੇ ਲੱਗਦੇ ਆ, ਅਖੀਰ ਤੁਹਾਨੂੰ ਮੁੜਨੇ ਆ ਪਤਾ ਨਹੀਂ ਮੁੜਨੇ ਹੈਗੇ ਆ। ਸੋ ਤੁਸੀਂ ਮੇਕ ਸ਼ੋਰ ਹਰ ਚੀਜ਼ ਇਜ਼ ਅਵੇਲੇਬਲ ਔਨ ਇੰਟਰਨੈਟ। ਤੁਸੀਂ ਜੇ ਕਿਸੇ ਤੇ ਸ਼ੱਕ ਹੈਗਾ ਤਾਂ ਉਹਨੂੰ ਕਨਫਰਮ ਕਰੋ, ਈਮੇਲ ਕਰੋ ਤੁਹਾਨੂੰ ਬੁੱਕ ਕਰਾਉਣੀ ਚਾਹੀਦੀ ਹੈ ਜੀ, ਮੈਂ ਸੁਜੈਸਟ ਕਰਾਂਗਾ। ਦੂਸਰੀ ਗੱਲ, ਤੁਸੀਂ ਕਹਿੰਦੇ ਪੜ੍ਹਾਈ ਦੀ ਜਿਹੜੀਆਂ ਫੀਸਾਂ ਦਿੱਤੀਆਂ ਹੋਈਆਂ ਨੇ ਤੇ ਇੱਥੇ ਨਹੀਂ ਆ ਸਕਦੇ। ਹੁਣ ਪ੍ਰੋਬਲਮ ਇਹ ਹੈ ਕਿ ਅਸੀਂ ਸਰਟਨ ਟਾਈਪ ਆਫ ਲੋਕਾਂ ਨੂੰ ਹੋਈ ਅੰਦਰ ਸੱਦ ਰਹੇ ਹਾਂ, ਹਰੇਕ ਨੂੰ ਸੱਦ ਨਹੀਂ ਰਹੇ। ਉਹਦੇ ਵਿੱਚ ਇਹ ਹਾਲਾਤ COVID-19 ਕਰਕੇ ਹੋਇਆ, ਅਦਰਵਾਈਜ਼ ਮੇਰਾ ਖਿਆਲ ਨਹੀਂ ਹੈ ਸਾਡੀ ਸਰਕਾਰ ਨੇ ਉਹ ਕਹਿਣਾ ਸੀਗਾ ਵੀ ਤੁਸੀਂ ਆ ਨਹੀਂ ਸਕਦੇ ਹੋ। ਹਾਲਾਤ ਐਸੇ ਮਾੜੇ ਨੇ ਜੀ ਇਸ ਵੇਲੇ, ਬਿਲਕੁਲ ਉਵੇਂ ਹੀ ਜਿਵੇਂ ਇੰਡੀਆ ਲਿਮਟਿਡ ਫਲਾਈਟਸ ਅਲਾਉ ਕਰ ਰਿਹਾ ਹੈਗਾ। ਇੰਡੀਆ ਦੇ ਜਿਹੜੀ 에ਅਰ ਸਪੇਸ ਹੈ ਉਹ ਖੁੱਲੀ ਨਹੀਂ ਹੈਗੀ, ਇਉਂ ਹੀ ਸਾਡਾ ਜੀ ਇਸੇ ਕਰਕੇ ਹੋ ਰਿਹਾ। ਅਦਰਵਾਈਜ਼ ਤੁਸੀਂ ਆਓ, ਇੱਥੇ ਰਹੋਗੇ ਜੀ, ਚੰਗੀ ਗੱਲ ਹੈ, ਸਾਡੀ ਇਕਨੋਮੀ 'ਚ ਹਿੱਸਾ ਪੈਂਦਾ, ਤੁਸੀਂ ਇੱਥੇ ਆ ਕੇ ਰਹਿੰਦੇ ਹੋ, ਚੀਜ਼ਾਂ ਖਰੀਦਦੇ ਹੋ, ਇਕਨੋਮੀ ਹੋਰ ਬੂਸਟ ਹੁੰਦੀ ਹੈਗੀ ਆ, ਔਰ ਤੁਸੀਂ ਆ ਕੇ ਇੱਥੇ ਰਹਿ ਕੇ ਪੜ੍ਹਾਈ ਕਰ ਸਕਦੇ ਹੋ, ਚੰਗੀ ਗੱਲ ਹੈਗੀ ਹੈ ਜੀ। ਮੈਨੂੰ ਲੱਗਦਾ ਸਿਰਫ ਇਹੀ ਕੁਛ ਐਸੇ ਕਾਰਨ ਹੈਗੇ ਕਿ COVID-19 ਕਰਕੇ ਅਜੇ ਇਹ ਜਿਹੜੀਆਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ ਜੀ, ਤੇ ਜੇਕਰ ਕੋਈ ਸਟੂਡੈਂਟ ਸਾਡਾ ਪ੍ਰੋਗਰਾਮ ਸੁਣ ਰਿਹਾ ਵਾ ਤਾਂ ਤੁਹਾਡੇ ਲਈ ਅਥਾਰਟੀ ਲੈਟਰ ਲੈਣਾ ਬਹੁਤ ਜ਼ਰੂਰੀ ਹੈ। ਕਾਲਜ ਵੱਲੋਂ ਤੁਹਾਡਾ ਅਥਾਰਟੀ ਲੈਟਰ ਹੋਣਾ ਚਾਹੀਦਾ ਜਾਂ ਫਿਰ ਕੋਈ ਰੀਜ਼ਨ ਹੋਣਾ ਚਾਹੀਦਾ ਹੈ ਇੱਥੇ ਆਉਣ ਦਾ। ਜੇਕਰ ਤੁਹਾਡੀ ਬ੍ਰੌਡਬੈਂਡ ਦੀ ਜਿਹੜੀ ਪ੍ਰੋਬਲਮ ਹੈਗੀ ਆ, ਤੁਸੀਂ ਉਹ ਫੇਸ ਕਰ ਰਹੇ ਹੋ, ਇੰਟਰਨੈਟ ਨਹੀਂ ਚੱਲ ਰਿਹਾ ਤੁਹਾਡੇ ਏਰੀਆ ਦੇ ਵਿੱਚ, ਤਾਂ ਇਸ ਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ। ਪਰ ਇਹ ਨਹੀਂ ਹੈ ਕਿ 6 ਮਹੀਨੇ ਕਲਾਸ ਲਗਾਉਣ ਤੋਂ ਬਾਅਦ ਤੁਸੀਂ ਹੁਣ ਐਕਸਕਿਊਜ਼ ਬਣਾਓ ਕਿ ਤੁਹਾਡੇ ਇੰਟਰਨੈਟ ਨਹੀਂ ਚੱਲ ਰਿਹਾ। ਸੋ ਸਰਕਾਰ ਪੂਰੀ ਇਨਕੁਆਇਰੀ ਕਰੇਗੀ। ਕੋਸ਼ਿਸ਼ ਕਰੋ ਕਿ ਇੱਕ ਜੈਨੂਇਨ ਰੀਜ਼ਨ ਹੋਵੇ, ਉਸ ਦਾ ਤੁਹਾਡੇ ਕੋਲ ਅਥਾਰਟੀ ਲੈਟਰ ਪ੍ਰੋਪਰ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਨੂੰ ਫਲਾਈਟ ਦੇ ਵਿੱਚ ਆਉਣ ਦਿੱਤਾ ਜਾਏਗਾ। ਅਦਰਵਾਈਜ਼ ਟਿਕਟ ਬੁੱਕ ਉਨੀ ਦੇਰ ਤੱਕ ਨਾ ਕਰਵਾਓ। ਸਰ, ਅਗਲੀ ਖਬਰ ਵੀ 에ਅਰਲਾਈਨਸ ਨੂੰ ਲੈ ਕੇ ਹੈ। KLM ਦੇ ਕਹਿੰਦੇ 에ਅਰਕ੍ਰਾਫਟ ਦੇ ਉੱਤੇ ਪੈਸੇਂਜਰਸ ਦੇ ਆਪਸ ਦੇ ਵਿੱਚ ਕੋਈ ਵਿਵਾਦ ਹੋ ਗਿਆ ਮਾਸਕ ਨੂੰ ਲੈ ਕੇ। ਤਰਨ, ਹੈਰਾਨੀ ਦੀ ਗੱਲ ਹੈ ਕਿ ਤੁਸੀਂ ਅੱਜ ਕੱਲ੍ਹ ਹਾਲਾਤ ਐਸੇ ਨੇ, ਪਤਾ ਹੈ ਕਿ ਤੁਹਾਨੂੰ ਮਾਸਕ ਪਾਉਣਾ ਪਵੇਗਾ। 에ਅਰਲਾਈਨਾਂ ਸਾਰੀਆਂ ਦੀ ਕੰਡੀਸ਼ਨ ਇਹ ਹੈਗੀ ਆ। ਉਹਦੇ ਵਿੱਚ ਹੁਣ 2 ਜਣੇ ਉੱਥੇ ਸ਼ਰਾਬ ਪੀ ਰਹੇ ਸੀਗੇ, ਔਰ ਸ਼ਰਾਬ ਦੇ ਪੀਣ ਦੇ ਵਿੱਚ ਉਹਨਾਂ ਨੂੰ ਜੋ ਤੋਂ ਕਿਹਾ ਗਿਆ ਵੀ ਤੁਸੀਂ ਆਪਦੇ ਮਾਸਕ ਲਾਓ, ਕਿਸੇ ਹੋਰ ਪੈਸੇਂਜਰ ਨੇ ਕਹਿਤਾ ਜੀ। ਉਹਦੇ ਨਾਲ ਜਿਹੜੇ 2 ਜਣੇ ਇਕੱਠੇ ਬੈਠੇ ਸੀ ਉਹਨਾਂ ਦਾ ਝਗੜਾ ਹੋ ਗਿਆ। ਉਹ 'ਚੋਂ ਅਖੀਰ ਇੱਕ ਨੇ ਸ਼ਰਟ ਵੀ ਲਾਈ ਹੋਈ ਹੈ ਜੀ। ਉਹ ਝਗੜੇ ਦੇ ਵਿੱਚ ਜੀ ਫਿਰ ਉਹਨਾਂ ਨੂੰ ਅਖੀਰ ਜਦੋਂ ਥੱਲੇ ਲੈਂਡ ਕੀਤੇ ਆ ਜੀ, ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਿਹੜੀ ਫਲਾਈਟ ਐਮਸਟਰਡੈਮ ਤੋਂ ਆਈਬੀਜ਼ਾ ਜਾ ਰਹੀ ਸੀਗੀ ਜੀ। ਆਈਬੀਜ਼ਾ ਇੱਕ ਛੋਟਾ ਜਿਹਾ ਜੀ ਟਾਪੂ ਹੈ ਮੈਡੀਟੇਰੀਅਨ ਦੇ ਵਿੱਚ, ਬਹੁਤ ਖੂਬਸੂਰਤ ਜਗ੍ਹਾ। ਜੇ ਕਿਸੇ ਤੋਂ ਜਾ ਹੈ ਤਾਂ ਜਾ ਕੇ ਆਓ, ਇਟਸ ਅ ਬਿਊਟੀਫੁਲ ਪਲੇਸ। ਹਾਲੇ ਯੰਗ ਲੋਕਾਂ ਵਾਸਤੇ ਹੈਗੇ ਜੀ, ਪਰ ਜਿਹੜੀ ਉੱਥੋਂ ਦੀ ਸਰਕਾਰ ਹੈਗੀ ਆ ਉਹ ਕੋਸ਼ਿਸ਼ ਕਰ ਰਹੀ ਹੈ ਕਿ ਉੱਥੇ ਕਬੀਲਦਾਰਾਂ ਵਾਸਤੇ, ਫੈਮਿਲੀ ਵਾਲਿਆਂ ਵਾਸਤੇ ਉਹ ਇਹੋ ਜਿਹਾ ਮਾਹੌਲ ਪੈਦਾ ਕਰ ਰਹੀ ਹੈ ਜੀ ਕਿ ਲੋਕੀ ਉੱਥੇ ਹੋਰ ਆਉਣ। ਤੇ ਇਹ ਉਸੇ ਦੇ ਸੰਦਰਭ ਵਿੱਚ ਲੋਕ ਜਾ ਰਹੇ ਸੀਗੇ ਜੀ, ਤੇ ਜਾਂਦਿਆਂ ਦਾ ਆ ਕੰਮ ਹੋ ਗਿਆ ਜੀ। ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਜੀ। ਹਾਂਜੀ, ਨਕਲੀ ਇਹ ਕਹਿ ਰਹੇ ਸੀ ਵੀ ਇੰਡੀਆ ਨੇ ਸਪੇਸ ਨਹੀਂ ਖੋਲੀ
ਇੰਡੀਆ ਨੇ ਤਾਂ 에ਅਰ ਬਬਲ ਬਣਾਏ ਸੀ ਕਿ ਨਹੀਂ। ਇੰਡੀਆ ਨੇ USA ਨਾਲ, ਫਰਾਂਸ ਨਾਲ, ਜਰਮਨੀ ਨਾਲ, ਇੰਗਲੈਂਡ ਨਾਲ, ਕੈਨੇਡਾ ਨਾਲ। ਕੈਨੇਡਾ ਨਾਲ ਨਹੀਂ ਹੈ ਜੀ, ਨਹੀਂ ਜੀ ਨਹੀਂ, ਇੱਕ ਮਿੰਟ, ਚਾਰ ਕੰਟਰੀਜ਼ ਨਾਲ ਜੀ, 4 ਕੰਟਰੀਜ਼ ਨਾਲ ਹੈ ਜੀ। ਕੈਨੇਡਾ ਨੇ ਹਾਮੀ ਨਹੀਂ ਭਰੀ ਕਿ ਨਹੀਂ। ਇਹਦਾ ਪ੍ਰੋਬਲਮ ਤਾਂ ਕੈਨੇਡਾ ਦੀ ਹੈ ਕਿ ਨਹੀਂ। ਇੰਡੀਆ ਤਾਂ ਚਲਾ ਰਿਹਾ ਫਲਾਈਟਾਂ, ਉਹ ਤਾਂ ਕਹਿ ਰਿਹਾ ਮੇਰੇ ਨਾਲ ਲਗਾਓ, ਪਰ ਇੱਥੇ ਕੈਨੇਡਾ ਨਹੀਂ ਅਲਾਉ ਕਰ ਰਿਹਾ ਉਹਨੂੰ, ਕਿਉਂਕਿ ਕੈਨੇਡਾ ਨੇ ਯੂਰਪ ਦੇ ਨਾਲ ਵੀ ਨਹੀਂ ਕੀਤਾ ਯਾਰ। ਇਹ ਤਾਂ ਕੈਨੇਡਾ ਆਪਣੀ ਸੇਫਟੀ ਕਰਕੇ ਨਹੀਂ ਕਰ ਰਿਹਾ ਕਿ ਨਹੀਂ। ਹਾਂਜੀ ਬਿਲਕੁਲ। ਤੇ ਦੂਜੀ ਗੱਲ ਕਰੀਏ, ਜਿਹੜਾ ਫਲਾਈਟਸ ਆ ਰਹੀਆਂ ਨੇ, ਦੇਖੋ ਉੱਥੋਂ ਆ ਰਹੀਆਂ ਨੇ। ਹੁਣ ਸਾਡੇ ਵੀ ਬੰਦੇ ਪਿਛਲੇ ਹਫਤੇ ਆਏ ਨੇ ਉੱਥੋਂ, ਦਿੱਲੀ ਤੋਂ ਦਿੱਲੀ ਤੋਂ ਇਹਦੀ ਲਫਤਾਂਸਾ ਦੀ ਫਲਾਈਟ ਲੈ ਕੇ ਫਰੈਂਕਫਰਟ ਆਏ, ਫਰੈਂਕਫਰਟ ਤੋਂ 에ਅਰ ਕੈਨੇਡਾ ਦੀ ਫਲਾਈਟ ਇੱਥੇ ਲੈ ਕੇ ਆਈ। ਔਰ ਖਾਸ ਗੱਲ ਤੁਹਾਨੂੰ ਇੱਕ ਹੋਰ ਦੱਸ ਦੇਵਾਂ, ਉਹ ਆਪਣੀ ਉਸੇ ਟਿਕਟ ਦੇ ਉੱਪਰ ਆਏ ਨੇ, ਪੁਰਾਣੀ ਟਿਕਟ ਦੇ ਉੱਤੇ, ਜਿਹੜੀ ਟਿਕਟ ਲੈ ਕੇ ਗਏ ਸੀ ਉਸੇ ਰਿਟਰਨ ਟਿਕਟ ਦੇ ਉੱਪਰ ਆਏ ਨੇ। ਬਿਲਕੁਲ ਜੀ, ਸਹੀ ਗੱਲ ਹੈ ਤੁਹਾਡੀ। ਇਹ ਬਹੁਤ ਵਧੀਆ ਗੱਲ ਹੋਈ, ਉਸੇ ਟਿਕਟ ਤੇ ਆ ਗਏ, ਨਵੇਂ ਪੈਕ ਕਰ ਨੇ। ਪਰ ਹਜੇ ਵੀ ਕਨਫਿਊਜ਼ਨ ਹੈ, ਕਿਤੇ ਉਹ ਲਿਖਿਆ ਹੈ ਪਰਮਾਨੈਂਟ ਰੈਜ਼ੀਡੈਂਟ, ਕਿਤੇ ਲਿਖਿਆ ਕੈਨੇਡੀਅਨ ਸਿਟੀਜ਼ਨ। ਇਸ ਕਰਕੇ ਕਈ 에ਅਰਲਾਈਨਸ ਜਿਹੜੇ ਆ ਪਰਮਾਨੈਂਟ ਰੈਜ਼ੀਡੈਂਟ ਨੂੰ ਨਹੀਂ ਲੈ ਰਹੀਆਂ ਨੇ, ਔਰ ਕੁਝ ਲੈ ਕੇ ਆ ਰਹੀਆਂ ਨੇ। ਇਹ ਕਨਫਿਊਜ਼ਨ ਜਿਹੜਾ ਦੂਰ ਹੋ ਜਾਏ ਤਾਂ ਲੋਕੀ ਸੌਖੇ ਹੋ ਜਾਣ ਉੱਥੋਂ ਆਉਣ ਨੂੰ। ਜੀ ਬਿਲਕੁਲ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ, ਤੁਸੀਂ ਜਵਾਬ ਦਵੋਗੇ ਇਸ ਦਾ ਪਹਿਲਾਂ? ਨਹੀਂ, ਤੁਸੀਂ ਹੈਂਡਲ ਕਰਨਾ ਤਾਂ ਜੀ ਸਰ, ਸਭ ਤੋਂ ਪਹਿਲਾਂ ਦੱਸ ਦਵਾਂ, ਕਿਉਂਕਿ ਸਾਡੀ ਕੰਸਲਟੈਂਟਸ ਜਾਂ ਫਿਰ 에ਅਰ ਟਿਕਟਸ ਵਾਲਿਆਂ ਨਾਲ ਜਿਵੇਂ ਗੱਲਬਾਤ ਹੁੰਦੀ ਹੈ, ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਵੇਂ ਕਹਿੰਦੇ ਆ ਕਿ ਅਸੀਂ ਸਿਰਫ ਕੈਨੇਡੀਅਨਸ ਨੂੰ ਲੈ ਕੇ ਆ ਸਕਦੇ ਹਾਂ ਜਾਂ ਫਿਰ PR ਹੋਲਡਰਸ ਨੂੰ ਲੈ ਕੇ ਆ ਸਕਦੇ ਹਾਂ। ਕਈ ਵਾਰੀ ਇਦਾਂ ਹੁੰਦਾ ਕਿ ਅਥਾਰਟੀ ਲੈਟਰ ਤੁਹਾਡੇ ਤੋਂ ਮੰਗਦੇ ਆ। ਜਦੋਂ ਤੁਸੀਂ ਅਥਾਰਟੀ ਲੈਟਰ ਲਈ ਅਪਲਾਈ ਕਰਦੇ ਹੋ, ਤੁਸੀਂ ਜੇਕਰ ਸਿਟੀਜ਼ਨ ਜਾਂ ਫਿਰ PR ਹੋਲਡਰ ਹੋ, ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ, ਜੇਕਰ ਤੁਹਾਡੇ ਤੋਂ ਅਥਾਰਟੀ ਲੈਟਰ ਮੰਗਿਆ ਜਾਂਦਾ, ਤੁਸੀਂ ਅੱਗੇ ਕੈਨੇਡੀਅਨ ਸਰਕਾਰ ਤੱਕ ਰਾਬਤਾ ਕਾਇਮ ਕਰਦੇ ਹੋ ਕਿ ਅਥਾਰਟੀ ਲੈਟਰ ਸਾਨੂੰ ਚਾਹੀਦਾ, ਤਾਂ ਉਹ ਕਹਿੰਦੇ ਨੇ ਕਿ ਤੁਹਾਨੂੰ ਅਥਾਰਟੀ ਲੈਟਰ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਆ ਸਕਦੇ ਹੋ ਬਿਨਾਂ ਅਥਾਰਟੀ ਲੈਟਰ ਦੇ। ਸਿਰਫ ਇਹੀ ਚੀਜ਼ ਤੁਹਾਨੂੰ ਉੱਥੇ ਦਿਖਾਉਣ ਦੀ ਲੋੜ ਹੈ ਕਿ ਤੁਹਾਨੂੰ ਅਥਾਰਟੀ ਲੈਟਰ ਦੀ ਜ਼ਰੂਰਤ ਨਹੀਂ ਹੈ। ਐਨਾ ਕੁ ਲਿਖਿਆ ਹੀ ਉਹ ਮੰਗਦੇ ਨੇ, ਇਹੀ ਚੀਜ਼ 에ਅਰਲਾਈਨਸ ਨੂੰ ਦਿਖਾਉਣੀ ਹੁੰਦੀ ਹੈ, ਦੈਟਸ ਇਟ। ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਰਹੀ ਹੈ ਕਿ ਸਾਨੂੰ ਤਾਂ ਅਥਾਰਟੀ ਲੈਟਰ ਦੀ ਜ਼ਰੂਰਤ ਨਹੀਂ ਹੈਗੀ, ਅਸੀਂ ਕੀ ਚੀਜ਼ ਦਿਖਾਈਏ। ਜੋ ਤੁਹਾਨੂੰ ਇੱਥੋਂ ਦੀ ਕੰਸੂਲੇਟ ਵੱਲੋਂ ਜੋ ਵੀ ਲਿਖ ਕੇ ਦਿੱਤਾ ਜਾਂਦਾ ਕਿ ਤੁਹਾਨੂੰ ਅਥਾਰਟੀ ਲੈਟਰ ਦੀ ਲੋੜ ਨਹੀਂ ਹੈ, ਇਹੀ ਚੀਜ਼ ਤੁਸੀਂ ਉਹਨਾਂ ਨੂੰ ਉੱਥੇ ਜਾ ਕੇ ਦਿਖਾਉਣੀ ਹੈ 에ਅਰਲਾਈਨਸ ਵਾਲਿਆਂ ਨੂੰ, ਦੈਟਸ ਇਟ। ਤੁਹਾਨੂੰ ਵੋਟ ਕਰਨ ਦੇਣਗੇ। ਜਿਹੜੀ ਇਹਨਾਂ ਨੇ ਇਹ ਗੱਲ ਕਹੀ ਹੈ ਤਰਨ ਕਿ ਉਸੇ ਟਿਕਟ ਤੇ ਲੋਕ ਆ ਰਹੇ ਨੇ, ਹਾਂਜੀ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਜੀ। ਬਹੁਤ ਲੋਕ ਆਏ ਨੇ, ਆ ਵੀ ਰਹੇ ਨੇ, ਔਰ ਮੈਂ ਵੀ ਹਰੇਕ ਨੂੰ ਕਮੈਂਟ ਕਰਾਂ ਕਿ ਨਵੀਂ ਨੂੰ ਟਿਕਟ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਪਹਿਲਾਂ ਕੋਸ਼ਿਸ਼ ਕਰੋ, ਕਿਉਂਕਿ ਜਿਹੜੀ ਤੁਹਾਡੀ ਪਹਿਲੀ ਟਿਕਟ ਹੈਗੀ ਆ ਉਹ ਜਿੱਦਣ ਤੁਸੀਂ ਆਉਣਾ ਚਾਹੁੰਦੇ ਸੀ ਉਸ ਦਿਨ ਦੀ ਫਲਾਈਟ ਕੈਂਸਲ ਸੀਗੀ ਉਹ। ਸੋ ਤੁਸੀਂ ਉਹ ਜਿਹੜੀ ਟਿਕਟ ਹੈਗੀ ਤੁਹਾਨੂੰ ਦੁਬਾਰੇ ਉਸ ਨਵੀਂ ਡੇਟ ਤੇ ਜਿੱਦਣ ਫਲਾਈਟ ਆਉਣੀ ਆ ਉਹ ਤੇ ਦੁਬਾਰੇ ਇਸ਼ੂ ਹੋਏਗੀ, ਤੇ ਇਸੇ ਕਰਕੇ ਹੀ ਕਈ ਲੋਕ ਉਸੇ ਟਿਕਟ ਦੇ ਉੱਤੇ ਵਾਪਸ ਆ ਰਹੇ ਨੇ। ਇਹ ਸਿਰਫ ਜਿਹੜੇ ਪੈਨਿਕ ਦੇ ਵਿੱਚ ਆਏ ਹੋਏ ਨੇ ਉਹਨਾਂ ਨੇ, ਜਾਂ ਜਦੋਂ ਜਿਹੜੀਆਂ ਰੈਪੂਟੇਸ਼ਨ ਫਲਾਈਟਸ ਚੱਲੀਆਂ ਸੀਗੀਆਂ ਉਹਦੇ ਵਾਸਤੇ ਉਹ ਪੈਸੇ ਵੱਧ ਲਏ ਗਏ ਸੀਗੇ ਜੀ। ਜਿਹੜੇ ਹੁਣ ਆ ਰਹੇ ਨੇ ਉਹ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਜੀ, ਉਹ ਜਿਹੜਾ ਪੁਰਾਣਾ ਟਿਕਟ ਆ ਉਹਦੇ ਉੱਤੇ ਹੀ ਆ ਰਹੇ ਨੇ ਜੀ ਸਰ। ਜਿਹੜੀ ਬਾਕੀ ਇਹਨਾਂ ਨੇ 에ਅਰ ਬਬਲ ਦੀ ਗੱਲ ਕੀਤੀ ਹੈ ਉਹਦੇ ਵਿੱਚ ਮੈਂ ਥੋੜਾ ਜਿਹਾ ਜ਼ਰੂਰ ਐਡ ਆਨ ਕਰਨਾ ਚਾਹਾਂਗੀ। 에ਅਰ ਬਬਲ ਜ਼ਰੂਰ ਕੁਝ ਕੰਟਰੀਆਂ ਦੇ ਵਿੱਚ ਆਪਸ ਵਿੱਚ ਹੋ ਰਿਹਾ, ਪਰ ਨਾਲ ਦੀ ਨਾਲ ਕਰੋਨਾ ਵਾਇਰਸ ਦੀ ਸੈਕਿੰਡ ਵੇਵ ਦੇ ਡਰ ਦੇ ਨਾਲ ਇਹ ਕੈਂਸਲ ਵੀ ਹੋ ਰਿਹਾ। ਕੁਝ ਦਿਨ ਪਹਿਲਾਂ ਅਸੀਂ ਗੱਲ ਕਰੀ, ਆਪਾਂ ਵੀ ਸਰ ਨਿਊਜ਼ ਇਹ ਦਿੱਤੀ ਸੀ ਕਿ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ 에ਅਰ ਬਬਲ ਜਿਹੜਾ ਸਟਾਰਟ ਹੋਇਆ, ਪਰ ਆਸਟ੍ਰੇਲੀਆ 'ਚ ਹੁਣ ਜਿਸ ਤਰੀਕੇ ਨਾਲ ਮੁੜ ਤੋਂ ਕਰੋਨਾ ਵਾਇਰਸ ਦੇ ਮਾਮਲੇ ਸ਼ੁਰੂ ਹੋ ਚੁੱਕੇ ਨੇ, ਇਹ 에ਅਰ ਬਬਲ ਹੁਣ ਬੰਦ ਕਰ ਦਿੱਤਾ ਗਿਆ। ਸੋ ਸ਼ਾਇਦ ਕੈਨੇਡਾ ਨੂੰ ਵੀ ਇਹੀ ਹੈ ਕਿ ਜਿਵੇਂ ਇਸ ਤਰ੍ਹਾਂ ਨਾਲ ਭਾਰਤ ਵਿੱਚ ਇਸ ਵਕਤ ਜਿਵੇਂ ਹਾਲਾਤ ਬਣੇ ਹੋਏ ਨੇ, ਲਗਾਤਾਰ ਮਰੀਜ਼ ਸਾਹਮਣੇ ਆ ਰਹੇ ਨੇ ਕਰੋਨਾ ਵਾਇਰਸ ਦੇ। ਕੁਝ ਫਲਾਈਟਸ ਵੀ ਇੱਥੇ ਅਜਿਹੀਆਂ ਪਹੁੰਚੀਆਂ ਨੇ ਜਿਨ੍ਹਾਂ 'ਚ ਕਰੋਨਾ ਵਾਇਰਸ ਦੇ ਮਰੀਜ਼ ਪਾਏ ਗਏ ਨੇ, ਆਪਾਂ ਖੁਦ ਖਬਰਾਂ ਟੈਲੀਕਾਸਟ ਕੀਤੀਆਂ ਨੇ। ਇਸ ਤੋਂ ਬਾਅਦ ਕੈਨੇਡਾ ਨੇ ਇਸ ਲਈ ਮਨਾ ਕੀਤਾ, ਚਾਹੇ ਉਹ ਯੂਰਪ ਨਾਲ ਹੋਵੇ ਚਾਹੇ ਉਹ ਇੰਡੀਆ ਨਾਲ ਹੋਵੇ, ਕਿ ਇੱਥੇ ਸੈਕਿੰਡ ਵੇਵ ਤੋਂ ਪਹਿਲਾਂ ਚੀਜ਼ਾਂ ਨੂੰ ਕੰਟਰੋਲ ਕਰ ਲਿਆ ਜਾਵੇ। ਤੇ ਬਾਕੀ ਸਰ ਗੱਲ ਰਹੀ ਮੈਲਬਰਨ ਦੀ, ਇਸ ਵਕਤ ਬਹੁਤ ਜ਼ਿਆਦਾ ਉੱਥੇ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੈ, ਸੈਕਿੰਡ ਵੇਵ ਇੱਕ ਤਰ੍ਹਾਂ ਨਾਲ ਆ ਚੁੱਕੀ ਹੈ। ਪੁਲਿਸ ਨੂੰ ਲੈ ਕੇ ਹੁਣ ਜਿਹੜੀ ਨਵੀਂ ਇਸ਼ੂ ਸਾਹਮਣੇ ਆ ਰਿਹਾ ਕਿ ਬਿਨਾਂ ਵਾਰੰਟ ਦੇ ਵੀ ਤੁਹਾਡੇ ਘਰ ਵਿੱਚ ਹੁਣ ਦਾਖਲ ਹੋ ਸਕਦੀ ਆ। ਇਹਦੇ ਬਾਰੇ ਗੱਲ ਕਰਾਂਗੇ, ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਮੈਂ ਬਰੈਂਪਟਨ ਤੋਂ ਬੋਲ ਰਿਹਾ ਜੀ ਸਰ, ਦੱਸੋ ਕੀ ਕਹਿਣਾ? ਹਾਂਜੀ, ਮੈਂ ਦੋ ਨਿਊਜ਼ ਬਾਰੇ ਸ਼ੇਅਰ ਕਰਨੀ ਸੀ। ਇੱਕ ਤੇ ਸਾਡੇ ਤੇ ਰੇਸਿਜ਼ਮ ਬਹੁਤ ਆਪਣੇ ਬੰਦੇ ਵੀ ਇਹਦੇ 'ਚ ਇਨਵੋਲਵ ਹੁੰਦੇ ਜਾ ਰਹੇ ਹੁਣ ਚਾਈਨੀਜ਼ ਦੇ ਵਿਰੁੱਧ। ਸੋ ਪਹਿਲਾ ਕੇਸ ਮੈਂ ਡਿਸਕਸ ਕਰਦਾ ਕਿ ਮੈਂ ਇੱਕ ਟਿਕਟੌਕ ਤੇ ਵੀਡੀਓ ਦੇਖੀ ਹੈ ਕਿ ਉਹ ਸਲੂਨ ਸੀ ਤੇ ਉੱਥੇ ਆਪਣੇ ਪੰਜਾਬੀ ਵੂਮਨ ਸੀ ਤੇ ਉਹਨੇ ਜਾ ਕੇ ਉਹਨਾਂ ਨੇ ਉਹਨੂੰ ਮਾਸਕ ਪਹਿਨਣ ਲਈ ਕਿਹਾ ਤੇ ਉਹਨੇ ਡਿਨਾਈ ਕਰ ਦਿੱਤਾ ਤੇ ਐਂਡ ਤੇ ਜਾ ਕੇ ਉਹਨੇ ਫਿਰ ਸਿੱਧਾ ਰੇਸਿਸ ਅਟੈਕ ਕੀਤਾ ਕਿ ਤੁਸੀਂ ਗੋ ਬੈਕ ਟੂ ਚਾਈਨਾ। ਇੱਕ ਐਪ ਤੇ ਇੱਕ ਤੁਸੀਂ ਨਿਊਜ਼ ਦੂਸਰੀ ਸੁਣੀ ਹੋਣੀ, ਉਹ ਮੈਨੂੰ ਪਤਾ ਨਹੀਂ ਤੁਸੀਂ ਸੁਣੀ ਕਿ ਨਹੀਂ, ਜਿਹੜੀ ਕਿ ਪਾਕਿਸਤਾਨੀ ਸਟੋਰ ਦੇ ਵਿੱਚ ਟੋਰਾਂਟੋ ਦੇ ਵਿੱਚ ਇੱਕ ਵੇਟਰ ਨੇ ਬਿੱਲ ਜਦੋਂ ਨਾਮ ਬਣਾਇਆ, ਉਹਦਾ ਬਿੱਲ ਦੇ ਉੱਤੇ ਨਾਮ ਲਿਖਿਆ ਤੇ ਉਹ ਕਸਟਮਰ ਦਾ ਨਾਮ ਚਿੰਕੀ ਲਿਖ ਦਿੱਤਾ ਉੱਥੇ।
ਜੀ ਤੇ ਇੱਕ ਜਿਹੜੀ ਦੂਸਰੀ ਨਿਊਜ਼ ਹੈਗੀ ਮੈਮ, ਜਿਹੜੀ ਉਹ ਆਈ ਥਿੰਕ ਅਜੇ ਨਿਊਜ਼ ਚੈਨਲ ਦੇ ਉੱਤੇ ਆ ਨਹੀਂ ਰਹੀ, ਉਹ ਆਊਟਸਾਈਡ ਆਫ ਕੈਨੇਡਾ ਵਾ, ਯੂਕੇ ਦੀ ਹੈ, ਜਿਹਦੇ ਵਿੱਚ ਜੈ ਪਟੇਲ 52 ਮਿਲੀਅਨ ਪਾਉਂਡ ਦੇ ਨਾਲ ਹਾਰਡ ਕਰੰਸੀ ਉਹਦੇ ਘਰੋਂ ਫੜੀ ਗਈ ਹੈ। ਜੀ ਬਿਲਕੁਲ, ਇਹ ਆ ਚੁੱਕੀ ਹੈ ਸਰ ਨਿਊਜ਼ ਤੇ ਆਪਾਂ ਡਿਸਕਸ ਵੀ ਇਸ ਦੇ ਬਾਰੇ ਕਰ ਚੁੱਕੇ ਹਾਂ, ਜਿਹੜੀ ਉਹਨਾਂ ਨੇ ਬੈੱਡ ਦੇ ਨੀਚੋਂ ਜਿਹੜੀ ਬਰਾਮਦ ਹੋਈ ਹੈ। ਹਾਂਜੀ 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 ਹਾਂਜੀ, ਉਹ ਅਸੀਂ ਪਿਛਲੇ ਹਫਤੇ ਕਰਤੀ ਸੀਗੀ ਜੀ। ਓਕੇ ਜੀ ਬਲ ਤੁਸੀਂ ਸਰ ਜਿਹੜੀ ਤੁਸੀਂ ਡਿਸਕਸ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੋ ਨਵੇਂ ਤੁਸੀਂ ਦੋ ਹਾਈਲਾਈਟ ਠੀਕ ਹੈ। ਕੀਤੀਆਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਵੀ ਰੇਸਿਜ਼ਮ ਵਧਣਾ ਸ਼ੁਰੂ ਹੋ ਚੁੱਕਿਆ ਹੈ। Thank ਸਰ you. ਅਸੀਂ ਦੂਸਰਿਆਂ ਨੂੰ ਅਸੀਂ ਕਹਿੰਦੇ ਹਾਂ ਅਕਸਰ ਹਾਂਜੀ। ਕਿ ਦੂਸਰੇ ਵਾਈਟ ਲੋਕਾਂ ਨੂੰ ਖਾਸ ਤੌਰ ਤੇ ਅਸੀਂ ਬਹੁਤ ਟਾਰਗੇਟ ਕਰਦੇ ਹਾਂ ਕਿ ਰੇਸਿਜ਼ਮ ਵਧਾ ਰਹੇ ਨੇ, ਜਦ ਕਿ ਅਸੀਂ ਖੁਦ ਦੇਖੀਏ ਅਸੀਂ ਆਪਣੀ ਵੀ ਕਮਿਊਨਿਟੀ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਬਹੁਤ ਕਰਦੇ ਹਾਂ ਤੇ ਦੂਜੀਆਂ ਕਮਿਊਨਿਟੀਆਂ 'ਚ ਵੀ ਬਹੁਤ ਕਰ ਰਹੇ ਹਾਂ। ਪਹਿਲਾਂ ਤਾਂ ਤਰਨ ਸਾਡੇ 'ਚ ਜ਼ਾਤ ਪਾਤ ਹੈ, ਇਹ ਰੇਸਿਜ਼ਮ ਹੈ। ਬਿਲਕੁਲ ਅਸੀਂ ਪੰਜਾਬ ਤੋਂ ਆਏ ਹਾਂ ਬਹੁਤੇ, ਜਿਹੜੇ ਵੀ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਕੰਮ ਕਰਨ ਆਉਂਦੇ ਇਹ ਆਪਾਂ ਨੂੰ ਪਤਾ ਅਸੀਂ ਉਹਨਾਂ ਨੂੰ ਕਿਵੇਂ ਟਰੀਟ ਕਰਦੇ ਹਾਂ। ਬਿਲਕੁਲ ਮੈਂ ਆਪਣੇ ਸਮੇਂ 'ਚ ਇਹ ਗੱਲ ਦੇਖੀ ਹੈ ਕਿ ਜਦੋਂ ਦਿਹਾੜੀਏ ਘਰ ਆਉਂਦੇ ਹੁੰਦੇ ਸੀਗੇ, ਉਹ ਆਪਣਾ ਕੱਪ ਆਪਣਾ ਭਾਂਡਾ ਨਾਲ ਲੈ ਕੇ ਆਉਂਦੇ ਹੁੰਦੇ ਸੀ, ਪਰੇ ਹੋ ਕੇ ਬਹਿੰਦੇ ਸੀ, ਔਰ ਕਈਆਂ ਘਰਾਂ ਦੇ ਵਿੱਚ ਸਵਾਣੀਆਂ ਭਾਂਡੇ ਨੂੰ ਵੀ ਟੱਚ ਨਾ ਹੋਵੇ। ਹਾਂ, ਟੱਚ ਨਾ ਹੋਵੇ। ਇਸ ਤਰ੍ਹਾਂ ਮੇਰੇ ਦੇਖਦੇ ਦੀ ਗੱਲਾਂ ਜੀ, ਆਮ 62 years old ਹੋ ਐਸਾ ਨਾ ਹੋ ਜਾਣਾ ਜੀ। ਇਹ ਗੱਲਾਂ ਮੈਂ ਹੁਣ ਦੇਖੀਆਂ। ਰੇਸਿਜ਼ਮ ਤਾਂ ਸਾਡੇ 'ਚ ਆਪ ਦੇ ਵਿੱਚ ਹੈਗਾ ਜੀ। ਅਸੀਂ ਕਿਸੇ ਨੂੰ ਹਟਾਉਣ ਵਾਸਤੇ ਅਸੀਂ ਕੀ ਕਹਾਂਗੇ? ਅਸੀਂ ਹੁਣ ਤੱਕ ਅਸੀਂ ਜੱਟਵਾਦ ਨਹੀਂ ਛੱਡਿਆ ਜੀ। ਅਸੀਂ ਦੂਸਰੀਆਂ ਜ਼ਾਤਾਂ ਨੂੰ ਇਹੋ ਜਿਹਾ ਕੁਝ ਕਹਿੰਦੇ ਆ, ਕਿਸੇ ਨੂੰ ਨੀਵਾਂ ਸਮਝਦੇ ਆ, ਕਿਸੇ ਨੂੰ ਅਸੀਂ ਉੱਚਾ ਸਮਝਦੇ ਆ। ਸਾਡੇ 'ਚ ਬ੍ਰਾਹਮਣਵਾਦ ਨਹੀਂ ਜੀ ਗਿਆ। ਅਸੀਂ ਆਪ ਹੀ ਰੇਸਿਸਟ ਹਾਂ। ਅਸੀਂ ਆ ਕੇ ਇੱਥੇ ਰੇਸਿਜ਼ਮ ਦਾ ਆਰੰਭਾ ਦਿੰਦੇ ਹਾਂ। ਸਾਨੂੰ ਪਹਿਲਾਂ ਆਪਣੇ ਗਿਰੇਬਾਨ 'ਚ ਝਾਕਣਾ ਪਏਗਾ ਜੀ, ਆਪ ਨੂੰ ਦੇਖਣਾ ਪਏਗਾ, ਸੋਚਣਾ ਪਏਗਾ ਕਿ ਅਸੀਂ ਆਪ ਕੀ ਕਰ ਰਹੇ ਹਾਂ। ਫਰੈਂਕਲੀ ਅਸੀਂ ਇੱਥੇ ਲਾਸਟ ਨੇਮ ਵਰਤਦੇ ਹਾਂ ਜੀ। ਤਰਨ ਨੂੰ ਇੱਕ ਦਿਨ ਮੈਸੇਜ ਆਇਆ ਸੀਗਾ, ਫੋਨ ਵੀ ਕੀਤਾ ਗਿਆ ਸੀਗਾ ਵੀ ਤੁਸੀਂ ਲਾਸਟ ਨੇਮ ਕਿਉਂ ਵਰਤਦੇ ਹੋ। ਲਾਸਟ ਨੇਮ ਦੀ ਇਹ ਪ੍ਰੋਬਲਮ ਹੈ ਜੀ, ਕਿਉਂਕਿ ਇਸ ਮੁਲਕ ਦੇ ਵਿੱਚ ਲਾਸਟ ਨੇਮ ਦੇ ਨਾਲ ਕੰਮ ਚੱਲਦਾ ਹੈ। ਰੀਜ਼ਨ ਇੱਕੋ ਨਾਂ ਦੇ ਬਹੁਤ ਬੰਦੇ ਨੇ ਔਰ ਉਹ ਸਾਰੇ ਦੇ ਸਾਰੇ ਡਾਟੇ ਦੇ ਵਿੱਚ ਹੈਗੇ ਨੇ ਜੀ। ਉਹਦੀ ਆਇਡੈਂਟੀਟੀ ਬਣਾਉਣ ਵਾਸਤੇ ਸੌਖਾ ਕੰਮ ਹੈਗਾ ਲਾਸਟ ਨੇਮ। ਹਾਲਾਂਕਿ ਸਿੱਖਜ਼ਮ ਨਹੀਂ ਕਹਿੰਦਾ ਕਿ ਤੁਸੀਂ ਜਦੋਂ ਸਿੰਘ ਲਾਤਾ ਤਾਂ ਉਸ ਤੋਂ ਬਾਅਦ ਖਤਮ ਹੈਗਾ, ਪਰ ਅਸੀਂ ਦੁਬਾਰੇ ਸ਼ੁਰੂ ਕੀਤਾ। ਰੀਜ਼ਨ ਇਹ ਹਾਲਾਤ ਇੱਥੋਂ ਦੇ ਐਸੇ ਨੇ ਤਾਂ ਸਾਨੂੰ ਇਹ ਕਰਨਾ ਪਿਆ। ਵੈਸੇ ਅਸੀਂ ਰੇਸਿਸਟ ਆਪਦੇ ਆਪ 'ਚ ਅਸੀਂ ਬਹੁਤ ਵੱਡੇ ਰੇਸਿਸਟ ਹਾਂ। ਅਸੀਂ ਦੂਸਰੀ ਦੁਨੀਆ ਦਾ ਜਿਹੜੀ ਗੱਲ ਕਹਿਣੀ, ਅਸੀਂ ਭਈਏ ਆਮ ਸ਼ਬਦ ਵਰਤਦੇ ਹਾਂ ਜੀ। ਕਿੰਨਾ ਡਿਗਰੇਡਿੰਗ ਸ਼ਬਦ ਹੈਗਾ। ਅਸੀਂ ਕਿਸੇ ਨੂੰ ਗਾਲ ਕੱਢਣੀ ਆ, ਉਹਦੀ ਜ਼ਾਤ ਦਾ ਨਾਂ ਲੈ ਕੇ, ਤੁਹਾਨੂੰ ਜਾਂ ਪਤਾ ਹੋਏਗਾ ਜੀ, ਮੈਂ ਨਾਂ ਨਹੀਂ ਲੈ ਸਕਦਾ, ਜ਼ਾਤ ਦਾ ਨਾਂ ਲੈ ਕੇ ਤੁਸੀਂ ਉਹਨੂੰ ਉਹੋ ਜਿਹੀ ਗਾਲ ਕੱਢਦੇ ਹੋ। ਮੈਂ ਆਪਣੀ ਗੱਲ ਦੱਸ ਦਿੰਦਾ ਜੀ, ਮੇਰੇ ਤੇ ਆਪਣੀ ਜ਼ਿੰਦਗੀ 'ਚ ਇੱਕ ਐਸਾ ਅਸਰ ਹੋਇਆ ਸੀਗਾ ਜੀ। ਪਰਮਾਤਮਾ ਮਿਹਰ ਕਰੇ, ਮੇਰੇ ਆਂਟੀ ਜੀ ਸੀਗੇ ਜੀ, ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ। ਉਹ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਤਰਨ। ਮੈਂ ਉਹਨਾਂ ਦੇ ਘਰੇ ਗਿਆ, ਉਹ ਪਾਠ ਕਰ ਰਹੇ ਸੀਗੇ ਤੇ ਮੈਂ ਉੱਥੇ ਜਾ ਕੇ ਨਮਸਕਾਰ ਕੀਤੀ। ਮੈਂ ਥੱਲੇ ਜਾ ਕੇ ਬਹਿ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਇੱਕ ਪੇਪਰ ਪਿਆ ਸੀਗਾ। ਮੈਂ ਇਹ ਘਟਨਾ ਭੁੱਲ ਨਹੀਂ ਸਕਦਾ, ਮੈਂ ਛੋਟਾ ਸੀਗਾ। ਉਹ ਜਿਹੜਾ ਪੇਪਰ ਪਿਆ ਸੀ ਉਹਦੇ ਉੱਤੇ ਮੈਂ ਦੇਖਿਆ ਕਿ ਜਿਹੜੇ ਸਾਡੇ ਉੱਥੋਂ ਦੇ ਭੰਗੀ ਸੀਗੇ, ਉਹਨਾਂ ਦੀ ਐਸੋਸੀਏਸ਼ਨ ਵੱਲੋਂ ਨੋਟਿਸ ਸੀਗਾ ਕਿ ਅਸੀਂ ਅਗਲੇ ਹਫ਼ਤੇ ਤੋਂ ਸਟ੍ਰਾਈਕ ਕਰਨੀ ਆ ਤੇ ਤੁਹਾਨੂੰ ਅਸੀਂ ਨੋਟਿਸ ਦੇ ਕੇ ਜਾ ਰਹੇ ਹਾਂ। ਮੈਂ ਆਂਟੀ ਜੀ ਨੂੰ ਮੈਂ ਸਵਾਲ ਕੀਤਾ, ਆਂਟੀ ਜੀ ਇਹ ਭੰਗੀਆਂ ਦਾ ਪੇਪਰ ਆਪਾਂ ਗੁਰੂ ਮਹਾਰਾਜ ਦੇ ਮੂਹਰੇ ਕਿਉਂ ਰੱਖਿਆ? ਮੈਨੂੰ ਉਹਨਾਂ ਦੀ ਗੱਲ ਨਹੀਂ ਜੀ ਭੁੱਲਦੀ। ਮਨੋਹਰ ਕੌਰ ਜੀ ਉਹਨਾਂ ਦਾ ਨਾਂ। ਉਹ ਕਹਿੰਦੇ ਬੱਚੇ ਇਹ ਵੀ ਇਨਸਾਨ ਨੇ। ਉਹ ਦਿਨ ਗਿਆ ਮੇਰੀ ਖਵਨੀ ਜ਼ਿੰਦਗੀ ਆਪਦੇ ਜ਼ਿਹਨ 'ਚ ਪ੍ਰਿੰਟ ਹੋਇਆ ਹੈ ਜੀ। ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਜੀ, ਜਦੋਂ ਮੈਂ ਮਾਸਟਰਸ ਕਰਦਾ ਸੀ ਅਸੀਂ 4 ਜਣੇ ਸੀਗੇ ਜੀ, ਜਿਹੜੇ ਬਹੁਤ ਨੇੜੇ ਦੇ ਦੋਸਤ ਸੀ। ਇੱਕ ਮੈਂ ਸੀ ਜੀ ਜੱਟਾਂ ਦਾ, ਇੱਕ ਮੇਰੇ ਨਾਲ ਬ੍ਰਾਹਮਣਾਂ ਦਾ ਸੀਗਾ ਜੀ, ਇੱਕ ਜਿਹੜੇ ਦੁਕਾਨਦਾਰ ਹੁੰਦੇ ਆ ਉਹ ਸੀ ਜੀ, ਇੱਕ ਕਮੀਆਂ ਦਾ ਮੁੰਡਾ ਸੀ। ਅਸੀਂ ਇੱਕੋ ਭਾਂਡੇ 'ਚ ਰੋਟੀ ਖਾਂਦੇ ਸੀ ਜੀ। ਇਹ ਮੇਰੇ ਤੇ ਅਸਰ ਹੋਇਆ ਜੀ। ਅਸੀਂ ਜ਼ਾਤ ਪਾਤ ਨੂੰ ਸਾਨੂੰ ਛੱਡਣਾ ਪਏਗਾ ਜੀ, ਆਪਦੇ ਤੋਂ ਸ਼ੁਰੂ ਕਰਨਾ ਪਏਗਾ, ਤਾਂ ਅਸੀਂ ਕਿਸੇ ਨੂੰ ਕੁਝ ਕਹਿ ਸਕਦੇ ਹਾਂ ਜੀ, ਅਦਰਵਾਈਜ਼ ਨਹੀਂ। ਸਰ ਲਾਸਟ ਨੇਮ ਲਾਉਣ ਨਾਲ ਇਹ ਨਹੀਂ ਹੈ ਕਿ ਕੋਈ ਆਪਦੀ ਜਾਤ ਦਿਖਾ ਰਹੇ ਜਾਂ ਕੁਛ ਹੈ। ਇਹ ਐਦਾਂ ਹੈ ਕਿ ਇਹ ਮਾਈਂਡ ਦੀ ਸੋਚ ਹੁੰਦੀ ਹੈ, ਮਾਈਂਡ ਗੇਮ ਹੈ ਸਾਰੀ, ਕਿ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ। ਇੱਕ ਨਾਮ ਹੈ ਕਿਸੇ ਦਾ, ਇਟਸ ਓਕੇ ਆ, ਬਟ ਜੇ ਤੁਸੀਂ ਇਸ ਚੀਜ਼ ਨੂੰ ਜ਼ਿਆਦਾ ਇੰਪਲੀਮੈਂਟ ਕਰਕੇ ਕਿਸੇ ਦੂਸਰੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਉਸ ਵੇਲੇ ਜਾਤ ਪਾਤ ਜਿਹੜੀ ਆ ਉਹ ਗਲਤ ਆ। ਜਿਵੇਂ ਇਹਨਾਂ ਨੇ ਵੀ ਗੱਲ ਕੀਤੀ ਹੈ, ਚਲੋ ਆਪਣੀ ਕਮਿਊਨਿਟੀ ਨੂੰ ਥੋੜਾ ਜਿਹਾ ਜ਼ਰੂਰ ਸੋਚਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਕਮਿਊਨਿਟੀ ਜਿਹੜੀ ਆ ਉਹ ਧਾਰਮਿਕ
ਕੁ ਮਾਮਲਿਆਂ 'ਚ ਬਹੁਤ ਅੱਗੇ ਰਹਿੰਦੀ ਆ, ਬਹੁਤ ਸਾਰੇ ਜਿਹੜੇ ਸਪੋਰਟਿਵ ਵਰਕ ਕਰਦੀ ਆ। ਸੋ ਉਸ ਮੌਕੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਬੇਬੁਨਿਆਦ ਰਹਿ ਜਾਂਦੀਆਂ ਨੇ ਜਦੋਂ ਅਸੀਂ ਮੁੜ ਕੇ ਇਹ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਗੱਲ ਕਰ ਲਈ ਸੀ ਜੀ ਮੈਲਬੌਰਨ ਦੀ। ਪੁਲਿਸ ਨੂੰ ਹੁਣ ਛੋਟ ਮਿਲ ਚੁੱਕੀ ਹੈ, ਕਿਸੇ ਦੇ ਵੀ ਘਰ ਦੇ ਵਿੱਚ ਜਾ ਸਕਦੀ ਆ, ਉਹ ਵੀ ਬਿਨਾਂ ਕਿਸੇ ਵਾਰੰਟ ਤੋਂ। ਤਰਨ, ਮੈਲਬੌਰਨ ਦੇ ਵਿੱਚ ਹਾਲਾਤ ਐਸੇ ਨੇ ਕਿ ਕੇਸਿਸ ਵਧ ਰਹੇ ਨੇ, ਪਰ ਕੱਲ ਥੋੜਾ ਫਰਕ ਪਿਆ, ਕੇਸਿਸ ਘਟਣ ਲੱਗ ਪਏ ਨੇ। ਉਹਦੇ 'ਚ ਕਈ ਕੰਡੀਸ਼ਨਸ ਨੇ। ਆਪਾਂ ਉਹ ਗੱਲ ਕੀਤੀ ਸੀ ਕਿ ਜਿਹੜਾ ਕਰਫਿਊ ਲੱਗਿਆ ਸ਼ਾਮ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜੀ, ਤੇ ਜਿਹੜੇ ਉਹ ਤੋਂ ਬਿਨਾਂ ਜਿਹੜਾ ਕੋਈ ਜਾਣਾ ਚਾਹੁੰਦਾ, ਜਿਹੜਾ ਕੋਈ ਕੇਅਰ ਗਿਵਿੰਗ ਹੈਗਾ ਜਾਂ ਕੋਈ ਖਾਸ ਚੀਜ਼ ਲੈਣ ਗਿਆ, ਅੱਛਾ ਜੇ ਕੋਈ ਤਰਨ ਚੀਜ਼ਾਂ ਵੀ ਲੈਣ ਜਾ ਰਿਹਾ ਨਾ, ਉਹ 2 ਤੋਂ ਵੱਧ ਚੀਜ਼ਾਂ ਨਹੀਂ ਲੈ ਕੇ ਆ ਸਕਦਾ। ਇੱਕੋ ਚੀਜ਼ ਦੀਆਂ ਮੰਨ ਲਓ 2 ਪੈਕਟ ਦੁੱਧ ਦੇ ਉਦੋਂ ਵੱਧ ਨਹੀਂ ਲੈ ਕੇ ਆ ਸਕਦਾ। ਇਹ ਉਹਨਾਂ ਦੇ ਉਹਦੇ ਉੱਤੇ ਵੀ ਲਿਮਟ ਲਾ ਤੇ ਸਭ ਤੋਂ ਵੱਡੀ ਗੱਲ ਇੱਕ ਇਹ ਕੀਤੀ ਹੈ ਕਿ ਪੁਲਿਸ ਨੂੰ ਅਥਾਰਟੀ ਦਿੱਤੀ ਗਈ ਹੈ ਵੀ ਕਿਸੇ ਵੀ ਘਰ ਵਿੱਚ ਜਾ ਕੇ ਔਰ ਨੌਕ ਕਰਕੇ ਪੁੱਛ ਸਕਦੀ ਹੈ, ਅੰਦਰ ਜਾ ਸਕਦੀ ਹੈ ਕਿ ਤੁਹਾਡੇ ਜਿਹੜੇ ਕੋਵਿਡ ਵਾਲਾ ਸੀਗਾ, ਕਿਉਂਕਿ ਕੋਵਿਡ ਵਾਲਿਆਂ ਦੇ ਜਿਨ੍ਹਾਂ ਨੂੰ ਘਰੇ ਰਹਿਣਾ ਜ਼ਰੂਰੀ ਸੀਗਾ, ਤਰਨ ਕਈ ਐਸੇ ਕੇਸ ਪਾਏ ਗਏ ਨੇ ਜਿਹੜੇ ਲੋਕ ਘਰ ਨਹੀਂ ਰਹੇ ਹੋਏ ਸੀਗੇ। ਸੋ ਉਹਨਾਂ ਨੂੰ ਇਹ ਅਥਾਰਟੀ ਦਿੱਤੀ ਗਈ ਹੈ, ਯੂ ਕੈਨ ਨੌਕ ਐਟ ਦ ਡੋਰ, ਗੋ ਇਨਸਾਈਡ ਦਾ ਹੋਮ। ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਵੈਦਰ ਉਹ ਬੰਦਾ ਉੱਥੇ ਹੈ ਕਿ ਨਹੀਂ ਹੈ। ਜਿਹੜੇ ਹੈਗੀ ਹੈ ਰਾਈਟਸ ਗਰੁੱਪ, ਉਹਨਾਂ ਨੇ ਇਸ ਗੱਲ ਦਾ ਰੌਲਾ ਪਿਆ ਵੀ ਸਾਡੇ ਤਾਂ ਹੱਕਾਂ ਤੇ ਪ੍ਰੋਬਲਮ ਜਦ ਇਹ ਆ ਜਾਂਦੀ ਹੈ ਵੀ ਸਾਡੇ ਹੱਕਾਂ ਤੇ ਡਾਕਾ ਪੈ ਰਿਹਾ। ਬਈ ਜਦੋਂ ਹੱਕ ਦੇ ਉੱਤੇ ਡਾਕਾ ਪਿਆ, ਉਹ ਕਾਹਦੇ ਵਾਸਤੇ ਪੈ ਰਿਹਾ? ਤੁਹਾਡੇ ਭਲੇ ਵਾਸਤੇ ਪੈ ਰਿਹਾ। ਤੁਹਾਨੂੰ ਇੰਨਾ ਤਾਂ ਪਤਾ ਹੈ ਤੁਹਾਡੀ ਪੁਲਿਸ ਉੱਥੇ ਦੀ ਕਿਹੋ ਜਿਹੀ ਹੈਗੀ ਆ, ਬਹੁਤੀ ਚੰਗੀ ਆ, ਕੋਈ ਵਿੱਚ ਟਾਵੇਂ ਟੱਲੇ ਹੋਣਗੇ। ਸੋ ਜੇ ਤੁਸੀਂ ਅਥਾਰਟੀ ਨਾਲ ਰਲ ਕੇ ਚੱਲੋਗੇ, ਤੁਹਾਡਾ ਫਾਇਦਾ, ਅਥਾਰਟੀਜ਼ ਦਾ ਫਾਇਦਾ, ਤੁਹਾਡੇ ਸੂਬੇ ਦਾ ਫਾਇਦਾ, ਸਾਰੇ ਦੇਸ਼ ਦਾ ਫਾਇਦਾ। ਇਹਦੇ ਵਿੱਚ ਮੈਂ ਕੁਛ ਨਹੀਂ ਸਮਝਦਾ ਕਿ ਜਿਹੜੇ ਹੱਕ ਦਿੱਤਾ ਗਿਆ ਪੁਲਿਸ ਨੂੰ ਘਰ ਜਾਣ ਦਾ, ਮੇਰਾ ਖਿਆਲ ਹੈ ਠੀਕ ਗੱਲ ਕੀਤੀ ਹੈ ਤਰਨ। ਬਿਲਕੁਲ ਜੀ। ਤੇ ਸਰ ਉਧਰ ਇੰਡੀਆ ਦੀ ਗੱਲ ਕਰੀਏ, ਸੁਸ਼ਾਂਤ ਸਿੰਘ ਰਾਜਪੂਤ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਆਇਆ ਹੋਇਆ। ਜਦੋਂ 34 ਸਾਲ ਦੇ ਸੈਕਟਰ ਦੀ ਮੌਤ ਹੋਈ ਹੈ, ਉਸ ਤੋਂ ਬਾਅਦ ਤੋਂ ਕਿਆਸਾਂ ਦਾ ਦੌਰ ਬਹੁਤ ਜ਼ਿਆਦਾ ਸ਼ੁਰੂ ਹੋਇਆ। ਪੁਲਿਸ ਦੇ ਵੱਲੋਂ, ਮਹਾਰਾਸ਼ਟਰ ਪੁਲਿਸ ਵੱਲੋਂ ਜੋ ਇਨਕੁਆਇਰੀ ਕੀਤੀ ਜਾ ਰਹੀ ਹੈ, ਉਸ ਤੋਂ ਲੋਕੀ ਸੈਟੀਸਫਾਈ ਨਹੀਂ ਆ। ਫੈਨਸ ਨੇ ਇੱਕ ਅਜਿਹੀ ਮੁਹਿੰਮ ਵੱਡੀ, #ਸੁਸ਼ਾਂਤ ਸਿੰਘ ਰਾਜਪੂਤ, ਜਸਟਿਸ ਫॉर ਸੁਸ਼ਾਂਤ ਸਿੰਘ ਰਾਜਪੂਤ, ਅਜਿਹੀਆਂ ਮੁਹਿੰਮਾਂ ਸੋਸ਼ਲ ਮੀਡੀਆ ਤੇ ਕਿ ਆਖਿਰਕਾਰ ਸਰਕਾਰ ਵੀ ਮਜਬੂਰ ਹੋ ਚੁੱਕੀ ਹੈ। ਕਿਹਾ ਜਾ ਰਿਹਾ ਸੀ ਪਹਿਲਾਂ ਕਿ ਸੁਸਾਈਡ ਦਾ ਮੈਟਰ ਹੈ, ਇਸ ਮੈਟਰ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਪਰ ਫੈਨਸ ਦੇ ਜ਼ੋਰ ਤੋਂ ਬਾਅਦ, ਉੱਥੋਂ ਦੀ ਪਟਨਾ ਦੀ ਸਰਕਾਰ ਦੇ ਜ਼ੋਰ ਤੋਂ ਬਾਅਦ ਹੁਣ ਇਹ ਮਾਮਲਾ ਕਿਹਾ ਜਾ ਰਿਹਾ ਸੀ ਕਿ CBI ਨੂੰ ਸੌਂਪ ਦਿੱਤਾ ਜਾਵੇ। ਸਰਕਾਰ ਜੋ ਇਸ ਵਕਤ ਮਹਾਰਾਸ਼ਟਰ ਦੀ ਗਵਰਨਮੈਂਟ ਜੋ ਕਰ ਰਹੀ ਹੈ ਜਾਂ ਮਹਾਰਾਸ਼ਟਰ ਪੁਲਿਸ ਜੋ ਕਰ ਰਹੀ ਹੈ, ਉਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈਗੇ ਉਹਨਾਂ ਦੇ ਫੈਨਸ। ਉਸ ਤੋਂ ਬਾਅਦ ਹੁਣ ਸੁਣਨ ਦੇ ਵਿੱਚ ਆਇਆ ਕਿ CBI ਜਾਂਚ ਦਾ ਜਿਹੜਾ ਰਾਸਤਾ ਹੈ ਲਗਭਗ ਕਲੀਅਰ ਹੋ ਚੁੱਕਿਆ ਹੈ, ਤੇ ਸੁਪਰੀਮ ਕੋਰਟ ਨੇ ਇਸ ਵਕਤ ਜੋ ਨੋਟਿਸ ਕੀਤਾ ਹੈ ਕਿ ਲਿਖਿਤ ਦੇ ਵਿੱਚ ਜਿਹੜਾ ਆ ਸਾਨੂੰ ਦੇ ਦਿੱਤਾ ਜਾਵੇ, ਇਹ ਜਿਹੜੀ ਅਪੀਲ ਹੈਗੀ ਆ ਲਿਖਿਤ ਵਿੱਚ ਸਾਨੂੰ ਦੇ ਦਿੱਤੀ ਜਾਵੇ, ਜਦਕਿ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ CBI ਜਾਂਚ ਦੀ। ਤਰਨ, ਜਿਹੜੀ ਉਹਨਾਂ ਦੀ ਐਕਸ ਗਰਲਫ੍ਰੈਂਡ ਸੀ ਜੀ ਰੇਹਾ ਚੱਕਰਵਰਤੀ, ਉਹਨੇ ਵੀ ਇਹ ਅਪੀਲ ਕੀਤੀ ਹੈਗੀ ਜੀ। ਉਹ ਖੁਦ ਦੋਸ਼ ਲੱਗ ਰਹੇ ਸੀਗੇ ਕਿ ਜਿਹੜੀ ਇਹਦੀ ਮੌਤ ਹੋਈ ਹੈ ਉਹਦੇ ਵਿੱਚ, ਕਿਉਂਕਿ ਉਹ ਬਹੁਤ ਡਿਪਰੈਸ਼ਨ ਦੇ ਵਿੱਚ ਸੀਗਾ, ਜਿਹੀਆਂ ਗੱਲਾਂ ਉਹਨੇ ਕਈ ਵਾਰੀ ਕੀਤੀਆਂ ਹੈਗੀਆਂ ਨੇ ਉਹ, ਪਰ ਉਸ ਨੇ ਇਸ ਗੱਲ ਨੂੰ ਨਕਾਰਿਆ ਜੀ। ਹੁਣ ਜਿਹੜੀ CBI ਹੈਗੀ ਹੈ ਜੀ, ਉਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹ ਬਿਹਾਰ ਦੇ ਵਿੱਚੋਂ CBI ਅਫਸਰ ਗਏ ਸੀਗੇ ਜੀ, DGP ਗੁਪਤੇਸ਼ਵਰ ਪਾਂਡੇ ਹੈ ਜੀ। ਉਹ ਜਦੋਂ ਮੁੰਬਈ ਦੇ ਵਿੱਚ ਗਏ ਨੇ, ਉਹ ਹਾਲਾਂਕਿ ਸਪੈਸ਼ਲ ਸਟੇਟਸ ਦੇ ਵਿੱਚ ਗਏ ਨੇ ਜੀ, ਇਨਵੈਸਟੀਗੇਸ਼ਨ ਵਾਸਤੇ ਗਏ ਨੇ ਜੀ। ਇਹਦੇ 'ਚ ਕੁਛ ਨਾ ਕੁਛ ਹੈ ਤਰਨ। ਤੁਸੀਂ ਉਹ ਦੇਖੋ, ਉਹਨਾਂ ਨੂੰ ਵੀ ਕਿਉਂ 14 ਦਿਨਾਂ ਦੇ ਵਾਸਤੇ ਕਹਿ ਦਿੱਤਾ ਗਿਆ ਕਿ ਤੁਹਾਨੂੰ ਕੁਆਰੰਟਾਈਨ ਕਰਨਾ ਪਏਗਾ? ਉਹਨਾਂ ਨੂੰ ਉਸ ਜਗ੍ਹਾ ਤੇ ਜਿਹੜੀ ਇਨਵੈਸਟੀਗੇਸ਼ਨ ਵਾਸਤੇ ਬੰਦਾ ਗਿਆ ਹੋਇਆ ਹੈ, DGP ਰੈਂਕ ਦਾ ਬੰਦਾ ਹੈ, ਔਰ ਉਹਨੂੰ ਮੈਂ ਇਹ ਨਹੀਂ ਕਹਿੰਦਾ ਵੀ ਜੇ DGP ਵਾਲਾ ਤਾਂ ਉਹਨੂੰ ਕਰੋਨਾ ਨਹੀਂ ਹੋ ਸਕਦਾ, ਪਰ ਐਡੇ ਵੱਡੇ ਰੈਂਕ ਦਾ ਬੰਦਾ ਹੋਣਾ ਤੇ ਉਹਨੂੰ ਕੰਮ ਨਾ ਕਰਨ ਦੇਣਾ 14 ਦਿਨਾਂ ਦੀ। ਜ਼ਰੂਰ ਜਿਹੜੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਬਾਲੀਵੁੱਡ ਇੱਕ ਐਸੀ ਇੰਡਸਟਰੀ ਹੈ ਤਰਨ, ਇਹ ਬਹੁਤ ਕਲੋਜ਼ ਨੈਟ ਹੈ, ਇਹ ਛੇਤੀ ਕਿਤੇ ਬਾਹਰ ਇਹਨੂੰ ਵੜਨ ਨਹੀਂ ਦਿੰਦੀ। ਬਹੁਤ ਥੋੜੇ ਲੋਕ ਹੋਣਗੇ ਜਿਹੜੇ ਸ਼ਾਹਰੁਖ ਖਾਨ ਆਇਆ ਜੀ, ਇਹ ਬਾਹਰੋਂ ਆਇਆ ਸੀਗਾ, ਹੋਰ ਐਸੇ ਬਹੁਤ ਹੈਗੇ ਨੇ, ਪਰ ਹਾਂ ਦੈਟਸ ਰਾਈਟ, ਹਾਂ ਇਹ ਦੋਨੇ ਜਾਣੇ ਬਾਹਰੋਂ ਆਏ ਨੇ ਔਰ ਐਸਟੈਬਲਿਸ਼ ਹੋਏ ਨੇ, ਪਰ ਬਹੁਤੇ ਕਿਹੜੇ ਨੇ ਵਿੱਚੇ ਵਿੱਚ ਹੀ ਹੈ, ਸਾਰੇ ਇੱਕ ਦੂਜੇ ਦੇ ਸੰਗੜੀ ਰਿਸ਼ਤੇਦਾਰ ਹੈਗੇ ਆ, ਔਰ ਜਿਨ੍ਹਾਂ ਦੇ ਪਹਿਲਾਂ ਪਰਿਵਾਰ ਆਲਰੇਡੀ ਚੱਲ ਰਹੇ ਆ, ਉਹਨਾਂ ਨੂੰ ਬ੍ਰੇਕਸ ਮਿਲਦੀਆਂ ਨੇ, ਉਹਨਾਂ ਨੂੰ ਨਵੀਆਂ ਫਿਲਮਾਂ ਮਿਲਦੀਆਂ ਨੇ, ਜਿਹੜਾ ਬਾਹਰੋਂ ਆਉਂਦਾ ਉਹਨੂੰ ਦਿੱਤਾ ਨਹੀਂ ਜਾਂਦਾ। ਸੁਸ਼ਾਂਤ ਰਾਜਪੂਤ ਬੜੀ ਵਧੀਆ ਐਕਟਿੰਗ ਕੀਤੀ ਹੈ, ਜਿਹੜੀਆਂ ਫਿਲਮਾਂ ਦੇ ਵਿੱਚ ਆਇਆ ਬੜਾ ਇੰਪ੍ਰੈਸ ਕੀਤਾ ਇਹਨੇ, ਪਰ ਮੈਨੂੰ ਇਉਂ ਲੱਗਦਾ ਜਿਹੜੀ ਐਸਟੈਬਲਿਸ਼ਮੈਂਟ ਹੈਗੀ ਆ, ਕਰਨ ਜੌਹਰ ਦੇ ਉੱਤੇ ਵੀ ਦੋਸ਼ ਲੱਗ ਰਿਹਾ ਜੀ, ਉਹ ਸਾਰੇ ਗਰੁੱਪ ਦੇ ਉੱਤੇ ਐਸਟੈਬਲਿਸ਼ਮੈਂਟ ਹੈਗੀ ਆ, ਉਹ ਇਹਨੂੰ ਬਣਨ ਨਹੀਂ ਸੀ ਦੇਣਾ ਚਾਹੁੰਦੀ। ਅਖੀਰ ਇਹ ਤੋਂ ਇਹ ਚੀਜ਼ ਬਰਦਾਸ਼ਤ ਨਾ ਹੋ ਸਕੀ, ਔਰ ਅਖੀਰ ਇਹਨੇ ਜੋ ਵੀ ਇਹਦੀ ਡੈਥ ਹੋ ਗਈ ਜੀ, ਹਾਲੇ ਡੈਥ ਦੇ ਕਾਰਨਾਂ ਦਾ ਕਿਹਾ ਜਾ ਰਿਹਾ ਕਿ ਸੁਸਾਈਡ ਆ,
ਪਤਾ ਨਹੀਂ ਅਸਲ 'ਚ ਗੱਲ ਕੀ ਹੈ ਜੀ। ਪਰ ਸਰ ਬਹੁਤ ਇਹ ਇੱਕ ਆਪਣੇ ਆਪ ਦੇ ਵਿੱਚ ਨਾ ਇਹ ਮਨਜ਼ੂਰ ਕਰਨ ਵਾਲੀ ਚੀਜ਼ ਹੈ, ਕਿਉਂਕਿ ਮੈਂਟਲੀ ਬਹੁਤ ਸਟਰੋਂਗ ਸੀ, ਫਿਜ਼ਿਕਸ ਦਾ ਮਾਸਟਰ ਸੀਗਾ, ਤੇ ਨੈਪੋਟਿਜ਼ਮ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਜਿਹੜੇ ਉਹਦੇ ਲਿੰਕਸ ਵਿੱਚ ਸੀ, ਜੇ ਉਹ ਕਹਿ ਰਿਹਾ ਸੀਗਾ ਕਿ ਜੇ ਮੈਨੂੰ ਕੰਮ ਨਹੀਂ ਮਿਲਦਾ ਬਾਲੀਵੁੱਡ ਵਿੱਚ ਮੈਂ ਆਪਣਾ ਜਾਊਂਗਾ ਤੇ ਖੇਤੀ ਕਰਨੀ ਸ਼ੁਰੂ ਕਰ ਦੂੰਗਾ। ਸੋ ਇਸ ਸੋਚ ਤੇ ਮਾਲਿਕ ਦਾ ਬੰਦਾ ਜੇਕਰ ਸੁਸਾਈਡ ਕਰਦਾ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨਾ, ਉਹ ਵੀ ਉਸ ਵੇਲੇ ਜਦੋਂ ਘਰ ਦੇ ਕੈਮਰੇ ਵੀ ਕੰਮ ਕਰਨਾ ਬੰਦ ਕਰ ਦਿੰਦੇ ਨੇ। ਸਰ ਇੱਕ ਜਾਂਦਿਆਂ ਦੀ ਇੱਕ ਆਖਰੀ ਖਬਰ ਜ਼ਰੂਰ ਕਰਾਂਗੇ। ਪੰਜਾਬ ਦੇ ਵਿੱਚ ਇੱਕ ਐਕਸ ਜਿਹੜਾ ਸਰਵਿਸਮੈਨ ਆਰਮੀ ਦਾ, ਉਹਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਇੱਕ ਫੇਸਬੁੱਕ ਤੋਂ ਉੱਠੇ ਵਿਵਾਦ ਤੋਂ ਬਾਅਦ, ਤੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਤਰਨ ਹੈਰਾਨੀ ਦੀ ਗੱਲ ਹੈ ਵੀ ਗੱਲ ਇੱਥੇ ਤੱਕ ਵੀ ਪਹੁੰਚ ਸਕਦੀ ਹੈ। ਇਹ ਵੀਡੀਓ ਹੈ ਵਾਇਰਲ ਹੋਈ ਜੀ, ਇਸ ਵੇਲੇ ਹੈਗੀ ਆ, ਤੁਸੀਂ ਦੇਖ ਸਕਦੇ ਹੋ। ਝਗੜਾ ਕੀ ਹੈ, ਫੇਸਬੁੱਕ ਤੇ ਇੱਕ ਬੰਦਾ ਕਿਸੇ ਫਾਰਮਾਸਿਸਟ ਬਾਰੇ ਫੇਸਬੁੱਕ ਤੇ ਕਮੈਂਟਸ ਪਾ ਰਿਹਾ ਕਿ ਉਹ ਫਾਰਮਾਸਿਸਟ ਜਾਂ ਉਹਦੀ ਫਾਰਮੇਸੀ ਹੈ ਜਿਹੜੀ ਡਰੱਗ ਵੇਚ ਰਹੀ ਹੈ। ਉਹ ਡਰੱਗ ਜਿਹੜਾ ਫਾਰਮਾਸਿਸਟ ਹੈ ਉਹਦਾ ਲੜਕਾ ਉਹ ਕਹਿੰਦਾ ਵੀ ਅਸੀਂ ਨਹੀਂ ਵੇਚਦੇ ਹੈਗੇ। ਇਸ ਗੱਲ ਤੇ ਝਗੜਾ ਹੋਇਆ ਹੈ ਜੀ, ਔਰ ਉਸ ਝਗੜੇ ਦੇ ਵਿੱਚ ਗਰਮੀ ਇੱਥੇ ਤੱਕ ਚਲੀ ਜਾਂਦੀ ਹੈ ਕਿ ਅਖੀਰ ਜਿਹੜਾ ਬੰਦਾ ਦੋਸ਼ ਲਾ ਰਿਹਾ ਵੀ ਤੁਸੀਂ ਇਹ ਵੇਚਦੇ ਹੋ, ਉਹਦੇ ਕੋਲ ਗਨ ਹੈ ਜੀ, 12 ਬੋਰ ਦੀ ਗਨ ਹੈਗੀ ਆ, ਔਰ ਉਹ ਕੋਠੇ ਤੇ ਖੜਾ ਉਹ ਲੋਡ ਕਰਦਾ ਹੈ। ਉਹ ਜਿੰਨੀ ਦੇਰ ਆਰਗੂਮੈਂਟ ਚੱਲ ਰਹੇ ਨੇ ਉਹ ਇਨ ਦਾ ਮੀਨ ਟਾਈਮ ਹੀ ਇਜ਼ ਬਿਜ਼ੀ ਲੋਡਿੰਗ ਹਿਸ ਗਨ, ਔਰ ਉਦੋਂ ਮੋਰੋਂ ਫਾਇਰ ਕਰ ਦਿੰਦਾ ਜੀ, ਜਿਹਦੇ ਵਿੱਚ ਉਹਦੀ ਮੌਤ ਹੋ ਗਈ। ਤੁਸੀਂ ਦੇਖੋ ਫੇਸਬੁੱਕ ਦੇ ਵਿੱਚ ਕਿਸ ਗੱਲ ਕਿੱਥੇ ਚਲੀ ਗਈ। ਇੱਕ ਦੀ ਡੈਥ ਹੋ ਗਈ ਹੈ, ਦੂਸਰਾ ਜੇਲ੍ਹ ਚਲਾ ਜਾਏਗਾ। ਉਹ ਭਗੌੜਾ ਜੀ ਇਸ ਵੇਲੇ ਫੜਨਗੇ ਤਾਂ ਸਹੀ, ਨੁਕਸਾਨ ਵੀ ਹੋਏਗਾ, ਪੈਸੇ ਵੀ ਲੱਗਣਗੇ, ਅਦਾਲਤ ਵਿੱਚ ਕੇਸ ਵੀ ਚੱਲੇਗਾ, ਫਾਇਦਾ ਕੀ ਨਿਕਲਿਆ? ਕਿਉਂ ਉਹ ਕਹਿੰਦਾ ਵੀ ਮੈਂ ਝੂਠੀਆਂ ਗੱਲਾਂ ਕਿਉਂ ਪਾਉਣੇ, ਇਸ ਗੱਲ ਤੇ ਰੌਲਾ ਸੀ। ਪਲੀਜ਼ ਗਰਮੀ ਤੋਂ ਬਚਿਆ ਕਰੋ, ਅਜਿਹੀਆਂ ਗੱਲਾਂ ਆਮ ਹੋ ਜਾਂਦੀਆਂ ਨੇ ਜੀ। ਬਿਲਕੁਲ, ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਤੇ ਅੱਜ ਕਿਸ ਚੀਜ਼ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ? ਤਰਨ ਅੱਜ ਆਪਾਂ ਫਿਰ ਕਿਸੇ ਪਰਸਨੈਲਿਟੀ ਬਾਰੇ ਗੱਲ ਕਰ ਲੈਂਦੇ ਹਾਂ ਜੀ। ਓਕੇ, ਫਿਲਮੀ ਪਰਸਨੈਲਿਟੀ ਆ। ਮੈਨੂੰ ਲੱਗਦਾ ਆਪਣੇ ਜਿਹੜੇ ਦਰਸ਼ਕ ਨੇ ਨਾ ਫਿਲਮਾਂ ਦੇ ਨਾਲ ਬਹੁਤ ਸੰਬੰਧਿਤ ਨੇ ਜੀ, ਆਰਟਿਸਟਿਕ ਨੇਚਰ ਵਾਲੇ ਨੇ। ਹਾਂ ਜੀ। ਇਹਨਾਂ ਦਾ ਜਨਮ ਜੀ 11 ਨਵੰਬਰ 1926 ਨੂੰ ਹੋਇਆ ਸੀ। ਮੈਂ ਡੇਟ ਵੀ ਦੱਸ ਦਿੰਦਾ ਜੀ। ਇਹਨਾਂ ਨੇ 300 ਤੋਂ ਉੱਪਰ ਫਿਲਮਾਂ 'ਚ ਕੰਮ ਕੀਤਾ ਜੀ। ਇਹਨਾਂ ਨੇ ਆਪਣੀ ਜਿਹੜੀ ਫੈਮਿਲੀ, ਇਹਨਾਂ ਦੇ ਪਰਿਵਾਰ, ਇਹਨਾਂ ਦੇ ਫਾਦਰ ਸਾਹਿਬ ਸਣੇ ਬੱਚੇ ਬੰਬਈ ਦੇ ਵਿੱਚ ਆ ਗਏ ਸੀ, ਤੇ ਇਹੀ ਇੱਕ ਐਸੇ ਸੀਗੇ ਜਿਹੜੇ ਕਿ ਆਪਣੇ ਪਰਿਵਾਰ ਦੇ ਵਾਸਤੇ ਸੋਲ ਬ੍ਰੈਡ ਵਿਨਰ ਸੀਗੇ ਜੀ। ਇਹਨਾਂ ਨੇ ਆਪਦੇ ਪਰਿਵਾਰ ਵਾਸਤੇ ਬਹੁਤ ਸਮਾਨ ਵੇਚਿਆ ਜੀ, ਆਈਸ ਕੈਂਡੀ, ਫਰੂਟ, ਵੈਜੀਟੇਬਲਸ, ਇਹੋ ਜਿਹਾ ਕੁਛ ਵੇਚਿਆ ਜੀ। ਅਖੀਰ ਇਹ ਕੰਡਕਟਰ ਬਣ ਗਏ। ਕੰਡਕਟਰ ਬਣ ਕੇ ਤਾਂ ਉੱਥੇ ਲੋਕਾਂ ਨੂੰ ਐਂਟਰਟੇਨ ਕਰਦੇ ਹੁੰਦੇ ਸੀ। ਪਹਿਲਾਂ ਸ਼ੌਕ ਸੀਗਾ ਇਸ ਗੱਲ ਦਾ, ਔਰ ਇਹਨਾਂ ਨੂੰ ਇਹ ਆਸ ਸੀ ਕਿ ਸ਼ਾਇਦ ਮੈਨੂੰ ਕੋਈ, ਉਹਨਾਂ ਦੇ ਲੋਕ ਬੱਸਾਂ 'ਚ ਸਫ਼ਰ ਕਰਦੇ ਸੀਗੇ, ਫਿਲਮਾਂ ਵਾਲੇ ਵੀ ਬੱਸਾਂ 'ਚ ਸਫ਼ਰ ਕਰਦੇ ਸੀਗੇ, ਕਹਿੰਦੇ ਸ਼ਾਇਦ ਮੈਨੂੰ ਕੋਈ ਦੇਖ ਲਵੇ ਤਾਂ ਸ਼ਾਇਦ ਮੈਨੂੰ ਬ੍ਰੇਕ ਮਿਲ ਜਾਵੇ। ਇਹਨਾਂ ਨੂੰ ਇੱਕ ਫਿਲਮ ਹਲਚਲ ਦੇ ਵਿੱਚ ਬ੍ਰੇਕ ਮਿਲੀ ਸੀਗੀ, ਉਹਦੀ ਐਕਟਿੰਗ ਇਹ ਆਮ ਕਰਦੇ ਹੁੰਦੇ ਸੀ। ਐਸਾ ਹਾਲਤ ਹੋਈ ਕਿ ਬਰਾਜ ਸਾਹਨੀ ਸਾਹਿਬ ਉਸ ਬੱਸ 'ਚ ਸਫ਼ਰ ਕੀਤਾ ਤੇ ਉਹਨਾਂ ਨੂੰ ਇਹਨਾਂ ਦੀ ਗੱਲ ਚੰਗੀ ਲੱਗੀ, ਪੁੜ ਗਏ ਜਿਹਨੂੰ ਕਹਿੰਦੇ ਆ। ਗੱਲ ਬਣੀ ਤੇ ਉਹਨਾਂ ਨੇ ਕਿਹਾ, ਉਹਨਾਂ ਨੂੰ ਲੈ ਕੇ ਗਏ ਜੀ ਗੁਰੂ ਦੱਤ ਦੇ ਕੋਲੇ, ਕਹਿੰਦੇ ਆਹ ਬੰਦਾ ਦੇਖੋ ਤਾਂ ਕੀ ਕਰ ਸਕਦਾ। ਗੁਰੂ ਦੱਤ ਨੇ ਫਿਰ ਅਖੀਰ ਬ੍ਰੇਕ ਦਿੱਤੀ। ਗੁਰੂ ਦੱਤ ਦੀਆਂ ਸਾਰੀਆਂ ਫਿਲਮਾਂ ਦੇ ਵਿੱਚ ਆਏ ਨੇ ਜੀ, ਇੱਕ ਨੂੰ ਛੱਡ ਕੇ। ਇਹਨਾਂ ਨੇ ਗਾਣੇ ਇਹਨਾਂ ਤੇ ਸਪੈਸ਼ਲ ਫਰਮਾਏ ਗਏ ਸੀ। ਹੁਣ ਮੈਂ ਥੋੜੀ ਜਿਹੀ ਗੱਲ ਦੱਸ ਦਿੰਦਾ, ਤੁਸੀਂ ਪੁੱਛਣਾ ਸੌਖਾ ਹੋ ਜਾਏਗਾ। ਕਮੇਡੀਅਨ ਸੀਗੇ ਜੀ, ਉਹਨਾਂ ਦਿਨਾਂ ਵਿੱਚ ਕਮੇਡੀਅਨਸ ਦੇ ਗਾਣੇ ਫਿਲਮਾਏ ਜਾਂਦੇ ਸੀ। ਇਹਨਾਂ ਦੇ ਉੱਤੇ ਬਹੁਤ ਗਾਣੇ ਫਿਲਮਾਏ ਗਏ ਨੇ ਜੀ। ਇਹਨਾਂ ਦਾ ਅਸਲੀ ਨਾਮ ਵੀ ਮੈਂ ਦੱਸ ਦਿੰਦਾ ਜੀ, ਬਦਰੁਦੀਨ ਜਮਾਲੁਦੀਨ ਕਾਜ਼ੀ ਸਾਹਿਬ ਇਹਨਾਂ ਦਾ ਨਾਮ ਸੀਗਾ ਜੀ। ਤੇ ਇਹ ਬਹੁਤ ਫਿਲਮਾਂ ਦੇ ਵਿੱਚ, ਕਿਉਂਕਿ ਉਦੋਂ ਦਿਨਾਂ ਦੇ ਵਿੱਚ ਤਰਨ ਜਿਹੜਾ ਕਮੇਡੀਅਨ ਹੈ ਨਾ, ਉਹ ਬਰਾਬਰ ਦਾ ਰੋਲ ਹੁੰਦਾ ਸੀਗਾ। ਉਸ ਤੋਂ ਮਗਰੋਂ ਹਾਲਤ ਐਸੀ ਹੋ ਗਈ, ਅਮਿਤਾਭ ਬੱਚਨ ਹੋਣਾ ਵੇਖ ਕੇ ਹੀਰੋ ਹੀ ਕਾਮੇਡੀ ਕਰਨ ਲੱਗ ਪਏ ਸੀਗੇ, ਪਰ ਉਦੋਂ ਸਾਈਡ ਬਾਈ ਸਾਈਡ ਕਮੇਡੀ ਚੱਲਦੀ ਸੀ ਜੀ। ਇਹਨਾਂ ਦੇ ਦਿਲ ਦੇ ਤੇਰਾ ਚੱਕਰਾਏ ਜਾਂ ਦਿਲ ਟੂਟਾ ਜਾਏ ਖਨੀ ਆ ਜਾ ਪਿਆਰੇ ਸਾਥ ਮਾਰੇ ਕਾਹੇ ਘਬਰਾਏ, ਤੇਲ ਮਾਲਿਸ਼, ਐਸਾ ਗਾਣਾ ਇਹਨਾਂ ਤੇ ਫਰਮਾਇਆ ਗਿਆ ਜੀ। ਤੇ ਜਵਾਬ ਆਉਣੇ ਸ਼ੁਰੂ ਹੋ ਚੁੱਕੇ ਨੇ ਜੀ। ਰੁਪਿੰਦਰ ਬਾਜਵਾ ਜੀ ਤੇ ਗੁਰਰਹਿਮਤ ਸਿੰਘ ਜੀ ਕਹਿ ਰਹੇ ਨੇ ਜੌਨੀ ਵਾਕਰ। ਬਿਲਕੁਲ ਜੀ, ਜੌਨੀ ਵਾਕਰ ਇਹਨਾਂ ਦਾ ਨਾਮ ਕਿਉਂ ਰੱਖਿਆ ਗਿਆ ਸੀਗਾ? ਜੌਨੀ ਵਾਕਰ ਜਦੋਂ ਗੁਰੂ ਦੱਤ ਦੇ ਕੋਲੇ ਗਏ, ਇਹ ਜਿਹੜੇ ਸ਼ਰਾਬੀ ਦੀ ਐਕਟਿੰਗ ਕਰਦੇ ਸੀਗੇ ਜੀ, ਇਹਨਾਂ ਨੂੰ ਸ਼ਰਾਬੀ ਦੀ ਐਕਟਿੰਗ ਇੰਨੀ ਵਧੀਆ ਕਰਦੇ ਸੀਗੇ ਤੇ ਗੁਰੂ ਦੱਤ ਨੂੰ ਬੜਾ ਪਸੰਦ ਆਇਆ, ਤੇ ਉਸ ਦਿਨ ਤੋਂ ਇਹਨਾਂ ਦਾ ਨਾਮ ਉਹਨਾਂ ਨੇ ਜੌਨੀ ਵਾਕਰ ਰੱਖਿਆ ਸੀਗਾ। ਵੈਸੇ ਇਹਨਾਂ ਦੇ ਬਾਰੇ ਇਹ ਪ੍ਰਚਲਿਤ ਹੈਗਾ ਜੀ, ਸਾਰੀ ਉਮਰ ਇਹਨਾਂ ਨੇ ਸ਼ਰਾਬ ਨਹੀਂ ਪੀਤੀ ਜੀ। ਬਿਲਕੁਲ, ਅੱਜ ਇੰਨੇ ਕਾਫੀ ਜੀ, ਕੱਲ ਨੂੰ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੇ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼। ਫਿਲਹਾਲ ਦਿਓ ਇਜਾਜ਼ਤ, ਕੱਲ ਫਿਰ ਹੋਵੇਗੀ ਮੁਲਾਕਾਤ, ਪਰ ਜਾਇਓ ਨਾ। ਮੀਤਾ ਜੀ ਹਾਜ਼ਰ ਨੇ ਲੈ ਕੇ ਆਪਣਾ ਪ੍ਰੋਗਰਾਮ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।